Welcome in the webinar. The topic is challenges to self-financed institutions in this time. So मैं जगजीत सिंह प्रेजिडेंट बीएड फैडरेशन सारे इंस्टीट्यूशन लीडर्स ਦਾ ਸਕੂਲ ਲੀਡਰਸ ਦਾ ਜਿਹੜੇ ਇਸ ਵੈਬੀਨਾਰ ਦੇ ਨਾਲ ਜੁੜੇ ਨੇ ਉਹਨਾਂ ਦਾ ਜਿਹੜਾ ਸਵਾਗਤ ਕਰਦਾ ਔਰ ਜੀ ਆਇਆਂ ਨੂੰ ਕਹਿੰਦਾ। ਅੱਜ ਦਾ ਜਿਹੜਾ ਇਹ ਵੈਬੀਨਾਰ ਹੈ ਇਸ ਦੇ ਵਿੱਚ ਸਾਡੇ ਨਾਲ ਜਿਹੜੇ ਪੈਨਲਿਸਟ ਜੁੜੇ ਨੇ, ਸਪੀਕਰ ਜੁੜੇ ਨੇ, ਉਹ ਪੰਜਾਬ ਦੇ ਰਨੋਨਡ ਯੂਨੀਵਰਸਿਟੀਆਂ ਦੇ ਚਾਂਸਲਰਸ, ਸਾਡੇ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦੇ ਜੋ ਕਿ ਪੰਜਾਬ ਦੀ ਐਜੂਕੇਸ਼ਨ ਦਾ ਧੁਰਾ ਨੇ। ਔਰ ਅੱਜ ਉਹ ਵਰਗ ਵੈਬੀਨਾਰ ਕਰਨ ਜਾ ਰਿਹਾ ਜਿਸ ਨੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਇੰਪਲੋਇਮੈਂਟ ਦਾ ਜਿਹੜਾ ਕਾਰਨ ਬਣੇ ਹੋਏ ਨੇ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਕਰਦਾ ਵੀ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋਵਾਂਗੇ, ਕਿਉਂਕਿ ਸਾਰਾ ਦੇਸ਼, ਸਾਰੀ ਦੁਨੀਆ ਅੱਜ ਜਿਸ ਬਿਮਾਰੀ ਨਾਲ ਲੜ ਰਹੇ ਹਾਂ ਅਸੀਂ, ਇਹ ਬੜੀ ਭਿਆਨਕ ਹੈ। ਔਰ ਮੈਂ ਪੰਜਾਬ ਸਰਕਾਰ ਨੂੰ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਇਸ ਬਿਮਾਰੀ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਨੇ ਢੁਕਵੇਂ ਕਦਮ ਚੁੱਕੇ ਨੇ। ਭਾਵੇਂ ਇੱਕਦਮ ਵਿਵਸਥਾ ਖੜ ਗਈ ਹੈ ਸਾਰੀ, ਸਾਡੇ ਕਾਲਜ, ਯੂਨੀਵਰਸਿਟੀਆਂ, ਇੰਸਟੀਟਿਊਸ਼ਨ, ਸਕੂਲ ਸਾਰੇ ਇੱਕਦਮ ਖੜੋਤ ਦੇ ਵਿੱਚ ਆ ਗਏ ਬਿਨਾਂ ਸਾਨੂੰ ਕੋਈ ਪ੍ਰੋਪਰ ਨੋਟਿਸ ਹੋਏ। ਪਰੰਤੂ ਅਸੀਂ ਅਗਰ ਇਸ ਦਾ ਐਨਾਲਿਸਿਸ ਕਰੀਏ ਤਾਂ ਇੱਕ ਬਹੁਤ ਅੱਛਾ ਕਦਮ ਹੋਇਆ ਵੀ ਇੱਕਦਮ ਪੰਜਾਬ ਦੇ ਵਿੱਚ ਇਹ ਕਰਫਿਊ ਲਾਗੂ ਕਰਨ ਦੇ ਨਾਲ ਜਿਹੜੀ ਇਹ ਕਾਫੀ ਹੱਦ ਤੱਕ ਠੱਲ ਪਈ ਹੋਈ ਹੈ। ਜੇਕਰ ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਕਿ ਸਾਨੂੰ ਜਿਹੜੀਆਂ ਇੰਸਟੀਟਿਊਸ਼ਨਸ ਨੇ, ਚਾਹੇ ਉਹ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ, ਕਾਲਜਸ ਨੇ, ਸਾਡੇ ਯੂਨੀਵਰਸਿਟੀਜ਼ ਨੇ ਜਾਂ ਸਕੂਲਸ ਨੇ, ਸਾਰਿਆਂ ਨੂੰ ਅੱਜ ਇੱਕ ਬੜੇ ਵੱਡੇ ਚੈਲੰਜ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਇੱਕਦਮ ਸਾਡਾ ਸਟਾਫ, ਸਾਡੇ ਵਿਦਿਆਰਥੀ ਘਰਾਂ ਵਿੱਚ ਬੈਠ ਗਏ ਨੇ ਤੇ ਜਿਵੇਂ ਕਿ ਇਹ ਜਿਹੜੇ ਪ੍ਰਾਈਵੇਟ ਸੈਲਫ ਫਾਈਨਾਂਸਡ ਇੰਸਟੀਟਿਊਸ਼ਨਸ ਨੇ ਆਪਦੀ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਨੇ ਤੇ ਬੜੀ ਤੇਜ਼ੀ ਦੇ ਨਾਲ ਸਾਰੀਆਂ ਇੰਸਟੀਟਿਊਸ਼ਨਸ ਨੇ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਹੋਇਆ। ਤੋ ਇਸ ਦੇ ਲਈ ਮੈਂ ਸਾਰੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਵਧਾਈ ਦਿੰਦਾ ਹਾਂ। ਅੱਜ ਦਾ ਇਹ ਸੈਮੀਨਾਰ ਜੋ ਅਸੀਂ ਕਰਨ ਜਾ ਰਹੇ ਹਾਂ, ਇਸ ਦਾ ਮੁੱਖ ਉਦੇਸ਼ ਇਸ ਗੱਲ ਦੇ ਉੱਤੇ ਚਾਨਣਾ ਪਾਉਣਾ ਕਿ ਜੋ ਪ੍ਰਾਈਵੇਟ ਸੰਸਥਾਵਾਂ ਨੇ ਸੈਲਫ ਫਾਈਨਾਂਸ, ਇਹਨਾਂ ਦਾ ਪੰਜਾਬ ਵਿੱਚ ਸਿੱਖਿਆ ਦੇ ਲਈ ਕੀ ਯੋਗਦਾਨ ਹੈ ਤੇ ਮੌਜੂਦਾ ਸਮੇਂ ਵਿੱਚ ਸਾਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਸੀਂ ਅਜਿਹੇ ਸਮੇਂ ਦੇ ਵਿੱਚ ਸਰਕਾਰ ਤੋਂ ਕੀ ਉਮੀਦ ਰੱਖਦੇ ਹਾਂ। ਤੇ ਇਸ ਦੇ ਨਾਲ ਹੀ ਸਾਡਾ ਇਹ ਵੀ ਫਰਜ਼ ਬਣਦਾ ਵੀ ਅਸੀਂ ਇਸ ਮੌਕੇ ਦੇ ਉੱਤੇ ਵਿਚਾਰੀਏ ਕਿ ਇਹੋ ਜਿਹੀ ਸਥਿਤੀ ਦੇ ਦੌਰਾਨ ਸਾਡੀ ਜਿਹੜੀ ਖੁਦ ਦੀ ਕੀ ਡਿਊਟੀ ਬਣਦੀ ਆ ਸਾਡੀ ਸੁਸਾਇਟੀ ਪ੍ਰਤੀ, ਤੇ ਜਿਹੜੀਆਂ ਸਮੱਸਿਆਵਾਂ ਸਾਨੂੰ ਇਸ ਸਮੇਂ ਆ ਰਹੀਆਂ ਨੇ ਜਾਂ ਆਉਣ ਵਾਲੀਆਂ ਨੇ, ਜਿਹੜੀ ਕਿ ਵਿਦਿਆਰਥੀਆਂ ਦੀ ਫੀਸ ਨੂੰ ਲੈ ਕੇ ਹੈ, ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਦੇ ਬਾਰੇ ਹੈ, ਜਾਂ ਸਾਡੇ ਸਟਾਫ ਜੋ ਸਾਡੇ ਨਾਲ ਸਾਡਾ ਹਿੱਸਾ ਨੇ, ਕੰਮ ਕਰ ਰਹੇ ਨੇ, ਉਹਨਾਂ ਦੀਆਂ ਤਨਖਾਹਾਂ ਦੇ ਸੰਬੰਧ ਦੇ ਵਿੱਚ ਹੈ। ਉਹ ਸਾਰਾ ਹੀ ਚਰਚਾ ਜਿਹੜੀ ਅਸੀਂ ਇਸ ਵੈਬੀਨਾਰ ਦੇ ਵਿੱਚ ਕਰਾਂਗੇ। ਇਸ ਤੋਂ ਇਲਾਵਾ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਤੇ ਫਿਕਸ ਚਾਰਜਸ ਪੈ ਰਹੇ ਨੇ, ਚਾਹੇ ਉਹ ਇਲੈਕਟ੍ਰਿਸਿਟੀ ਦੇ ਨੇ, ਚਾਹੇ ਸਾਡੇ ਟਰਾਂਸਪੋਰਟੇਸ਼ਨ ਦੇ ਸਪੈਸ਼ਲ ਰੋਡ ਟੈਕਸ ਨੇ, ਜਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਸਾਰੀਆਂ ਹੀ ਅੱਜ ਇਸ ਵੈਬੀਨਾਰ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ। ਕਿਉਂਕਿ ਸਾਡੇ ਨਾਲ ਪੰਜਾਬ ਦੇ ਰਨੋਨਡ ਜਿਹੜੇ ਪੈਨਲਿਸਟ ਜੁੜੇ ਹੋਏ ਨੇ, ਉਹਨਾਂ ਦੇ ਨਿੱਜੀ ਤਜਰਬੇ, ਉਹਨਾਂ ਦੇ ਨਿੱਜੀ ਜੋ ਸਾਡੀ ਸਟੇਟ ਵਾਸਤੇ, ਸਾਡੇ ਯੂਥ ਵਾਸਤੇ, ਸਾਡੇ ਪੰਜਾਬ ਵਾਸਤੇ ਜੋ ਕੰਮ ਕੀਤਾ ਹੋਇਆ, ਉਹ ਆਪਦੇ ਜਿਹੜੇ ਐਕਸਪੀਰੀਅੰਸ ਦੇ ਵਿੱਚ ਤੁਹਾਡੇ ਨਾਲ ਗੱਲਾਂ ਸਾਂਝਾ ਕਰਨਗੇ। ਸੋ ਇਸ ਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਵੈਲਕਮ ਕਰਦਾ, ਇੰਟਰੋਡਿਊਸ ਕਰਾਉਣਾ ਤੁਹਾਨੂੰ ਸਾਰਿਆਂ ਸਾਡੇ ਪੈਨਲਿਸਟ ਦੇ ਨਾਲ। ਸ਼੍ਰੀ ਅਸ਼ੋਕ ਮਿੱਤਲ ਜੀ, ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ। ਸਰਦਾਰ ਸਤਨਾਮ ਸਿੰਘ ਜੀ ਸੰਧੂ, ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ। ਸਰਦਾਰ ਚਰਨਜੀਤ ਸਿੰਘ ਜੀ ਚੰਨੀ, ਚਾਂਸਲਰ ਸਿਟੀ ਯੂਨੀਵਰਸਿਟੀ। ਡਾਕਟਰ ਗੁਰਮੀਤ ਸਿੰਘ ਧਾਲੀਵਾਲ, ਪ੍ਰੈਜ਼ੀਡੈਂਟ ਕੋਟੀਆ ਤੇ ਸਾਡੇ ਇਹ ਜੁਆਇੰਟ ਐਕਸ਼ਨ ਕਮੇਟੀ ਦੇ ਵੀ ਡਾਇਰੈਕਟਰ ਨੇ। ਡਾਕਟਰ ਅੰਸ਼ੂ ਕਟਾਰੀਆ ਜੀ, ਪ੍ਰੈਜ਼ੀਡੈਂਟ ਕੋਕਾ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਇਹ ਮੈਂਬਰ ਨੇ। ਸੋ ਇਹ 5 ਪੈਨਲਿਸਟ ਜਿਹੜੇ ਨੇ ਅੱਜ ਸਾਡੇ ਨਾਲ ਨੇ। ਇਸ ਤੋਂ ਇਲਾਵਾ ਇਸ ਵੈਬੀਨਾਰ ਦੇ ਐਂਡ ਦੇ ਵਿੱਚ, ਅਖੀਰ ਸਮੇਂ ਦੇ ਵਿੱਚ, ਅਸੀਂ ਜਿਹੜੇ ਸਾਡੇ ਨਾਲ ਪਾਰਟਿਸਪੈਂਟਸ ਜੁੜੇ ਨੇ ਪੰਜਾਬ ਦੇ ਤੇ ਪੰਜਾਬ ਤੋਂ ਬਾਹਰੋਂ ਵੀ, ਅਸੀਂ ਸਾਰਿਆਂ ਦੇ ਇਸ ਦੇ ਵਿੱਚ ਸਮੂਲੀਅਤ ਕਰਾਂਗੇ ਤੇ ਜਿੱਥੇ ਜਿੱਥੇ ਜ਼ਰੂਰਤ ਪਊਗੀ ਅਸੀਂ ਤੁਹਾਡੇ ਕੋਈ ਜਿਹੜੇ ਕੁਐਰੀਜ਼ ਨੇ, ਕੁਐਸਚਨਸ ਨੇ, ਉਹਨਾਂ ਦਾ ਵੀ ਆਪਾਂ ਜਿਹੜੇ ਸਾਡੇ ਪੈਨਲਿਸਟ ਨੇ ਇਹਨਾਂ ਦੇ ਸੁਝਾਅ ਲਵਾਂਗੇ ਇਸ ਵਿਸ਼ੇ ਦੇ ਉੱਤੇ। ਤੇ ਉਸ ਦੇ ਲਈ ਮੇਰੀ ਰਿਕੁਐਸਟ ਹੈਗੀ ਹੈ ਵੀ ਐਂਡ ਸਮੇਂ ਦੇ ਵਿੱਚ ਜਦੋਂ ਵੈਬੀਨਾਰ ਦੇ ਵਿੱਚ ਮੇਰੀ ਅਨਾਉਂਸਮੈਂਟ ਹੋਊਗੀ ਤਾਂ ਤੁਸੀਂ, ਤੁਹਾਡੇ ਕੋਲ ਰੇਜ਼ ਹੈਂਡ ਦੀ ਆਪਸ਼ਨ ਹੈਗੀ ਆ। ਟੈਕਨੀਕਲੀ ਤੁਹਾਡੇ ਇਸ ਪੈਨਲ ਦੇ ਵਿੱਚ ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ
ਤਾਂ ਕਿ ਮੈਂ ਰੋਟੇਸ਼ਨ ਦੇ ਨਾਲ ਉਹਨਾਂ ਸਾਰੇ ਪਾਰਟਿਸਪੈਂਟਸ ਨੂੰ ਅਨਮਿਊਟ ਕਰ ਦਿਆਂਗਾ ਤੇ ਉਹਨਾਂ ਦੇ ਵਿਚਾਰ ਨੇ ਜਿਹੜੇ ਉਹ ਅਸੀਂ ਖੁੱਲੇ ਸਾਰੇ ਸੁਣ ਸਕਾਂਗੇ। ਦੂਸਰਾ, ਅਗਰ ਕੋਈ ਤੁਸੀਂ ਚੈਟ ਦੇ ਜਰੀਏ ਸਾਨੂੰ ਕੋਈ ਮੈਸੇਜ ਭੇਜ ਕੇ ਕੋਈ ਗੱਲ ਚਾਹੁੰਦੇ ਹੋ ਵੀ ਜਿਸ ਤੇ ਡਿਸਕਸ਼ਨ ਕੀਤੀ ਜਾਵੇ ਜਾਂ ਵਿਚਾਰਿਆ ਜਾਵੇ, ਤਾਂ ਉਹ ਤੁਸੀਂ ਚੈਟ ਦੇ ਜਰੀਏ ਵੀ ਜਿਹੜਾ ਹੈਗਾ ਮੈਨੂੰ ਭੇਜ ਸਕਦੇ ਹੋ। ਸੋ ਮੈਂ ਜਗਜੀਤ ਸਿੰਘ, ਪ੍ਰੈਜ਼ੀਡੈਂਟ ਬੀਐਡ ਫੈਡਰੇਸ਼ਨ ਪੰਜਾਬ ਤੇ ਡਾਇਰੈਕਟਰ ਜੁਆਇੰਟ ਐਕਸ਼ਨ ਕਮੇਟੀ, ਇੱਕ ਵਾਰ ਫੇਰ ਤੋਂ ਜਿਹੜੇ ਸਾਡੇ ਨਾਲ ਪੈਨਲਿਸਟ ਜੁੜ ਚੁੱਕੇ ਨੇ ਤੇ 76 ਇਸ ਟਾਈਮ ਸਾਡੇ ਨਾਲ ਪਾਰਟਿਸਪੈਂਟਸ ਜੁੜ ਚੁੱਕੇ ਨੇ 76, ਤੇ ਉਮੀਦ ਹੈ ਕਿ ਅਸੀਂ ਜਿਹੜੇ ਹੈਗੇ ਮੋਰ ਦੈਨ 100 ਪਾਰਟਿਸਪੈਂਟਸ ਦਾ ਅੱਜ ਅਸੀਂ ਇਹ ਵੈਬੀਨਾਰ ਰੱਖਿਆ। ਸੋ ਇੱਕ ਵਾਰ ਫਿਰ ਤੋਂ ਮੈਂ ਸਾਡੇ ਸਾਰੇ ਪੈਨਲਿਸਟਸ ਵੱਲੋਂ ਤੇ ਆਪਣੇ ਵੱਲੋਂ ਸਾਰਿਆਂ ਦਾ ਇਸ ਵੈਬੀਨਾਰ ਵਿੱਚ ਜੁੜਨ ਤੇ ਸਵਾਗਤ ਕਰਦਾ। ਤੋ ਹੁਣ ਜਿਵੇਂ ਆਪਾਂ ਵੈਬੀਨਾਰ ਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸਤਨਾਮ ਸਿੰਘ ਜੀ ਸੰਧੂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਵੈਲਕਮ ਕਰਦਾ ਜੀ ਕਿ ਉਹਨਾਂ ਨੇ ਆਪਣੇ ਬੜੇ ਰੁਝੇਵੇਂ ਦੇ ਵਿੱਚੋਂ ਆਪਣਾ ਸਮਾਂ ਕੱਢਿਆ। ਤੇ ਸਰਦਾਰ ਸਤਨਾਮ ਸਿੰਘ ਜੀ ਸੰਧੂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਇਹ ਉਹ ਵਿਅਕਤੀ ਹਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟ੍ਰੈਂਡ ਸੈੱਟ ਕੀਤੇ ਨੇ। ਆਪਣਾ ਕੱਦ ਜਿਹੜਾ ਹੈਗਾ ਸੀ ਨਾਮਵਰ ਇੰਸਟੀਟਿਊਸ਼ਨ ਚਲਾ ਕੇ ਪੰਜਾਬ ਦੇ ਵਿੱਚ ਉੱਚਾ ਕੀਤਾ, ਤੇ ਜਿਹੜੇ ਅਸੀਂ ਲੋਕ ਹੈਗੇ ਆ ਜਿਹੜੇ ਸੰਸਥਾਵਾਂ ਚਲਾ ਰਹੇ ਆ ਤੇ ਉਹਨਾਂ ਦਾ ਨਾਮ ਇਹਨਾਂ ਨੇ ਉੱਚਾ ਕੀਤਾ। ਸੋ ਸਰਦਾਰ ਸਤਨਾਮ ਸਿੰਘ ਜੀ ਦਾ ਅਸੀਂ ਬੜਾ ਹਾਰਦਿਕ ਸਵਾਗਤ ਕਰਦੇ ਹਾਂ ਇਸ ਵੈਬੀਨਾਰ ਦੇ ਵਿੱਚ। ਤੋ ਸਭ ਤੋਂ ਪਹਿਲਾਂ ਮੈਂ ਸਰਦਾਰ ਸਤਨਾਮ ਸਿੰਘ ਜੀ ਨੂੰ ਮੇਰਾ ਸਵਾਲ ਹੈ ਕਿ ਸਰਦਾਰ ਸਤਨਾਮ ਸਿੰਘ ਜੀ ਬੀਇੰਗ ਚਾਂਸਲਰ ਯੂਨੀਵਰਸਿਟੀ, ਤੁਸੀਂ ਕੀ ਸਮਝਦੇ ਹੋ ਕਿ ਜਿਹੜੀਆਂ ਸੈਲਫ ਫਾਈਨਾਂਸਡ ਇੰਸਟੀਟਿਊਸ਼ਨਸ ਨੇ ਪੰਜਾਬ ਦੇ ਵਿੱਚ, ਇਹਨਾਂ ਦਾ ਸਿੱਖਿਆ ਜਗਤ ਦੇ ਵਿੱਚ ਕੀ ਯੋਗਦਾਨ ਹੈ, ਸਾਡੀ ਕੀ ਭੂਮਿਕਾ ਹੈ? ਸਰਦਾਰ ਸਤਨਾਮ ਸਿੰਘ ਜੀ। ਧੰਨਵਾਦ ਸਰਦਾਰ ਜਗਜੀਤ ਸਿੰਘ ਜੀ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਤਿਕਾਰ ਸਹਿਤ ਨਮਸਕਾਰ। ਔਰ ਮੈਂ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਜਗਜੀਤ ਸਿੰਘ ਜੀ, ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ, ਜਿਹੜਾ ਤੁਸੀਂ ਉਪਰਾਲਾ ਕੀਤਾ ਹੈ। ਇਸ ਜਿਹੜੀ ਵਿਸ਼ਵ ਵਿਆਪੀ ਮਹਾਮਾਰੀ ਸਾਡੇ ਸਾਹਮਣੇ ਦਰਪੇਸ਼ ਹੋਈ ਹੈ, ਇਹ ਇੱਕ ਇਤਿਹਾਸ ਦੇ ਵਿੱਚ ਬੜੀ ਵਿਲੱਖਣ ਚੁਣੌਤੀ ਹੈ ਇਨਸਾਨੀਅਤ ਨੂੰ, ਮਨੁੱਖਤਾ ਨੂੰ ਜੀ। ਔਰ ਅਸੀਂ ਸਾਰੇ ਆਪਣੇ ਆਪ 'ਚ ਇੱਕ ਪਹਿਲਾ ਤਜਰਬਾ ਕਰ ਰਹੇ ਹਾਂ। ਆਪਣੀ ਜ਼ਿੰਦਗੀ 'ਚ ਇੱਦਾਂ ਦੀ ਗੱਲ ਕਦੇ ਸੁਣੀ ਨਹੀਂ ਇਤਿਹਾਸ ਵਿੱਚ, ਔਰ ਨਾ ਹੀ ਕਦੀ ਦੇਖੀ ਹੈ ਜੀ। ਤੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ, ਸੋਸਾਇਟੀ ਪ੍ਰਪੇਅਰ ਨਹੀਂ ਹੈ, ਕੋਈ ਦੇਸ਼ ਪ੍ਰਪੇਅਰ ਨਹੀਂ ਹੈ, ਕੋਈ ਪਲੈਨਿੰਗ ਨਹੀਂ ਹੈ ਜੀ, ਕੋਈ ਪ੍ਰੋਫੈਸ਼ਨ ਪ੍ਰਪੇਅਰ ਨਹੀਂ ਹੈ ਇਹਦੇ ਵਾਸਤੇ। ਔਰ ਹੁਣ ਜਦੋਂ ਇਹ ਚੁਣੌਤੀ ਇੱਕਦਮ ਸਾਰਿਆਂ ਦੇ ਸਾਹਮਣੇ ਆਈ ਹੈ ਔਰ ਵਿਸ਼ਵ ਵਿਆਪੀ ਹੈ, ਤੇ ਕੋਈ ਕਿਸੇ ਦੂਜੇ ਤੋਂ ਆਸਰਾ ਉਮੀਦ ਰੱਖਣ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਸਕੋਪ ਨਹੀਂ ਹੈ ਜੀ। ਹਰ ਪ੍ਰੋਫੈਸ਼ਨ ਦੇ ਲੋਕ ਆਪਾਂ ਦੇਖ ਰਹੇ ਹਾਂ ਕਿ ਉਹ ਚਾਹੇ ਉਹ IT ਇੰਡਸਟਰੀ ਹੈ, ਚਾਹੇ ਉਹ ਬੈਂਕਿੰਗ ਇੰਡਸਟਰੀ ਹੈ, ਚਾਹੇ ਉਹ ਹੋਰ ਕੋਈ ਇੰਡਸਟਰੀ ਹੈ, ਚਾਹੇ ਉਹ ਕੁਝ ਸਰਕਾਰ ਹੈ, ਉਹ ਆਪਣੇ ਆਪਣੇ ਹਿੱਤਾਂ ਨੂੰ ਲੈ ਕੇ ਬ੍ਰੇਨਸਟੋਰਮਿੰਗ ਕਰ ਰਹੇ ਆ। ਉਹ ਇਸ ਤਰ੍ਹਾਂ ਦੇ ਵੈਬੀਨਾਰ ਕਰਕੇ ਸਾਰੇ ਸਟੇਕ ਹੋਲਡਰਸ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਇਹ ਮੰਥਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਾਂ ਕਿਸ ਡਾਇਰੈਕਸ਼ਨ ਵਿੱਚ ਚੱਲੀਏ, ਕਿਸ ਤਰੀਕੇ ਨਾਲ ਜਿਹੜੇ ਆਪਣੇ ਹਿੱਤ ਨੇ, ਆਪਣੇ ਜਿਹੜੇ ਸਰੋਕਾਰ ਨੇ, ਉਹਨਾਂ ਨੂੰ ਆਪਾਂ ਪ੍ਰੋਟੈਕਟ ਕਰ ਸਕਦੇ ਹਾਂ। ਜਾਂ ਜਿਵੇਂ ਤੁਸੀਂ ਕਿਹਾ ਕਿ ਵਡੇਰੇ ਹਿੱਤਾਂ ਵਾਸਤੇ ਕਿ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਚਾਹੇ ਉਹ ਵਿਦਿਆਰਥੀ ਨੇ, ਚਾਹੇ ਉਹ ਸਾਡੇ ਅਧਿਆਪਕ ਵਰਗ ਹੈ, ਟੀਚਰ ਨੇ ਜੀ, ਉਹਨਾਂ ਸਾਰਿਆਂ ਦੀਆਂ ਆਸਾਂ ਉਮੀਦਾਂ ਵੀ ਅਸੀਂ ਹੈ। ਉਹ ਵੀ ਸਾਡੇ ਮੂੰਹ ਵੱਲ ਦੇਖ ਰਹੇ ਆ ਕਿ ਅਸੀਂ ਕੀ ਫੈਸਲਾ ਲੈਣੇ ਆ, ਅਸੀਂ ਕਿਸ ਤਰੀਕੇ ਨਾਲ ਚਲਾਉਣੇ ਆ ਜੀ। ਤਾਂ ਮੈਂ ਸਮਝਦਾ ਕਿ ਅਸੀਂ ਥੋੜਾ ਲੇਟ ਹੈ, ਪਰ ਦੇਰ ਆਏ ਦਰੁਸਤ ਆਏ। ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ, ਪਰ ਇਹ ਮੈਂ ਚਾਹੁੰਦਾ ਕਿ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਹਿੰਮਤ ਕਰਕੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕੀਤਾ ਜੀ। ਔਰ ਅੱਜ ਅਸੀਂ ਰੂਬਰੂ ਹੋ ਕੇ ਗੱਲਬਾਤ ਕਰਾਂਗੇ। ਤੁਹਾਡਾ ਸਵਾਲ ਸੀ ਕਿ ਸਾਡਾ ਯੋਗਦਾਨ ਕੀ ਹੈ। ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਕਰਮਯੋਗੀ ਲੋਕ ਬੈਠੇ ਹੋ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਇਹ ਮਹਿਲ ਉਸਾਰੇ ਨੇ, ਸਿੱਖਿਆ ਦੇ ਮੰਦਿਰ ਉਸਾਰੇ ਨੇ। ਔਰ ਜਦੋਂ ਅਸੀਂ ਅਗਰ ਆਪਣੇ ਪੰਜਾਬ ਦੇ ਕੰਟੈਕਸਟ ਵਿੱਚ ਦੇਖਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਐਜੂਕੇਸ਼ਨ ਤੋਂ ਵੱਡਾ ਕੋਈ ਇੰਪਲਾਇਰ ਹੈਗਾ ਜੀ, ਐਜੂਕੇਸ਼ਨ ਤੋਂ ਵੱਡੀ ਕੋਈ ਇਨਵੈਸਟਮੈਂਟ ਹੈਗੀ ਆ ਪੰਜਾਬ 'ਚ। ਕੋਈ ਵੀ ਕ੍ਰੋਸ ਇੰਡਸਟਰੀ ਤੁਸੀਂ ਦੇਖ ਲਓਗੇ ਤੇ ਐਜੂਕੇਸ਼ਨ ਇੱਕ ਵਾਹਿਦ ਐਸਾ ਫੀਲਡ ਹੈ ਜਿਹਨੇ ਸਭ ਤੋਂ ਵੱਧ ਰੁਜ਼ਗਾਰ ਦਿੱਤਾ, ਜਿਹਨੇ ਡਾਇਰੈਕਟ ਇਨਡਾਇਰੈਕਟ ਲੋਕਾਂ ਦੀ ਨਿਰਭਰਤਾ, ਜਿਹੜੀ ਆਰਥਿਕ ਨਿਰਭਰਤਾ ਹੈ, ਉਹ ਤੁਸੀਂ ਦੇਖੋਗੇ ਉਹ ਸਾਰੀ ਐਜੂਕੇਸ਼ਨ ਤੇ ਹੈ ਜੀ। ਲੇਕਿਨ ਅਨਫੋਰਚੂਨੇਟਲੀ ਇਹ ਕਹਾਂਗੇ ਕਿ ਸਾਡੀ ਕਮਜ਼ੋਰੀ ਕਹਿ ਲਓ ਜਾਂ ਇਹ ਮੰਦਭਾਗੀ ਗੱਲ ਹੈ ਕਿ ਇਸ ਯੋਗਦਾਨ ਨੂੰ ਰੈਕੋਗਨਾਈਜ਼ ਸੋਸਾਇਟੀ ਵੱਲੋਂ ਨਹੀਂ ਕੀਤਾ ਗਿਆ। ਮੈਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਜੀ, ਸੋਸਾਇਟੀ ਐਟ ਲਾਰਜ। ਜਦੋਂ ਅਸੀਂ ਸਮਾਜ ਵਿੱਚ ਵੀ ਵਿਚਰਦੇ ਹਾਂ ਤਾਂ ਜੋ ਸਤਿਕਾਰ ਮਿਲਣਾ ਚਾਹੀਦਾ ਹੈ ਇੱਕ ਐਜੂਕੇਸ਼ਨਿਸਟ ਨੂੰ, ਉਹ ਮੈਨੂੰ ਨਜ਼ਰ ਨਹੀਂ ਆਉਂਦਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ
ਸਾਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਜੀ ਤੋ ਇਹ ਇੱਕ ਸਾਡੇ ਸਾਹਮਣੇ ਲਾਰਜਰ ਏਜੰਡਾ ਹੈਗਾ, ਵੱਡਾ ਏਜੰਡਾ ਹੈਗਾ ਕਿ ਸਮਾਜ ਦੇ ਵਿੱਚ ਅੱਜ ਜਦੋਂ ਇਹ ਵਿਪਤਾ ਬਣੀ ਹੈ, ਤੁਸੀਂ ਘਟਨਾਕ੍ਰਮ ਦੇਖੋਗੇ, ਚਾਹੇ ਉਹ ਨੈਸ਼ਨਲ ਗਵਰਨਮੈਂਟ ਹੈਗੀ ਆ, ਚਾਹੇ ਉਹ ਸਾਡੀ ਸਟੇਟ ਗਵਰਨਮੈਂਟ ਹੈਗੀ ਆ, ਚਾਹੇ ਕੋਈ ਹੋਰ ਬੋਡੀ ਹੈਗੀਆਂ ਨੇ, ਜੀ ਉਹ ਸਾਨੂੰ ਟੇਕਨ ਫਾਰ ਗ੍ਰਾਂਟਡ ਲੈ ਰਹੇ ਆ ਕਿ ਇਹਨਾਂ ਲੋਕਾਂ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਲੋਕਾਂ ਨਾਲ ਕੋਈ ਸਲਾਹ ਕਰਨ ਦੀ ਜ਼ਰੂਰਤ ਨਹੀਂ ਹੈ, ਇਹਨਾਂ ਲੋਕਾਂ ਦੇ ਨਾਲ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਤੋ ਜੋ ਅਸੀਂ ਕਹਾਂਗੇ ਬਾਈ ਡਿਫਾਲਟ ਹੋ ਜਾਣਾ। ਚਲੋ ਅਸੀਂ, ਕਿਉਂਕਿ ਐਜੂਕੇਸ਼ਨ ਕੋਈ ਦੁਕਾਨਦਾਰੀ ਨਹੀਂ ਹੈ, ਐਜੂਕੇਸ਼ਨ ਕੋਈ ਧੰਦਾ ਨਹੀਂ ਹੈ, ਐਜੂਕੇਸ਼ਨ ਇੱਕ ਮਿਸ਼ਨਰੀ ਕੰਮ ਹੈ। ਐਜੂਕੇਸ਼ਨ ਦੇ ਆਬਜੈਕਟਿਵ ਜਿਹੜੇ ਵੱਡੇ ਹੈਗੇ ਨੇ, ਕਿਸੇ ਵੀ ਬਿਜ਼ਨਸ ਤੋਂ ਐਜੂਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਸਮਾਜ ਦੀ ਬਿਹਤਰੀ, ਸਮਾਜ ਦੀ ਉન્નਤੀ ਔਰ ਲੋਕਾਂ ਦੇ ਸਰੋਕਾਰੇ ਦੇ ਵਿੱਚ ਦੇਖੇ ਜਾਂਦੇ ਨੇ, ਤਾਂ ਹੀ ਸ਼ਾਇਦ ਚੈਰੀਟੇਬਲ ਵੀ ਇਹਨੂੰ ਮੰਨਿਆ ਜਾ ਰਿਹਾ ਹੈ। ਸਹੀ ਜੀ। ਲੇਕਿਨ ਸਾਨੂੰ ਲੱਗਦਾ ਹੈ ਕਿ ਸਾਨੂੰ ਵੀ ਪੁੱਛਿਆ ਜਾਣਾ ਚਾਹੀਦਾ ਸੀ, ਕਿਉਂਕਿ ਸਭ ਤੋਂ ਵੱਡਾ ਜਿਹੜਾ ਇੰਪੈਕਟ ਹੈਗਾ ਉਹ ਸਾਡੇ ਉੱਪਰ ਹੀ ਇਸ ਚੀਜ਼ ਦਾ ਹੋਣ ਜਾ ਰਿਹਾ ਹੈ। ਮੰਨ ਲਓ ਕਿ ਸਰਕਾਰ ਨੇ ਫੈਸਲਾ ਕੀਤਾ, ਚਾਹੇ ਉਹ ਸੈਂਟਰ ਗਵਰਨਮੈਂਟ ਨੇ ਚਾਹੇ ਸਟੇਟ ਗਵਰਨਮੈਂਟ ਨੇ, ਕਿ ਤੁਸੀਂ ਕਿਸੇ ਤੋਂ ਫੀਸ ਨਹੀਂ ਵਸੂਲਣੀ, ਤੁਸੀਂ ਕਿਸੇ ਦੀ ਤਨਖਾਹ ਨਹੀਂ ਰੋਕਣੀ, ਜਾਂ ਤੁਸੀਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਅਸੀਂ ਸਰਕਾਰ ਦੇ ਨਾਲ ਹੈ, ਅਸੀਂ ਸਮਾਜ ਦਾ ਹਿੱਸਾ ਹੈ। ਮੈਂ ਵੇਖਿਆ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਲੋਕਾਂ ਦੀ ਸੇਵਾ ਵਾਸਤੇ ਅਕੈਡਮਿਕਸ ਤੋਂ ਵੱਧ ਕੇ ਅੱਗੇ ਆਈਆਂ। ਜਿੱਥੇ ਬਾਕੀ ਫੈਕਟਰੀਆਂ ਵਾਲੇ ਫੈਕਟਰੀਆਂ ਬੰਦ ਕਰਕੇ ਘਰਾਂ ਨੂੰ ਚਲੇ ਗਏ, ਉੱਥੇ ਸਾਡੇ ਸਿੱਖਿਆ ਅਦਾਰੇ ਨੇ ਜਿਹੜੇ ਮੈਦਾਨ ਵਿੱਚ ਆ ਕੇ ਲੋਕਾਂ ਨੂੰ ਲੰਗਰ ਵੀ ਲੋਕ ਛਕਾ ਰਹੇ ਨੇ, ਆਪਦੀਆਂ ਫੈਸਿਲਿਟੀਜ਼ ਜਿਹੜੀਆਂ ਉਹਨਾਂ ਕੋਲ ਅਕੋਮੋਡੇਸ਼ਨ ਹੈਗੀ ਆ ਉਹ ਵੀ ਕੁਆਰੰਟਾਈਨ ਕਰਨ ਵਾਸਤੇ ਆਫਰ ਕਰ ਰਹੇ ਨੇ ਜੀ। ਜਿੱਥੇ ਜਿੱਥੇ ਜੋ ਕਿਸੇ ਦੀ ਸਮਰੱਥਾ ਹੈ ਉਹ ਐਜੂਕੇਸ਼ਨ ਵਾਲੇ ਲੋਕ, ਕਿਉਂਕਿ ਅਸੀਂ ਧੰਦਾ ਨਹੀਂ ਕਰ ਰਹੇ ਜੀ, ਅਸੀਂ ਇੱਕ ਸੋਚ ਨੂੰ ਲੈ ਕੇ, ਇੱਕ ਫਿਲਾਸਫੀ ਨੂੰ ਲੈ ਕੇ, ਇੱਕ ਮਿਸ਼ਨ ਨੂੰ ਲੈ ਕੇ ਇਸ ਖੇਤਰ ਵਿੱਚ ਕੰਮ ਕਰ ਰਹੇ ਹਾਂ। ਤਾਂ ਸਾਨੂੰ ਸਮਾਜ ਦਾ ਦਰਦ ਹੈ। ਲੇਕਿਨ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਸਰਕਾਰੀ ਪੱਧਰ ਤੇ ਮੀਟਿੰਗਾਂ ਹੋਈਆਂ, ਵੈਬੀਨਾਰ ਹੋਏ, ਇੰਟਰੈਕਸ਼ਨਸ ਹੋਈਆਂ, ਪੋਲੀਟੀਕਲ ਨਾਨ ਪੋਲੀਟੀਕਲ ਹੋਈਆਂ, ਇੰਡਸਟਰੀ ਦੀਆਂ ਹੋਈਆਂ ਜੀ। ਉੱਥੇ ਐਜੂਕੇਸ਼ਨ ਦੀ ਅਣਹੋਂਦ ਰਹੀ ਹੈ। ਐਜੂਕੇਸ਼ਨ ਦੀ ਨੁਮਾਇੰਦਗੀ ਦੀ ਗੱਲ ਕਰੀਏ ਤਾਂ ਹੁਣ ਹੋਂਦ ਰਹੀ ਹੈ। ਔਰ ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਇੱਕ ਜਿਹੜਾ ਸਭ ਤੋਂ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਸਾਨੂੰ ਸਮਾਜ ਰੈਕੋਗਨਾਈਜ਼ ਕਿਉਂ ਨਹੀਂ ਕਰ ਰਿਹਾ। ਬਿਲਕੁਲ ਜੀ। ਸਾਡੀ ਕੰਟਰੀਬਿਊਸ਼ਨ ਨੂੰ, ਸਾਡੀ ਸੇਵਾ ਨੂੰ ਉਸ ਨਜ਼ਰੀਏ ਨਾਲ ਕਿਉਂ ਨਹੀਂ ਦੇਖਿਆ ਜਾ ਰਿਹਾ। ਤੋ ਅੱਜ ਦਾ ਜਿਹੜਾ ਸਮਾਂ ਹੈ, ਮੈਂ ਸਮਝਦਾ ਕਿ ਇਹਦੇ ਵਾਸਤੇ ਟਾਈਮ ਲੱਗਣਾ ਹੈ, ਲੇਕਿਨ ਸਾਨੂੰ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਸਮਾਜ ਦੇ ਵਿੱਚ ਜਿਹੜੀ ਆਪਣੀ ਪੋਜੀਸ਼ਨਿੰਗ ਹੈਗੀ ਆ, ਜਿਹੜੀ ਇੱਕ ਸਤਿਕਾਰ ਹੈਗਾ, ਕਿਉਂਕਿ ਅਧਿਆਪਕ ਦਾ ਦਰਜਾ ਬਹੁਤ ਉੱਚਾ, ਲੇਕਿਨ ਜਿਹੜੇ ਸਿੱਖਿਆਦਾਨੀ ਨੇ ਉਹਨਾਂ ਦਾ ਦਰਜਾ ਵੀ ਘੱਟ ਨਹੀਂ ਹੈ। ਉਹਨਾਂ ਨੇ ਵੀ, ਚਾਹੇ ਉਹ ਅਧਿਆਪਕ ਨੇ। ਸਰਦਾਰ ਸਤਨਾਮ ਸਿੰਘ ਜੀ, ਮੈਂ 1 ਮਿੰਟ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ। ਜਿਵੇਂ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਪੰਜਾਬ ਦੇ ਸਭ ਤੋਂ ਵੱਡੇ ਐਮਪਲਾਇਰ ਜਿਹੜੇ ਹੈਗੇ ਆ ਉਹ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੀ ਆ, ਕਿਉਂਕਿ ਸਾਡੇ ਇੰਡਸਟਰੀ ਨਾਮਾਤਰ ਹੈਗੀ ਹੈ, ਹੋਰ ਸਾਡੇ ਜਿਹੜੇ ਰੋਜ਼ਗਾਰ ਦੇ ਸਾਧਨ ਬਹੁਤ ਘੱਟ ਨੇ। ਤਾਂ ਐਡੇ ਵੱਡੇ ਐਮਪਲਾਇਰ ਹੋਣ ਦੇ ਬਾਵਜੂਦ, ਜਿਵੇਂ ਤੁਸੀਂ ਗੱਲ ਕਹੀ ਹੈ ਵੀ ਸਾਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ, ਤਾਂ ਮੈਂ ਜਾਣਨਾ ਚਾਹੂੰਗਾ ਵੀ ਤੁਸੀਂ ਕੀ ਸਮਝਦੇ ਹੋ, ਇਹਦੇ ਪਿੱਛੇ ਕੀ ਕਾਰਨ ਨੇ, ਤੇ ਤੁਸੀਂ ਕੀ ਸਮਝਦੇ ਹੋ ਵੀ ਇਹਨੂੰ ਕਿਵੇਂ ਆਪਾਂ ਠੀਕ ਕੀਤਾ ਜਾ ਸਕਦਾ ਤਾਂ ਕਿ ਅਸੀਂ ਜਿਹੜਾ ਸਮਾਜ ਦੇ ਵਿੱਚ ਆਪਦਾ ਬਣਦਾ ਜਿਹੜਾ ਸਨਮਾਨ ਹਾਸਲ ਕਰ ਸਕੀਏ। ਜਗਜੀਤ ਸਿੰਘ ਜੀ, ਬੜਾ ਵਾਜਿਬ ਤੁਹਾਡਾ ਸਵਾਲ ਹੈਗਾ, ਔਰ ਮੈਂ ਸਮਝਦਾ ਕਿ ਮੇਰੇ ਤੋਂ ਸਿਆਣੇ ਸੱਜਣ ਇੱਥੇ ਬੈਠੇ ਹੋਏ ਨੇ, ਮੇਰੇ ਤੋਂ ਜ਼ਿਆਦਾ ਤਜਰਬਾ ਰੱਖਣ ਵਾਲੇ। ਪਰ ਬੁਨਿਆਦੀ ਚੀਜ਼ਾਂ ਨੇ ਕਿਸੇ ਵੀ ਪ੍ਰੋਫੈਸ਼ਨ ਦੇ ਜਿਹੜੇ ਲੋਕ ਨੇ, ਸਭ ਤੋਂ ਪਹਿਲਾਂ ਹੈ ਕਿ ਉਹ ਇੱਕ ਪਲੇਟਫਾਰਮ, ਉਹਨਾਂ ਦਾ ਮੰਚ ਕਿੰਨਾ ਕੁ ਸਟਰੋਂਗ ਹੈਗਾ, ਉਹਨਾਂ ਦੀ ਇਕਜੁੱਟਤਾ ਕਿੰਨੀ ਹੈਗੀ ਆ, ਔਰ ਉਹਨਾਂ ਦਾ ਜਿਹੜਾ ਸਾਂਝਾ ਫਰੰਟ ਹੈਗਾ, ਜੋ ਤੁਸੀਂ ਜੈ ਕੀਤਾ। ਮੈਂ ਇਹ ਨਹੀਂ ਕਹਿੰਦਾ ਕਿ ਕੰਮ ਨਹੀਂ ਹੋਇਆ, ਕੰਮ ਬਹੁਤ ਹੋਇਆ ਜੀ, ਲੇਕਿਨ ਅਸੀਂ ਹਮੇਸ਼ਾ ਹੀ ਡਿਫੈਂਸਿਵ ਹੋ ਕੇ ਲੜੇ ਹਾਂ। ਅਸੀਂ ਹਮੇਸ਼ਾ ਹੀ ਜਦੋਂ ਕੋਈ ਪ੍ਰੋਬਲਮ ਆਈ, ਅਸੀਂ ਉਹਦੀ ਲੜਾਈ 'ਚ ਲੜੇ, ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਸ਼ੂ ਹੈ, ਚਾਹੇ ਉਹ ਸਕੂਲਾਂ ਦੀ ਮਾਨਤਾ ਦਾ ਇਸ਼ੂ ਹੈ, ਚਾਹੇ ਸਕੂਲਾਂ ਦੇ ਨਾਲ ਕੋਈ ਹੋਰ ਵਧੀਕੀਆਂ ਦਾ ਇਸ਼ੂ ਹੈ, ਜਾਂ ਪੋਲੀਟੈਕਨਿਕ ਦਾ ਇਸ਼ੂ ਹੈ, ਚਾਹੇ ਬੀਐਡ ਕਾਲਜਾਂ ਦਾ ਇਸ਼ੂ ਹੈ। ਤੁਸੀਂ ਬਹੁਤ ਲੜਾਈਆਂ ਲੜੀਆਂ ਜੀ, ਲੇਕਿਨ ਉਹ ਲੜਾਈਆਂ ਸਾਰੀਆਂ ਡਿਫੈਂਸ ਦੇ ਵਿੱਚ ਰਹੀਆਂ ਜੀ। ਅਸੀਂ ਹਮੇਸ਼ਾ ਹੀ ਰਿਸੀਵਿੰਗ ਐਂਡ ਤੇ ਰਹੇ ਹਾਂ। ਔਰ ਮੈਨੂੰ ਲੱਗਦਾ ਹੈ ਕਿ ਪਰਸੈਪਸ਼ਨ ਜਦੋਂ ਬਿਲਡ ਹੁੰਦੀ ਹੈ, ਉਦੋਂ ਇਹ ਸਾਰੀਆਂ ਚੀਜ਼ਾਂ ਨੂੰ ਦਰਮਦਾਰ ਨੂੰ ਦੇਖ ਕੇ ਹੁੰਦੀ ਹੈ ਕਿ ਦੇਖੋ ਜੀ, ਇਹ ਤਾਂ ਪੋਸਟ ਮੈਟ੍ਰਿਕ ਦੀ ਗੱਲ ਹੀ ਕਰੀ ਜਾ ਰਹੇ ਆ, ਇਹ ਤਾਂ ਸਾਡੇ ਹੱਕ ਨੇ, ਉਹ ਤਾਂ ਹੈ ਹੀ ਹੈ। ਲੇਕਿਨ ਇਹ ਨੌਬਤ ਉਦੋਂ ਆਈ ਹੈ ਕਿ ਜਦੋਂ ਸਾਡੀ ਸਮਾਜ ਦੇ ਵਿੱਚ ਸਾਨੂੰ ਓਪੀਨੀਅਨ ਮੇਕਰ ਹੀ ਨਹੀਂ ਮੰਨਿਆ ਗਿਆ ਹੈਗਾ। ਸਭ ਤੋਂ ਵੱਡੇ ਇਨਫਲੂਐਂਸ਼ਰ ਅਸੀਂ ਹੈਗੇ ਆ, ਸਭ ਤੋਂ ਵੱਡਾ ਇਨਫਲੂਐਂਸ ਸਾਡਾ ਹੈਗਾ, ਚਾਹੇ ਉਹ ਸਟਾਫ ਹੈ, ਚਾਹੇ ਮਾਪੇ ਨੇ, ਚਾਹੇ ਸਟੂਡੈਂਟ ਹੈ, ਚਾਹੇ ਕਿਤੇ ਵੀ ਦੇਖ ਲਓ। ਸਮਾਜ ਦੇ ਵਿੱਚ ਅਗਰ ਜੜ੍ਹਾਂ ਤੱਕ ਕੋਈ ਇੱਕ ਹੈ ਕਿੱਤਾ ਹੈਗਾ ਤੇ ਉਹ ਸਿੱਖਿਆ ਹੈਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਔਰ ਸਪੈਸ਼ਲੀ ਹਾਇਰ ਐਜੂਕੇਸ਼ਨ ਦੇ ਵਿੱਚ, ਸਕੂਲ ਐਜੂਕੇਸ਼ਨ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਮੈਨੂੰ ਉਹਦੇ ਫੈਕਟਸ ਘੱਟ ਪਤਾ ਨੇ, ਲੇਕਿਨ ਹਾਇਰ ਐਜੂਕੇਸ਼ਨ ਦੇ ਵਿੱਚ 95% ਕੰਟਰੀਬਿਊਸ਼ਨ ਪ੍ਰਾਈਵੇਟ ਸੈਕਟਰ ਦਾ ਹੈਗਾ ਜੀ। ਲੇਕਿਨ ਕੀ ਕਿਸੇ ਬੋਰਡ ਦੇ ਵਿੱਚ, ਕਿਸੇ ਐਡਵਾਈਜ਼ਰੀ ਜਗ੍ਹਾ ਦੇ ਉੱਪਰ ਕੋਈ ਰੈਕੋਗਨੀਸ਼ਨ ਹੈ? ਕਿਸੇ ਯੂਨੀਵਰਸਿਟੀ ਦੀ ਸੈਨੇਟ ਸਿੰਡੀਕੇਟ ਦੇ ਵਿੱਚ ਕੋਈ ਸਾਡਾ ਬੰਦਾ ਹੈ?
ਪੀਟੀਯੂ ਦੇ ਕੋਲ, ਪੀਟੀਯੂ ਦੀ ਮੈਂ ਅਗਰ ਗੱਲ ਕਰਾਂ ਜਲੰਧਰ ਦੀ, ਤੇ ਸ਼ਾਇਦ ਮੇਰੀ ਜਾਣਕਾਰੀ ਮੁਤਾਬਕ ਉੱਥੇ 600-700 ਕਰੋੜ ਰੁਪਏ ਦਾ ਉਹਨਾਂ ਕੋਲੇ ਫੰਡ ਜਿਹੜਾ ਹੈ ਉਹ ਜਮ੍ਹਾਂ ਹੋਇਆ, ਕਿਉਂਕਿ ਕਾਲਜਾਂ ਨੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜੀਆਂ ਸਾਡੀਆਂ ਫੀਸਾਂ ਵਧੀਆਂ ਘਟੀਆਂ ਅਸੀਂ ਦਿੰਦੇ ਰਹੇ ਜੀ। ਉਹ ਪੈਸਾ ਕਾਲਜਾਂ ਤੋਂ ਗਿਆ ਹੋਇਆ, ਪੀਟੀਯੂ ਤੋਂ ਆਪਣੇ ਰਿਸੋਰਸ ਹੀ ਨਹੀਂ ਸੀਗੇ। ਲੇਕਿਨ ਕਿਆ ਪੀਟੀਯੂ ਦੇ ਬੋਰਡ ਦੇ ਵਿੱਚ ਜਿੱਥੇ ਡਿਸੀਜਨ ਮੇਕਿੰਗ ਹੁੰਦੀ ਹੈ ਉੱਥੇ ਕਿਸੇ ਕਾਲਜ ਦਾ ਚੇਅਰਮੈਨ, ਕੋਈ ਪ੍ਰਿੰਸੀਪਲ ਉੱਥੇ ਹੈ ਨਹੀਂ ਹੈ। ਉਹ ਇਹ ਸਾਰੀਆਂ ਚੀਜ਼ਾਂ ਕਿ ਸਾਡਾ ਜਿਹੜਾ ਮੈਂ ਸਮਝਦਾ ਕਿ ਕੂਟਨੀਤਿਕ ਪੱਧਰ ਤੇ ਜੀ, ਰਣਨੀਤਿਕ ਪੱਧਰ ਜਿਹੜਾ ਹੈਗਾ ਤੁਹਾਡਾ ਠੀਕ ਹੈ ਕਿ ਤੁਸੀਂ ਲੜਾਈ ਲੜਦੇ ਹੋ, ਲੇਕਿਨ ਕੂਟਨੀਤਿਕ ਪੱਧਰ ਤੇ, ਸਟ੍ਰੈਟਜਿਕ ਪੱਧਰ ਤੇ ਸਾਡੀ ਜਿਹੜੀ ਸਟ੍ਰੈਟਜੀ ਹੀ ਨਹੀਂ ਰਹੀ ਕਿ ਅਸੀਂ ਆਪਣਾ ਕਲੇਮ ਬਣਾਈਏ, ਅਸੀਂ ਆਪਣੇ ਆਪ ਨੂੰ ਪੋਜੀਸ਼ਨ ਕਰੀਏ। ਇੱਕ ਕਾਰਨ ਇਹ ਹੈ ਜੀ, ਇਕਜੁੱਟਤਾ ਹੋਣੀ ਬੜੀ ਜ਼ਰੂਰੀ ਹੈ। ਔਰ ਕਿਤੇ ਨਾ ਕਿਤੇ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਇੱਥੇ ਬੇਨਤੀ ਕਰਨੀ ਚਾਹੂੰਗਾ ਸਾਰਿਆਂ ਨੂੰ ਕਿ ਸਾਡੇ ਸਿਰ ਜ਼ਿੰਮੇਵਾਰੀ ਬਹੁਤ ਵੱਡੀ ਹੈ। ਸਮਾਜ ਸਾਥੋਂ ਉਮੀਦ ਕਰਦਾ ਹੈ ਕਿ ਅਸੀਂ ਸਮਾਜ ਦੀ ਬਿਹਤਰੀ ਦੀਆਂ ਗੱਲਾਂ ਕਰੀਏ, ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰੀਏ, ਅਸੀਂ ਬੱਚਿਆਂ ਦੀ ਬਿਹਤਰੀ ਦੀ ਗੱਲ ਵੀ ਕਰੀਏ। ਜੇ ਅਸੀਂ ਸਿਰਫ ਆਪਣੀ ਡਿਫੈਂਸਿਵ ਲੜਾਈ ਚਲਾਵਾਂਗੇ ਤਾਂ ਸਾਡੀ ਪਰਸੈਪਸ਼ਨ ਕ੍ਰੀਏਟ ਜਿਹੜੀ ਆ ਉਸ ਤਰੀਕੇ ਦੀ ਹੋਏਗੀ। ਮੇਰੀ ਇਹ 2-3 ਮੇਰੇ ਸਮਝਦਾ ਕਿ ਕਾਰਨ ਨੇ ਬੇਸਿਕ ਜਿਹੜੇ ਨੇ ਕਿ ਸਾਨੂੰ ਇਸ ਦੇ ਵਾਸਤੇ ਤਗੜੇ ਹੋਣਾ ਚਾਹੀਦਾ। ਔਰ ਮੈਂ ਇੱਕ ਗੱਲ ਹੋਰ ਵੀ ਇੱਥੇ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਹੈਗੇ ਨੇ ਜਾਤੀ ਤੌਰ ਤੇ ਉਹਨਾਂ ਦੇ ਆਪਣੇ ਬੜੇ ਸੰਬੰਧ ਠੀਕ ਨੇ ਜੀ, ਉਹ ਆਪਣੇ ਤੌਰ ਤੇ ਹਰ ਤਰ੍ਹਾਂ ਦਾ ਕੰਮ ਕਰ ਨਿੱਜੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਅਪਰੋਚ ਕਰਵਾ ਲੈਂਦਾ, ਲੇਕਿਨ ਸੰਗਠਨਾਤਮਕ ਤੌਰ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਉਸ ਪੱਧਰ ਤੇ ਹਾਲੇ ਨਹੀਂ ਪਹੁੰਚੇ। ਜੀ ਸਰਦਾਰ ਸਤਨਾਮ ਸਿੰਘ ਜੀ, ਤੁਸੀਂ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਦੱਸਿਆ ਕਿ ਸਾਡੀ ਜਿਹੜੇ ਪ੍ਰਾਈਵੇਟ ਸੈਲਫ ਫਾਈਨਾਂਸਿੰਗ ਇੰਸਟੀਟਿਊਸ਼ਨਸ ਦਾ ਸਿੱਖਿਆ ਦੇ ਵਿੱਚ ਕੀ ਯੋਗਦਾਨ ਹੈ, ਤੇ ਨਾਲ ਹੀ ਇਸ ਗੱਲ ਦੀ ਚਿੰਤਾ ਵੀ ਪ੍ਰਗਟਾਈ ਹੈ ਵੀ ਕਿ ਸਾਨੂੰ ਸਾਡਾ ਬਣਦਾ ਸਨਮਾਨ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ। ਕਿਉਂਕਿ ਮੈਨੂੰ ਇਹ ਲੱਗਦਾ ਵੀ ਜੇ ਕਿਤੇ ਅੱਜ ਦੇ ਦੌਰ ਦੇ ਵਿੱਚ ਜਾਂ ਪਹਿਲਾਂ ਵੀ ਆਪਾਂ ਝਾਤ ਮਾਰੀਏ, ਜੇ ਕੋਈ ਇੱਕ ਅਨਾਜ ਦੀ ਬੋਰੀ ਵੀ ਦਾਨ ਕਰਦਾ ਉਹਨੂੰ ਬੜਾ ਦਾਨ ਮੰਨਿਆ ਜਾਂਦਾ ਤੇ ਉਸਨੂੰ ਬੜਾ ਹੀ ਉਸ ਦੇ ਵਿੱਚ ਉਭਾਰ ਕੇ ਪੇਸ਼ ਕੀਤਾ ਜਾਂਦਾ। ਮੈਨੂੰ ਬੜੀ ਇਸ ਗੱਲ ਦੀ ਮੈਨੂੰ ਖੁਦ ਨੂੰ ਬੜੀ ਚਿੰਤਾ ਕਿ ਵਿੱਦਿਆ ਦਾਨ ਨੂੰ ਹਜੇ ਤੱਕ ਦਾਨ ਹੀ ਨਹੀਂ ਸਮਝਿਆ ਜਾਂਦਾ ਵੀ ਇਹ ਐਡੇ ਵੱਡੇ ਇੰਸਟੀਟਿਊਸ਼ਨ ਖੜੇ ਕਰਨੇ, ਸੁਸਾਇਟੀਜ਼ ਨੇ, ਤੇ ਉਸ ਤੋਂ ਬਾਅਦ ਐਜੂਕੇਟ ਕਰਨਾ। ਮੇਰੇ ਯਾਦ ਹੈ ਅੱਜ ਵੀ ਪੰਜਾਬ ਦੇ ਵਿੱਚ ਜਦੋਂ ਇੰਜੀਨੀਅਰਿੰਗ ਕਾਲਜ ਨਹੀਂ ਸੀਗੇ, ਬੀਐਡ ਕਾਲਜ ਨਹੀਂ ਸੀ, ਕਿਸੇ ਕਿਸਮ ਦੇ ਕੋਈ ਕਾਲਜ ਨਹੀਂ ਸੀ, ਕਿਉਂਕਿ ਜ਼ਿਆਦਾਤਰ ਜਿਹੜੇ ਉਹ 2004 ਦੇ ਰੇਂਜ ਦੇ ਵਿੱਚ ਜ਼ਿਆਦਾ ਆਏ ਨੇ, ਉਸ ਤੋਂ ਪਹਿਲਾਂ ਵੀ ਆਏ ਨੇ ਕੁਛ। ਉਸ ਤੋਂ ਪਹਿਲਾਂ ਪੰਜਾਬ ਦਾ ਸਾਰਾ ਯੂਥ ਪਹਿਲਾਂ ਮਹਾਰਾਸ਼ਟਰ ਵਿਦਰ ਇਧਰਲੇ ਸਾਈਡਾਂ ਨੂੰ ਰੁਖ ਕਰਦਾ ਹੁੰਦਾ ਸੀ, ਬੀਐਡ ਕਰਨ ਲਈ ਜੰਮੂ ਦਾ ਰੁਖ ਕਰਦਾ ਹੁੰਦਾ ਸੀ। ਸਾਡੀ ਸਰਕਾਰਾਂ ਨੂੰ ਉਸ ਟਾਈਮ ਵੀ ਸਾਡੀ ਚਿੰਤਾ ਨਾ ਹੋਈ ਸਟੇਟ ਦੀ, ਸਾਰਾ ਜੋ ਯੂਥ ਸੀਗਾ ਉਹ ਬਾਹਰ ਜਾਂਦਾ ਸੀ। ਅੱਜ ਫੇਰ ਸਾਡਾ ਜਿਹੜਾ ਯੂਥ ਹੈ ਉਹ ਫੇਰ ਬਾਹਰਲੇ ਦੇਸ਼ਾਂ ਦਾ ਰੁਖ ਕਰ ਰੱਖਿਆ, ਤੇ ਤੁਹਾਡੇ ਵਰਗੇ ਕੁਛ ਐਜੂਕੇਸ਼ਨਿਸਟ ਹੈਗੇ ਨੇ ਜਿਹੜੇ ਇਸ ਅਦਾਰਿਆਂ ਦੇ ਰਾਹੀਂ ਯੂਥ ਨੂੰ ਇੱਥੇ ਰੋਕ ਵੀ ਰਹੇ ਨੇ, ਤੇ ਸਗੋਂ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਪੰਜਾਬ ਦੇ ਵਿੱਚ ਜਾਂ ਚੰਗੇ ਅਦਾਰੇ ਨੇ ਉਹਨਾਂ ਵਿੱਚ ਬਾਹਰਲੇ ਕੰਟਰੀਆਂ ਦਾ ਯੂਥ ਵੀ ਆ ਰਿਹਾ। ਸੋ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਤੇ ਹੁਣ ਅਸੀਂ ਚੱਲਦੇ ਹਾਂ ਜੀ ਨੈਕਸਟ ਸਾਡੇ ਜਿਹੜੇ ਪੈਨਲਿਸਟ ਨੇ, ਸ਼੍ਰੀ ਅਸ਼ੋਕ ਮਿੱਤਲ ਜੀ, ਚਾਂਸਲਰ ਲਵਲੀ ਯੂਨੀਵਰਸਿਟੀ ਪਟਿਆਲਾ। ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇੱਕਦਮ ਇਹ ਲੋਕਡਾਊਨ ਹੋ ਗਿਆ, ਸਾਰੀਆਂ ਹਾਇਰ ਐਜੂਕੇਸ਼ਨ, ਦੂਸਰੇ ਇੰਸਟੀਟਿਊਸ਼ਨ, ਸਕੂਲ ਸਾਰੇ ਦੇ ਸਾਰੇ ਇੱਕਦਮ ਜਿਹੜੇ ਨੇ ਉਹ ਰੁਕ ਗਿਆ ਸਿਸਟਮ। ਸੋ ਇਸ ਜਿਹੜੇ ਦੌਰ ਦੇ ਵਿੱਚ ਅਸੀਂ ਆਪਦੀਆਂ ਸੰਸਥਾਵਾਂ ਨੂੰ ਕਿਵੇਂ ਵਰਕਿੰਗ ਜਾਰੀ ਰੱਖ ਸਕਦੇ ਹਾਂ? ਤੁਸੀਂ ਸਾਨੂੰ, ਕਿਉਂਕਿ ਤੁਸੀਂ ਲੀਡਰ ਹੋ ਗਏ ਪੰਜਾਬ ਦੇ, ਤੁਹਾਨੂੰ ਤੁਸੀਂ ਬਹੁਤ ਸਾਰੇ ਇੰਸਟੀਟਿਊਸ਼ਨਾਂ ਦੇ ਆਈਡਲ ਹੈਗੇ ਹੋ ਤੇ ਤੁਸੀਂ ਹਾਈਟੈਕ ਇੰਸਟੀਟਿਊਸ਼ਨ ਹੈਗੇ ਹੋ, ਤਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਸਾਰਿਆਂ ਦੇ ਨਾਲ ਵੀ ਕਿਸ ਤਰ੍ਹਾਂ, ਕਿਹੜੇ ਵੇ ਆਊਟ ਦੇ ਰਾਹੀਂ ਅਸੀਂ ਜਿਹੜੀ ਆਪਦੀ ਐਜੂਕੇਸ਼ਨ ਇਸ ਦੌਰ ਦੇ ਵਿੱਚ ਜਾਰੀ ਰੱਖ ਸਕਦੇ ਹਾਂ, ਤੇ ਇਸ ਦੌਰ ਦੇ ਵਿੱਚ ਅਸੀਂ ਹੋਰ ਕੀ ਅਸੀਂ ਵਿਦਿਆਰਥੀਆਂ ਦੇ ਹਿੱਤਾਂ ਦੇ ਵਿੱਚ, ਸਾਡੇ EMPLOYEES ਦੇ ਹਿੱਤਾਂ ਵਿੱਚ ਅਸੀਂ ਕਰ ਸਕਦੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੇ ਮੈਂ ਸਰਦਾਰ ਜਗਜੀਤ ਸਿੰਘ ਜੀ ਦਾ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਪਾ ਰਿਹਾ ਹੈਗਾ। ਤੇ ਜਿੰਨੇ ਵੀ ਮੇਰੇ ਭਰਾ, ਮੇਰੇ ਕਾਲਜ ਵਾਲੇ, ਮੇਰੀ ਯੂਨੀਵਰਸਿਟੀ ਵਾਲੇ ਬੈਠੇ ਨੇ, ਉਹਨਾਂ ਨੂੰ ਵੀ ਮੈਂ ਜੀ ਆਇਆਂ ਨੂੰ ਆਖਦਾ ਹਾਂ। ਸੰਧੂ ਸਾਹਿਬ ਨੇ ਬੜੇ ਵਿਸਤਾਰ ਨਾਲ ਸਮਝਾਇਆ ਔਰ ਬੜੇ ਅੱਛੇ ਤਰੀਕੇ ਨਾਲ ਦੱਸਿਆ ਕਿ ਸਾਨੂੰ ਕੀ ਚੈਲੰਜਿਸ ਨੇ, ਆਪਾਂ ਕਿਤੇ ਮਾਰ ਖਾ ਰਹੇ ਹੈਗੇ। ਪਰ ਉਹਦੇ ਵਿੱਚ ਮੈਂ ਪਹਿਲਾਂ ਇਸ ਕੁਐਸਚਨ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਗੱਲ ਦਿਲੋਂ ਕਹਿਣਾ ਚਾਹਾਂਗਾ। ਮੈਂ ਤੇ ਸੰਧੂ ਸਾਹਿਬ ਅੱਜ ਕਾਫੀ ਚਿਰਾਂ ਬਾਅਦ ਇਸ ਫੋਰਮ ਤੇ ਇਕੱਠੇ ਹੋਏ ਹਾਂ। ਧੰਨਵਾਦ ਜਗਜੀਤ ਸਿੰਘ ਜੀ। ਥੈਂਕ ਯੂ ਜੀ। ਤੇ ਜੇ ਆਪਾਂ
ਸਰਕਾਰ ਨਾਲ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਰੈਗੂਲੇਟਰੀ ਬੋਡੀ ਨਾਲ ਆਪਣੀ ਹੋਂਦ ਬਣਾਈ ਨੇ ਜੇ ਆਪਾਂ ਨੂੰ ਇੱਕ ਤੇ ਇਕੱਠਾ ਹੋਣਾ ਜ਼ਰੂਰੀ ਹੈ। ਉਹ ਸ਼ਾਇਦ ਆਪਾਂ ਹੈਗੇ ਵੀ, ਬਟ ਆਪਾਂ ਕਿਸੇ ਵੇਲੇ ਨਾ ਇੱਕ ਦੂਜੇ ਦੀ ਟੰਗ ਖਿੱਚਣ ਲੱਗ ਜਾਂਦੇ ਹੈਗੇ ਜੀ ਕਿ ਇਹ ਬੰਦਾ ਵੱਡਾ ਹੋ ਗਿਆ, ਇਹ ਬੰਦਾ ਛੋਟਾ ਹੋ ਗਿਆ, ਇਹਨੂੰ ਥੱਲੇ ਲਾਈਏ, ਕੁਝ ਇਦਾਂ ਦਾ ਕੰਮ ਕਰੀਏ, ਇਹਨੂੰ ਪਰਸਨਲੀ ਇੱਕ ਪਰਟੀਕੁਲਰ ਜਾਂ 2 ਜਾਂ 5 10 ਆਰਗੇਨਾਈਜੇਸ਼ਨ ਨੂੰ ਲਾਸ ਹੋ ਜਾਏ ਤੇ ਸ਼ਾਇਦ ਉਹਦਾ ਜੀ ਮੈਨੂੰ ਫਾਇਦਾ ਹੋ ਜਾਏਗਾ। ਪਰ ਮੈਂ ਉਹਦੇ ਵਿੱਚ ਇੱਕ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਰੇ ਇਹ ਸੋਚਿਆ ਆਪਾਂ ਆਪਣੀ ਲਾਈਨ ਵੱਡੀ ਕਰਨੀ ਹੈ, ਦੂਜੇ ਦੀ ਨਹੀਂ ਛੋਟੀ ਕਰਨੀ। ਜੀ ਆਪਾਂ ਜਿਸ ਵੇਲੇ ਇਦਾਂ ਦੇ ਕੋਈ ਕੰਮ ਕਰਦੇ ਹੈਗੇ ਤੇ ਸਰਕਾਰ ਨੂੰ ਜਾਂ ਰੈਗੂਲੇਟਰੀ ਬੋਡੀ ਦੇ ਆਫੀਸਰ ਨੂੰ ਮੈਸੇਜ ਚਲਾ ਜਾਂਦਾ ਹੈ ਕਿ ਆਪਸ ਵਿੱਚ ਲੜ ਰਹੇ ਹੈਗੇ ਨੇ ਜੀ ਤੇ ਉਹ ਇਸ ਕਰਕੇ ਕੋਈ ਵੀ ਉਹਨਾਂ ਕੋਲ ਕੋਈ ਵੀ ਗੱਲ ਲੈ ਕੇ ਜਾਵੇ ਜੀ ਉਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਹੈਗਾ। ਜੀ ਉਹ ਸਾਨੂੰ ਛੋਟਾ ਹੀ ਸਮਝਦੇ ਹੈਗੇ ਨੇ, ਜੀ ਸਾਨੂੰ ਹੀ ਨਹੀਂ ਸਮਝਦੇ ਹੈਗੇ ਨੇ ਤੇ ਉਹ ਸਾਡੀ ਕਿਸੇ ਗੱਲ ਦਾ ਵੀ ਕੋਈ ਵੈਲਿਊ ਨਹੀਂ ਕਰਦੇ, ਬਲਕਿ ਸਾਡੀ ਲੜਾਈ ਦਾ ਫਾਇਦਾ ਉਠਾਉਂਦੇ ਨੇ। ਜੀ ਤੇ ਇਹ ਵੀ ਥੋੜਾ ਜਿਹਾ ਆਪਾਂ ਧਿਆਨ ਰੱਖੀਏ ਤੇ ਮੇਰੇ ਖਿਆਲ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੀ ਪਕੜ ਬਣਾ ਪਾਵਾਂਗੇ ਇਹਨਾਂ ਦੇ ਵਿੱਚ। ਜੀ ਰਿਗਾਰਡਿੰਗ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਆਪਾਂ ਕੀ ਕਰ ਸਕਦੇ ਹਾਂ, ਪਹਿਲਾਂ ਤੇ ਮੈਨੂੰ ਬੜੀ ਖੁਸ਼ੀ ਹੈ, ਬੜਾ ਚੰਗਾ ਲੱਗ ਰਿਹਾ ਹੈ ਕਿ ਮੇਰੇ ਸਾਰੇ ਭਰਾ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਬਾਹਰ ਵੀ ਜਿਹੜੇ ਵੀ ਐਜੂਕੇਸ਼ਨ ਸੈਕਟਰ 'ਚ ਹੈਗੇ ਨੇ ਸਾਰੇ ਅਗਰੈਸਿਵਲੀ ਕੰਮ ਕਰ ਰਹੇ ਹੈਗੇ ਨੇ ਔਰ ਬੱਚਿਆਂ ਨੂੰ ਜਿਹੜਾ ਸੈਸ਼ਨ ਚੱਲ ਰਿਹਾ ਉਹਨੂੰ ਪੂਰਾ ਕਰਨ ਦੀ ਸਾਰੇ ਕੋਸ਼ਿਸ਼ ਕਰ ਰਹੇ ਨੇ ਔਰ ਸਾਰਿਆਂ ਨੇ ਆਪਣੇ ਤਰੀਕੇ ਨਾਲ ਬੜੇ ਇਨੋਵੇਟਿਵ ਔਰ ਕ੍ਰੀਏਟਿਵ ਰਸਤੇ ਲੱਭ ਲਏ ਹੈਗੇ ਨੇ। ਜੀ ਆਨਲਾਈਨ ਡਿਲੀਵਰੀ ਐਜੂਕੇਸ਼ਨ ਸਾਰੇ ਹੀ ਕਰ ਰਹੇ ਨੇ ਜੀ ਸਾਰਿਆਂ ਨੇ ਮੇਰੇ ਖਿਆਲ ਆਪਣੇ ਸਿਲੇਬਸ ਵੀ ਪੂਰੇ ਕਰਾ ਲਏ ਹੈਗੇ ਨੇ ਜਾਂ ਕਰਾਉਣ ਵਾਲੇ ਹੈਗੇ ਨੇ, ਘਰ ਬੈਠ ਕੇ ਬੱਚਿਆਂ ਨੂੰ ਪੜ੍ਹਾ ਰਹੇ ਹੈਗੇ ਨੇ ਤੇ ਇਹ ਮੇਰੇ ਖਿਆਲ ਜਿਹੜੀ ਕ੍ਰੀਏਟੀਵਿਟੀ ਆਪਾਂ ਸਾਰਿਆਂ 'ਚ ਇੱਕਦਮ ਆ ਗਈ ਹੈਗੀ ਔਰ ਆਪਾਂ ਉਹਨੂੰ ਇਫੈਕਟਿਵਲੀ ਯੂਜ਼ ਕਰਕੇ ਐਗਜ਼ੀਕਿਊਟ ਕੀਤਾ ਹੈਗਾ ਜੀ ਇਹਦੇ ਲਈ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਮੈਂ ਸਾਰਿਆਂ ਦੇ ਲਈ ਮੈਂ ਤਾਲੀ ਵਜਾ ਕੇ ਸਵਾਗਤ ਕਰਨਾ ਚਾਹਾਂਗਾ ਔਰ ਮੁਬਾਰਕਬਾਦ ਦੇਣਾ ਚਾਹਾਂਗਾ। ਦੂਜਾ ਆਪਾਂ ਮੇਰੇ ਖਿਆਲ ਅਕੈਡਮਿਕ ਸੈਸ਼ਨ ਤੇ ਸਾਰੇ ਤਕਰੀਬਨ ਠੀਕ ਚਲਾ ਹੀ ਰਹੇ ਹੈਗੇ ਨੇ ਔਰ ਅਗਲੇ 2-4-5 ਦਿਨ ਤੱਕ ਖਤਮ ਹੋ ਜਾਏਗਾ। ਜਿਹੜਾ ਨੈਕਸਟ ਚੈਲੰਜ ਆਏਗਾ ਕਿ ਐਗਜ਼ਾਮ ਕਿਵੇਂ ਹੋਣਗੇ। ਜੀ ਇੱਕ ਤੇ ਮੇਰੀ ਜਿਹੜਾ ਅਸੀਂ ਕੀਤਾ ਮੈਂ ਉਹ ਸਾਂਝਾ ਕਰ ਸਕਦਾ ਹੈਗਾ, ਜੇ ਬਾਕੀਆਂ ਨੂੰ ਸੂਟ ਕਰੇ ਉਹ ਵੀ ਬਚ ਸਕਦੇ ਹੈਗੇ ਨੇ ਕਿ ਅਸੀਂ ਜਿਹੜੀ ਸਮਰ ਵੈਕੇਸ਼ਨ ਹੁੰਦੀ ਸੀ ਜੀ ਜੂਨ ਜੁਲਾਈ ਦੇ ਵਿੱਚ ਉਹ ਅਸੀਂ ਪ੍ਰੀਪੋਨ ਕਰਕੇ ਮਈ ਦੇ ਵਿੱਚ ਜਾਂ ਮਿਡ ਜੂਨ ਤੱਕ ਕਰਤੀਆਂ ਹੈਗੀਆਂ ਨੇ ਜੀ ਤੇ ਇਹ ਕਹਿ ਕੇ 15 ਜੂਨ ਦੇ ਬਾਅਦ ਅਸੀਂ ਐਗਜ਼ਾਮ ਲਵਾਂਗੇ, 20 ਜੂਨ ਦੇ ਬਾਅਦ ਅਸੀਂ ਐਗਜ਼ਾਮ ਲਵਾਂਗੇ ਜੀ ਤੇ ਇੱਕ ਆਪਾਂ ਇਹ ਕੰਮ ਕਰ ਸਕਦੇ ਹੈਗੇ ਕਿ ਇੱਕ ਕੋਸ਼ਿਸ਼ ਕਰੀਏ ਕਿ ਛੁੱਟੀਆਂ ਪਹਿਲਾਂ ਕਰ ਦਈਏ ਤਾਂ ਕਿ ਨੈਕਸਟ ਅਕੈਡਮਿਕ ਸੈਸ਼ਨ ਜਿਹੜਾ ਆਪਣਾ ਲੇਟ ਨਾ ਹੋਵੇ। ਸਰ ਮੈਂ ਇੱਥੇ ਥੋੜਾ ਜਿਹਾ ਇੱਕ ਇਸ ਗੱਲ 'ਚ ਰੋਕਣਾ ਚਾਹੂੰਗਾ ਕਿਉਂਕਿ ਤੁਸੀਂ ਇੰਡੀਪੈਂਡੈਂਟ ਬਾਡੀ ਹੈਗੇ ਹੋ ਤੇ ਜਿਹੜੇ ਬਾਕੀ ਜ਼ਿਆਦਾਤਰ ਇੰਸਟੀਟਿਊਸ਼ਨਸ ਨੇ ਉਹ ਕਿਸੇ ਨਾ ਕਿਸੇ ਯੂਨੀਵਰਸਿਟੀ ਨਾਲ ਐਫੀਲੀਏਟਡ ਨੇ, ਮੇਰੇ ਖਿਆਲ 'ਚ ਇਹ ਕੰਟਰੋਲ ਉਹਨਾਂ ਦੇ ਹੱਥਾਂ ਵਿੱਚ ਨਹੀਂ ਹੋਵੇਗਾ, ਤੁਹਾਡੇ ਲਈ ਇਹ ਥੋੜਾ ਈਜ਼ੀ ਹੈਗਾ। ਥੋੜਾ ਠੀਕ ਗੱਲ ਹੈ ਤੁਹਾਡੀ ਜੀ ਪਰ ਇਹਦੇ ਲਈ ਆਪਾਂ ਇਹੀ ਉਹਨਾਂ ਨਾਲ ਬੇਨਤੀ ਤੇ ਕਰ ਸਕਦੇ ਨਾ ਜੀ 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 ਕਿ ਇੱਕ ਪ੍ਰੈਕਟੀਕਲ ਮੁੱਦਾ ਹੈਗਾ ਦੇਸ਼ ਦੇ ਵਿੱਚ ਲਾਕਡਾਊਨ ਚੱਲ ਰਿਹਾ ਹੈਗਾ ਕਿ ਆਪਾਂ ਇਹ ਚੀਜ਼ ਡਿਕਲੇਅਰ ਕਰ ਦਈਏ ਆਫੀਸ਼ੀਅਲੀ ਤਾਂ ਕਿ ਬੱਚਿਆਂ ਨੂੰ ਵੀ ਇੱਕ ਪਤਾ ਲੱਗ ਜਾਏ ਇਹ ਹੋਣ ਵਾਲਾ, ਉਹ ਵੀ ਕੰਫਰਟੇਬਲ ਹੋ ਜਾਣ ਆਪਣੇ ਘਰ ਬੈਠੇ ਜੀ ਉਹਨਾਂ ਨੂੰ ਪ੍ਰੈਸ਼ਰ ਨਾ ਰਹੇ ਜੀ 1 ਮਈ ਨੂੰ ਜਾਂ 4 ਮਈ ਨੂੰ ਅਸੀਂ ਵਾਪਸ ਆਣਾ ਹੈ, ਬੁਕਿੰਗ ਕਰਾਈਏ ਨਾ ਕਰਾਈਏ ਜੀ ਫालतू ਚ ਖਰਚਾ ਕਰਨਗੇ। ਆਪਾਂ ਰੈਗੂਲੇਟਰੀ ਬੋਡੀ ਜਾਂ ਐਫੀਲੀਏਟਿੰਗ ਯੂਨੀਵਰਸਿਟੀ ਨਾਲ ਰਿਕੁਐਸਟ ਕਰਕੇ ਕਾਮਨਲੀ ਸਾਰੇ ਇਕੱਠੇ ਹੋ ਕੇ ਜੀ ਕਰਕੇ ਕਰੀ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਨਹੀਂ ਮੰਨਣਗੇ ਕਿਉਂਕਿ ਮੈਂ ਦੇਖਿਆ ਸਾਰੇ ਸਾਡੇ BC ਸਾਹਿਬ ਸਰਕਾਰੀ ਯੂਨੀਵਰਸਿਟੀ ਦੇ ਬੜੇ ਰਿਸਪੌਂਡਿੰਗ ਹੈਗੇ ਨੇ ਜੀ ਇਹਨਾਂ ਦੀ ਕੋਈ ਵੀ ਆਪਾਂ ਪ੍ਰੋਬਲਮ ਲੈ ਕੇ ਜਾਂਦੇ ਆ ਉਹ ਸੋਲਵ ਕਰਦੇ ਨੇ, ਮੈਂ ਕਿਉਂਕਿ ਪੁੱਟੀਆ ਦੇ ਪਲੇਟਫਾਰਮ ਤੇ ਪੜਦਾ ਰਹਿੰਦਾ ਹੈਗਾ ਜੀ ਤੇ ਆਪਾਂ ਇਮੀਡੀਏਟਲੀ ਕਰ ਸਕਦੇ ਹੈਗੇ। ਜੀ ਤੀਜੀ ਇਸ਼ੂ ਆ ਜਾਏਗੀ ਬਾਈ ਚਾਂਸ ਇੱਕ ਹੋਰ ਵੀ ਅਸੀਂ ਕੰਮ ਕਰ ਰਹੇ ਹੈਗੇ, ਮੈਂ ਸੁਜੈਸ਼ਨ ਹੀ ਹੈਗੀ ਕਿ ਜੇ ਬਾਈ ਚਾਂਸ ਜੂਨ ਦੇ ਵਿੱਚ ਵੀ ਨਾ ਹੋ ਪਾਏ ਤਾਂ ਅਸੀਂ ਆਨਲਾਈਨ ਮੋਡ ਦੇ ਵਿੱਚ ਐਗਜ਼ਾਮ ਕੰਡਕਟ ਕਰ ਸਕਦੇ ਹਾਂ ਬੱਚਿਆਂ ਨੂੰ ਘਰ ਬੈਠੇ, ਉਹ ਅਸੀਂ ਐਕਸਪਲੋਰ ਕਰ ਰਹੇ ਹਾਂ ਪੋਸੀਬਿਲਿਟੀ, ਸੰਧੂ ਸਾਹਿਬ ਵੀ ਕਰ ਰਹੇ ਮੈਂ ਵੀ ਕਰ ਰਿਹਾ ਤੇ ਉਹ ਥੋੜਾ ਮੈਚੁਰ ਹੋ ਜਾਏਗਾ ਤੇ ਆਪਾਂ ਉਹਨੂੰ ਸਾਂਝਾ ਕਰ ਸਕਦੇ ਹੈਗੇ। ਬਟ ਅਗੇਨ ਤੁਹਾਨੂੰ ਫਿਰ ਐਫੀਲੀਏਟਿੰਗ ਯੂਨੀਵਰਸਿਟੀ ਨੂੰ ਰਿਕੁਐਸਟ ਕਰਨੀ ਪੈਣੀ ਉਹਦੇ ਲਈ। ਜੀ 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 ਬਾਕੀ ਰਹਿ ਗਿਆ ਜੇ ਐਡਮਿਸ਼ਨ ਦਾ ਕਿ ਐਡਮਿਸ਼ਨ ਕਿਵੇਂ ਕਰੀਏ ਜੀ ਤੇ ਉਹ ਵੀ ਮੇਰੇ ਖਿਆਲ ਕੋਸ਼ਿਸ਼ ਕਰ ਸਕਦੇ ਹਾਂ ਕਿ ਆਨਲਾਈਨ ਮੋਡ ਨਾਲ ਆਨਲਾਈਨ ਤਰੀਕੇ ਨਾਲ ਬੱਚਿਆਂ ਕੋਲ ਆਪਾਂ ਜਿਵੇਂ ਪਹੁੰਚ ਸਕੀਏ ਥਰੂ ਇੰਟਰਨੈਟ ਸਰਵਿਸਿਜ਼ ਉਹ ਕਰਕੇ ਕੋਸ਼ਿਸ਼ ਕਰਦੇ ਰਹੀਏ। ਜੇ ਐਡਮਿਸ਼ਨ ਹੋ ਸਕਦੇ ਤਾਂ ਜ਼ਰੂਰ ਕਰਨੇ ਚਾਹੀਦੇ ਹੈਗੇ ਨੇ ਜੀ ਥੋੜੀ ਟੋਕਨ ਫੀਸ ਲੈ ਲਈਏ, ਪੂਰੀ ਨਹੀਂ ਮਿਲਦੀ ਤੇ ਉਸ ਤਰੀਕੇ ਨਾਲ ਥੋੜਾ ਆਪਾਂ ਟਰਾਈ ਕਰ ਸਕਦੇ ਹੈਗੇ ਜੀ
ਇੱਕ ਫੀਸ ਸਰਕਾਰ ਅਲਾਉ ਨਹੀਂ ਕਰੀ ਹੈਗੀ ਸਾਨੂੰ ਲੈਣਾ, ਉਹਦੇ ਲਈ ਮੇਰੇ ਖਿਆਲ ਆਪਾਂ ਫੈਸਲਾ ਕਰ ਲੈਂਦੇ ਆ ਕਿ ਵੀ ਮਿਲ ਕੇ ਉਹਦੇ ਤੇ ਸਰਕਾਰ ਆਪਾਂ ਨੂੰ ਡਿਸਕਸ਼ਨ ਤੇ ਆਉਣੇ ਆ ਜੀ। ਜੀ ਹਾਂ, ਬੇਨਤੀ ਕਰੀਏ ਕਿ ਉਹ ਸਾਨੂੰ ਜੀ ਫੀਸ ਅਲਾਉ ਕਰਨ, ਜਿਹੜਾ ਬੱਚਾ ਦੇਣਾ ਚਾਹੁੰਦਾ ਉਹ ਤੇ ਦੇਵੇ। ਜੀ ਜੀ ਤੇ ਜੀ ਮੇਰੇ ਖਿਆਲ ਇਹੀ ਪੁਆਇੰਟ ਆਣਗੇ ਲੋਕਡਾਊਨ ਪੀਰੀਅਡ ਦੇ ਵਿੱਚ। ਬਾਕੀ ਜੀ ਸਰ ਜੀ ਸਟੇ ਸੇਫ ਵਾਲਾ ਤੇ ਸਲੋਗਨ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਆਪਾਂ ਉਹ ਕਰ ਹੀ ਰਹੇ ਹੈਗੇ, ਸਾਰੇ ਵਧੀਆ ਤਰੀਕੇ ਨਾਲ ਕਰ ਰਹੇ। ਜੀ ਮੈਂ ਸਰ ਇੱਥੇ ਤੁਹਾਡੇ ਤੋਂ ਇੱਕ ਲਾਸਟ ਦੇ ਵਿੱਚ ਇੱਕ ਸੁਜੈਸ਼ਨ ਲੈਣਾ ਚਾਹੂੰਗਾ ਵੀ ਅਸੀਂ ਬੀਇੰਗ ਐਜੂਕੇਸ਼ਨ ਇੰਸਟੀਟਿਊਸ਼ਨਸ, ਸਾਡੀਆਂ ਵੀ ਕੁਝ ਡਿਊਟੀਜ਼ ਵੀ ਨੇ, ਜਿੱਥੇ ਸਾਡੀਆਂ ਕੁਝ ਡਿਮਾਂਡਸ ਨੇ ਕਿ ਜਿਵੇਂ ਅਸੀਂ ਗੱਲ ਕੀਤੀ ਅਸੀਂ ਸਭ ਤੋਂ ਵੱਡੇ EMPLOYER ਹੈਗੇ ਆ ਤੇ ਅਸੀਂ ਵਿੱਦਿਆ ਦਾਨ ਵੀ ਕਰਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜੇ ਹੁਣ ਸਾਡਾ ਇਸ ਟਾਈਮ ਸਟੇਜ ਚੱਲ ਰਹੀ ਹੈ, ਇੱਥੇ ਤੁਸੀਂ ਕੀ ਸਮਝਦੇ ਹੋ ਵੀ ਸਾਡਾ ਐਜੂਕੇਸ਼ਨ ਇੰਸਟੀਟਿਊਸ਼ਨ ਦਾ ਇਸ ਲੋਕਡਾਊਨ ਦੇ ਦੌਰਾਨ, ਕਰੋਨਾ ਦਾ ਅਗਰ ਪਰਮਾਤਮਾ ਨਾ ਕਰੇ ਕੁਛ ਐਸਾ ਵਾਪਰਦਾ, ਤਾਂ ਉੱਥੇ ਸਾਡਾ ਕੀ ਯੋਗਦਾਨ ਬਣਦਾ ਸਮਾਜ ਪ੍ਰਤੀ, ਜਾਂ ਸਾਡਾ ਕੀ ਸਾਡੀ ਗਵਰਨਮੈਂਟ ਪ੍ਰਤੀ ਕੀ ਆਪਾਂ ਜਿਹੜਾ ਹੈਗਾ ਕੰਟਰੀਬਿਊਟ ਕਰ ਸਕਦੇ ਹਾਂ? ਭਾਈ ਸਾਹਿਬ ਮੇਰੇ ਖਿਆਲ ਮੈਂ ਬੜਾ ਛੋਟਾ ਹੈਗਾ ਇਸ ਗੱਲ ਨੂੰ ਬਖਾਨ ਕਰਨ ਲਈ, ਬਟ ਮੈਂ ਦੇਖ ਰਿਹਾ ਜਿੰਨੇ ਵੀ ਆਪਣੇ ਭਰਾ ਹੈਗੇ ਨੇ ਐਜੂਕੇਸ਼ਨ ਸੈਕਟਰ ਦੇ, ਕਾਲਜ ਵਾਲੇ, ਸਕੂਲ ਵਾਲੇ, ਯੂਨੀਵਰਸਿਟੀ ਵਾਲੇ, ਸਾਰੇ ਹੀ ਆਪਣੇ ਆਪਣੇ ਲੈਵਲ ਤੇ ਅੱਗੇ ਵੱਧ ਕੇ ਸੋਸਾਇਟੀ ਲਈ ਕੰਮ ਕਰ ਰਹੇ ਨੇ ਜੀ। ਲੰਗਰ ਲਗਾ ਰਹੇ ਨੇ ਔਰ ਇਕਵਿਪਮੈਂਟ ਦੇ ਰਹੇ ਨੇ, ਮਾਸਕ ਵੰਡ ਰਹੇ ਹੈਗੇ ਨੇ, ਸਰਕਾਰ ਨੂੰ ਪੈਸਾ ਦੇ ਰਹੇ ਨੇ, ਇੱਕ ਦਿਨ ਦੀ ਸੈਲਰੀ ਕੱਟ ਕੇ ਸਰਕਾਰ ਨੂੰ ਦੇ ਰਹੇ ਹੈਗੇ ਨੇ, ਡੋਨੇਸ਼ਨ ਕਰਵਾ ਕੇ ਦੇ ਰਹੇ ਹੈਗੇ। ਤੇ ਕਿਤੇ ਕੋਈ ਪ੍ਰੋਬਲਮ ਆਂਦੀ ਹੈ ਆਪਾਂ ਆਪਣੇ ਸੈਂਟਰ ਬਣਾ ਰਹੇ ਹੈਗੇ, ਤੇ ਮੇਰੇ ਖਿਆਲ ਸਾਰੇ ਹੀ ਆਪਣੇ ਲੈਵਲ ਤੇ ਬੜਾ ਖੁੱਲ ਕੇ ਸਪੋਰਟ ਕਰ ਰਹੇ ਹੈਗੇ ਨੇ ਜੀ। ਤੇ ਮੇਰੇ ਖਿਆਲ ਉਹੀ ਆਪਾਂ ਠੀਕ ਕरें ਤਾਂ ਅੱਗੇ ਕਰਦੇ ਰਹੀਏ। ਜੇ ਫਿਰ ਵੀ ਕੋਈ ਨਵੀਂ ਲੋੜ ਏਦਾਂ ਦੀ ਆ ਜਾਂਦੀ ਹੈ ਸਰਕਾਰ ਨੂੰ ਜਾਂ ਸੋਸਾਇਟੀ ਨੂੰ, ਉਹਦੇ ਲਈ ਮੇਰੇ ਖਿਆਲ ਆਪਾਂ ਸਾਰੇ ਤਿਆਰ ਹੈਗੇ ਨੇ, ਤੇ ਉਹਦੇ ਲਈ ਮੈਂ ਕੀ ਦੱਸਾਂਗਾ। ਜੀ 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 ਧੰਨਵਾਦ ਸਰ। ਅਸ਼ੋਕ ਜੀ, ਇੱਕ ਸਰ ਨੇ ਗੱਲ ਕੀਤੀ, ਬੜੇ ਅੱਛੇ ਸੁਜੈਸ਼ਨ ਦਿੱਤੇ ਨੇ, ਚਾਹੇ ਇਹ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਨੇ, ਵੀ ਜਿਹੜੇ ਛੁੱਟੀਆਂ ਨੇ ਉਹ ਕਾਮਨਲੀ ਗਵਰਨਮੈਂਟ ਨੂੰ ਲਿਖਿਆ ਜਾ ਸਕਦਾ। ਜਦੋਂ ਪ੍ਰਾਈਵੇਟ ਯੂਨੀਵਰਸਿਟੀਜ਼ ਵੀ ਇੰਟੀਮੇਟ ਕਰਨਗੀਆਂ ਗਵਰਨਮੈਂਟ ਨੂੰ ਵੀ ਅਸੀਂ ਛੁੱਟੀਆਂ ਕਰਨ ਜਾ ਰਹੇ ਹਾਂ, ਤੇ ਉਸ ਪੈਟਰਨ ਦੇ ਉੱਤੇ ਜਿਹੜੀਆਂ ਸਾਰੀਆਂ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਵੀ ਕਾਮਨਲੀ ਲਿਖ ਸਕਦੀਆਂ ਨੇ। ਇਹ ਬਾਅਦ ਦੇ ਵਿੱਚ ਜਿਹੜਾ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਚ ਇਹ ਵਿਚਾਰ ਲਿਆ ਜਾਊਗਾ। ਤੇ ਇਸ ਤਰ੍ਹਾਂ ਹੀ ਆਨਲਾਈਨ ਐਗਜ਼ਾਮੀਨੇਸ਼ਨ ਹੈ, ਤੇ ਇਸ ਤਰ੍ਹਾਂ ਹੀ ਐਡਮਿਸ਼ਨ ਜਿਹੜਾ ਮੁੱਦਾ ਹੈਗਾ, ਕਿਉਂਕਿ ਆਨਲਾਈਨ ਐਗਜ਼ਾਮੀਨੇਸ਼ਨ ਅਸੀਂ ਪਿਛਲੀ ਇੱਕ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਅਸੀਂ ਇਹ ਮੁੱਦਾ ਵਿਚਾਰਿਆ ਸੀ ਕਿ ਯੂਨੀਵਰਸਿਟੀਆਂ ਲਈ ਇਹ ਪੋਸੀਬਲ ਹੈਗਾ, ਲੇਕਿਨ ਅਗਰ ਜਿਹੜੀਆਂ ਦੂਸਰੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਨਾਲ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਐਫੀਲੀਏਟਡ ਨੇ, ਅਗਰ ਉਹ ਚਾਹਣ ਤਾਂ ਉਹ ਵੀ ਇਹੋ ਜਿਹੇ ਪਲੇਟਫਾਰਮ ਨੇ ਜਿਹੜੇ ਉਹ ਕ੍ਰੀਏਟ ਕਰ ਸਕਦੀਆਂ ਨੇ, ਤਾਂ ਕਿ ਜਿਹੜਾ ਵਿਦਿਆਰਥੀਆਂ ਦਾ ਸੈਸ਼ਨ ਹੈਗਾ ਜਿਹੜਾ ਉਹ ਮਰਨ ਨੂੰ ਬਚਾਇਆ ਜਾ ਸਕੇ ਤੇ ਉਸ ਨੂੰ ਪ੍ਰੋਪਰ ਯੂਟਿਲਾਈਜੇਸ਼ਨ ਵੀ ਹੋ ਸਕੇ। ਤੋ ਇਸ ਲਈ ਜਿਹੜੇ ਇਹ ਤੁਹਾਡੇ ਸੁਝਾਅ ਨੇ ਬੜੇ ਕੀਮਤੀ ਨੇ ਜੀ, ਇਹਨੂੰ ਅਸੀਂ ਵਿਚਾਰ ਕੇ ਆਪਾਂ ਯੂਨੀਫਾਰਮਿਟੀ, ਤਾਂ ਕਿ ਜਿਹੜਾ ਤਾਲਮੇਲ ਆਪਾਂ ਗੱਲ ਕੀਤੀ ਆ ਵੀ ਇਹ ਨਾਲ ਸਾਰੇ ਭਰਾਵਾਂ ਨੂੰ ਲੈ ਕੇ ਚੱਲਿਆ ਜਾਵੇ। ਅਸੀਂ ਤੁਹਾਡੇ ਤੋਂ ਵੀ ਤੇ ਸੰਧੂ ਸਾਹਿਬ ਤੋਂ ਵੀ ਇਹ ਉਮੀਦ ਰੱਖਦੇ ਹਾਂ ਕਿ ਜਿਹੜਾ ਵੀ ਤੁਸੀਂ ਕੋਈ ਇਹੋ ਜਿਹਾ ਡਿਸੀਜਨ ਲਓਗੇ ਤੇ ਉਸ ਦੇ ਵਿੱਚ ਜਿਹੜੀਆਂ ਇੰਡੀਪੈਂਡੈਂਟ ਯੂਨੀਵਰਸਿਟੀਆਂ ਨੂੰ ਛੱਡ ਕੇ ਉਹਨਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਦੇ ਹੋਏ ਜਿਹੜੀ ਕਾਮਨਲੀ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਦੇਵਾਂਗੇ। ਧੰਨਵਾਦ ਸਰ। ਤੇ ਹੁਣ ਸਾਡੇ ਵਿੱਚ ਮੌਜੂਦ ਨੇ ਜੀ ਸਰਦਾਰ ਚਰਨਜੀਤ ਸਿੰਘ ਚੰਨੀ, ਚਾਂਸਲਰ ਸਿਟੀ ਯੂਨੀਵਰਸਿਟੀ, ਜਿਹੜੇ ਕਿ ਹਮੇਸ਼ਾ ਹੀ ਅਸ਼ੋਕ ਜੀ ਕੁਝ ਕਹਿਣਾ ਚਾਹੁੰਦੇ ਨੇ ਲਾਸਟ ਚ? ਹਾਂਜੀ ਅਸ਼ੋਕ ਜੀ, ਹਾਂਜੀ ਮੈਸੇਜ ਪਲੀਜ਼। ਮੈਂ ਐਟਲੀਸਟ ਆਪਣੇ ਜਿਹੜੇ ਵੀ ਸਾਡੀ ਰੱਬ ਦੀ ਬਖਸ਼ਿਸ਼ ਰਹੀ, ਤੁਹਾਡਾ ਸਾਰਿਆਂ ਦੇ ਸ਼ੁਭਕਾਮਨਾ ਰਹੇ ਕਿ ਅਸੀਂ ਯੂਨੀਵਰਸਿਟੀ ਲੈਵਲ ਤੇ ਪਹੁੰਚੇ। ਤੇ ਮੈਂ ਪੰਜਾਬ ਦੀ ਸਾਰੀ ਯੂਨੀਵਰਸਿਟੀਆਂ ਵੱਲੋਂ, ਹਾਲਾਂਕਿ ਮੈਂ ਪੁੱਛਿਆ ਨਹੀਂ, ਬਟ ਮੈਨੂੰ ਪਤਾ ਸੰਧੂ ਸਾਹਿਬ ਤੇ ਮੇਰੀ ਗੱਲ ਕਦੇ ਨਾ ਕਰਦੇ ਹੀ ਨਹੀਂ ਹੈਗੇ, ਬਾਕੀ ਵੀ ਚੰਨੀ ਜੀ ਬਾਕੀ ਵੀ ਮੇਰੀ ਗੱਲ ਮੰਨ ਲੈਂਦੇ ਹੈਗੇ ਨੇ ਜੀ। ਇੱਕ ਛੋਟੀ ਜਿਹੀ ਆਫਰ ਕਰਨਾ ਚਾਹਾਂਗਾ ਆਪਣੇ ਕਾਲਜ ਵਾਲੇ ਭਰਾਵਾਂ ਨੂੰ ਜੀ, ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਤੁਹਾਡੇ ਕੋਈ ਵੀ ਕੰਮ ਆ ਸਕਦੇ ਹਾਂ ਜੀ, ਕਿਸੇ ਵੀ ਕਾਲਜ ਦੇ ਜੀ, ਕਿਸੇ ਵੀ ਕਾਲਜ ਦੇ। ਮੰਨ ਲਓ ਕੋਈ ਟ੍ਰੇਨਿੰਗ ਲੈਣੀ ਹੈਗੀ, ਕੋਈ ਸੈਮੀਨਾਰ ਕਰਨਾ ਹੈਗਾ, ਕੋਈ ਲੈਬੋਰੇਟਰੀ ਦੀ ਵਰਤੋਂ ਕਰਨੀ ਹੈਗੀ, ਕੋਈ ਪਲੇਸਮੈਂਟ ਡਰਾਈਵ ਦੇ ਵਿੱਚ ਪਾਰਟਿਸਿਪੇਟ ਕਰਨਾ ਹੈਗਾ, ਜਾਂ ਕੋਈ ਵੀ ਚੀਜ਼ ਜਿਹੜੀ ਅਸੀਂ ਉਹਨਾਂ ਦੇ ਲਈ ਕਰ ਸਕਦੇ ਹੈਗੇ ਜੀ, ਆਪਣੇ ਆਪਣੇ ਇਲਾਕੇ ਦੇ ਵਿੱਚ ਸਾਡੇ ਨੇੜੇ ਵਾਲੇ ਆ ਜਾਣ, ਕੋਈ ਵੀ ਤਰੀਕਾ ਆਪਾਂ ਤੁਸੀਂ ਬਣਾ ਸਕਦੇ ਹੈਗੇ ਜੀ। ਤੇ ਅਸੀਂ ਚਾਹਾਂਗੇ ਅਸੀਂ ਉਹਨਾਂ ਨੂੰ ਜੋ ਉਹਨਾਂ ਦੇ ਨਾਲ ਚੱਲੀਏ, ਉਹਨਾਂ ਨੂੰ ਜੋ ਸਪੋਰਟ ਕਰ ਸਕਦੇ ਹੈਗੇ, ਅਸੀਂ ਸਾਨੂੰ ਕਰਕੇ ਬੜੀ ਖੁਸ਼ੀ ਹੋਏਗੀ ਜੀ ਜੀ ਜੀ। ਤੇ ਮੈਂ ਇਹ ਮੇਰੇ ਵੱਲੋਂ ਤੇ ਮੇਰੇ ਬਾਕੀ ਭਰਾਵਾਂ ਵੱਲੋਂ ਇਹ ਤੁਹਾਨੂੰ ਥੈਂਕ ਯੂ ਜੀ, ਥੈਂਕ ਯੂ। ਤੇ ਮੈਨੂੰ ਲੱਗਦਾ ਵੀ ਸਾਡੇ ਲਈ ਬੜੀ ਹੌਸਲਾ ਅਫਜ਼ਾਈ ਦੀ ਗੱਲ ਹੈ ਜੀ, ਸਾਰੇ ਜਿਹੜੇ ਕਾਲਜਸ ਨੇ, ਇੰਸਟੀਟਿਊਸ਼ਨਸ ਨੇ। ਥੈਂਕ ਯੂ ਮਿੱਤਲ ਸਾਹਿਬ।
ਤੇ ਹੁਣ ਸਾਡੇ ਵਿੱਚ ਨੇ ਸਰਦਾਰ ਚਰਨਜੀਤ ਸਿੰਘ ਚੰਨੀ, ਚਾਂਸਲਰ ਸਿਟੀ ਯੂਨੀਵਰਸਿਟੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਬਹੁਤ ਖੁਸ਼ ਹਾਂ ਇਹਨਾਂ ਨੂੰ ਵਿੱਚ ਸਾਡੇ ਮੌਜੂਦ ਨੇ, ਕਿਉਂਕਿ ਇਹ ਹਮੇਸ਼ਾ ਸਾਨੂੰ ਦਿਨ ਰਾਤ ਫੋਨ ਕਰਕੇ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ ਵੀ ਆਪਾਂ ਕੁਝ ਕਰੀਏ ਐਜੂਕੇਸ਼ਨ ਇੰਸਟੀਟਿਊਸ਼ਨ ਵਾਸਤੇ। ਸੋ ਮੈਂ ਉਹਨਾਂ ਨੂੰ ਸੰਖੇਪ ਦੇ ਵਿੱਚ ਚੰਨੀ ਜੀ ਤੋਂ ਪੁੱਛਣਾ ਚਾਹੂੰਗਾ ਵੀ ਉਹ ਯੂਨੀਵਰਸਿਟੀ ਵੀ ਰਨ ਕਰ ਰਹੇ ਨੇ, ਇੰਸਟੀਟਿਊਸ਼ਨ ਵੀ ਰਨ ਕਰ ਰਹੇ ਨੇ। ਤੁਸੀਂ ਸਾਡੀਆਂ ਕੁਝ ਕਾਮਨ ਪ੍ਰੋਬਲਮਸ ਨੇ, ਜਿਹੜੇ ਇਸ ਤਰ੍ਹਾਂ ਇਲੈਕਟ੍ਰਿਸਿਟੀ ਦੀ ਗੱਲ ਹੈਗੀ ਆ ਜਾਂ ਟੈਕਸ ਦੀ ਗੱਲ ਹੈ, ਕਿਹੋ ਜਿਹੀਆਂ ਸਮੱਸਿਆਵਾਂ ਤੁਸੀਂ ਫੀਲ ਕਰ ਰਹੇ ਹੋ ਤੇ ਤੁਸੀਂ ਕੀ ਆਸ ਰੱਖਦੇ ਹੋ ਸਰਕਾਰ ਪਾਸੋਂ ਵੀ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ? ਸਰਦਾਰ ਚਰਨਜੀਤ ਸਿੰਘ ਜੀ ਚੰਨੀ। ਪਹਿਲੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਇਹਦੇ 'ਚ ਸਰ ਜਗਜੀਤ ਸਿੰਘ ਜੀ, ਜਿਹੜਾ ਕਿ ਤੁਸੀਂ ਇਹ ਪਲੇਟਫਾਰਮ ਤਿਆਰ ਕੀਤਾ। ਸੰਧੂ ਸਾਹਿਬ ਨੇ ਆਪਣੇ ਬਹੁਤ ਵਧੀਆ ਵਿਚਾਰ ਰੱਖੇ, ਮਿੱਤਲ ਸਾਹਿਬ ਨੇ ਵੀ ਬਹੁਤ ਵਧੀਆ ਵਿਚਾਰ ਰੱਖੇ, ਪਲੱਸ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹਰ ਵੇਲੇ ਸਾਰੇ ਯੂਨੀਵਰਸਿਟੀ ਕਾਲਜਸ ਵਾਸਤੇ ਹਰ ਵੇਲੇ ਕੋਈ ਵੀ ਸਪੋਰਟ ਦੇਣ ਲਈ ਤਿਆਰ ਹਾਂ। ਇਹਦੇ ਲਈ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਤੇ ਧੰਨਵਾਦ ਵੀ ਕਰਦਾ। ਮੈਂ ਇੱਕ ਜਿਹੜੀ ਕਿ ਸੰਧੂ ਸਾਹਿਬ ਨੇ ਆਪਣੀ ਐਗਜ਼ਿਸਟੈਂਸ ਦੀ ਗੱਲ ਕੀਤੀ ਸੀ, ਮੈਂ ਉਸ ਚੀਜ਼ ਨੂੰ ਅੱਗੇ ਵਧਾਉਂਦੇ ਹੋਇਆ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ 3 ਐਜੂਕੇਸ਼ਨ ਨੇ ਤੇ 3 ਮਿਨਿਸਟਰ ਨੇ ਤੇ 3 ਸੈਕਟਰੀ ਨੇ। ਇਹਦੇ ਵਿੱਚ ਐਜੂਕੇਸ਼ਨ, ਸਕੂਲ ਐਜੂਕੇਸ਼ਨ ਦਾ ਹੋਰ ਮਿਨਿਸਟਰ ਹੈ ਤੇ ਉਹਦਾ ਸੈਕਟਰੀ ਵੀ ਹੋਰ ਹੈ। ਫਿਰ ਦੂਸਰਾ ਆ ਗਿਆ ਹਾਇਰ ਐਜੂਕੇਸ਼ਨ ਦਾ, ਸੈਕਟਰੀ ਵੀ ਹੋਰ ਹੈ ਤੇ ਮਿਨਿਸਟਰ ਵੀ ਹੋਰ ਹੈ। ਤੀਸਰਾ ਆ ਗਿਆ ਟੈਕਨੀਕਲ ਐਜੂਕੇਸ਼ਨ ਦਾ, ਮਿਨਿਸਟਰ ਵੀ ਹੋਰ ਹੈ ਤੇ ਸੈਕਟਰੀ ਵੀ ਹੋਰ ਹੈ। ਜੀ ਹੁਣ 6 ਬੰਦਿਆਂ ਨੂੰ ਮਿਲਣਾ, ਉਹਨਾਂ ਕੋਲ ਟਾਈਮ ਲੈਣਾ ਬਹੁਤ ਹੀ ਮੁਸ਼ਕਲ ਹੈ। ਮੇਰਾ ਜਗਜੀਤ ਸਿੰਘ ਜੀ, ਆਪਣਾ ਸੰਧੂ ਸਾਹਿਬ ਤੇ ਆਪਣਾ ਮਿੱਤਲ ਸਾਹਿਬ, ਇੱਕ ਤੁਹਾਨੂੰ ਰਿਕੁਐਸਟ ਹੈ, ਭਾਵੇਂ ਤੁਹਾਡਾ ਕੋਈ ਸਕੂਲ ਨਹੀਂ ਹੈ, ਸਾਨੂੰ CM ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੀਦੀ ਹੈ ਕਿ ਆਪਣਾ ਕੋਈ ਐਡਵਾਈਜ਼ਰ ਜਾਂ ਆਪਣਾ ਕੋਈ OST 1 ਜਾਂ 2 ਦਿਨ, ਜਿਹਦੇ ਵਿੱਚ ਸਾਡੇ ਵੀ 2-3 ਮੈਂਬਰ ਹੋਣ, ਸਾਡੀ ਜਿਹੜੇ ਐਜੂਕੇਸ਼ਨ ਅਦਾਰਿਆਂ ਦੇ, ਭਾਵੇਂ ਸਕੂਲਾਂ ਦੇ ਹੋਣ, ਹਰ ਐਜੂਕੇਸ਼ਨ ਦੇ ਹੋਣ, ਟੈਕਨੀਕਲ ਐਜੂਕੇਸ਼ਨ, ਜਿਨ੍ਹਾਂ ਨੂੰ ਹਰ 3 ਮਹੀਨੇ ਬਾਅਦ ਸਾਡੀ ਕੋਈ ਮੀਟਿੰਗ ਹੋਇਆ ਕਰੇ, ਜਿਹਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ, ਜਿਹੜੀਆਂ ਕਿ ਅਸੀਂ ਹੁਣ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਨਾ, ਹੁਣ ਪਤਾ ਨਹੀਂ ਇਹ ਕਦੋਂ ਖਤਮ ਹੁੰਦੀਆਂ, ਉਹ ਜਿਹੜੇ OST ਹੈ ਜਾਂ ਕੋਈ ਐਡਵਾਈਜ਼ਰ ਹੈ CM ਸਾਹਿਬ ਦਾ, ਉਹ ਸਾਡੀ ਗੱਲ CM ਸਾਹਿਬ ਤੱਕ ਪਹੁੰਚਾਏ ਜਾਂ ਉਹ ਸੁਰੇਸ਼ ਕੁਮਾਰ ਤੱਕ ਪਹੁੰਚਾਏ। ਮੇਨ ਇਹ ਹੈ ਕਿ ਜੇ ਤੁਸੀਂ 3 ਮਿਨਿਸਟਰ ਤੇ 3 ਸੈਕਟਰੀਆਂ ਤੱਕ ਗੱਲਬਾਤ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਤੇ ਆਪਾਂ ਰੁਲਦੇ ਹੀ ਰਹਾਂਗੇ, ਆਪਣੀ ਐਗਜ਼ਿਸਟੈਂਸ ਕਦੇ ਵੀ ਨਹੀਂ ਬਣੇਗੀ। ਮੇਰਾ ਇੱਕ ਤੇ ਇਹ ਬਹੁਤ ਵੱਡੀ ਜਿਹੜੀ ਹੈ ਮੇਰੀ ਰਿਕੁਐਸਟ ਹੈ ਕਿ ਸਾਨੂੰ ਜਿਹੜੀ ਆਪਣੀ ਐਗਜ਼ਿਸਟੈਂਸ ਦੀ ਗੱਲ ਸੀ ਨਾ, ਸੰਧੂ ਸਾਹਿਬ ਨੇ ਕਿਹਾ, ਇਹਦੇ ਥਰੂ ਹੀ ਸਾਡੀ ਇੱਕ ਕਮੇਟੀ ਬਣਨੀ ਚਾਹੀਦੀ ਹੈ, ਜਿਹਦੇ ਵਿੱਚ ਸਰਕਾਰੀ ਬੰਦੇ ਹੋਣੇ ਚਾਹੀਦੇ, ਜਿਨ੍ਹਾਂ ਦਾ ਥੋੜੇ ਪੋਜ਼ਿਟਿਵ ਵੀ ਹੋਣ, ਪਲੱਸ CM ਨਾਲ ਰਿਲੇਟਡ ਹੋਣ, ਨਾ ਕਿ ਮਿਨਿਸਟਰ ਤੇ ਸੈਕਟਰੀ ਸਾਹਿਬ ਨਾਲ ਸਾਡੀ ਹੋਣ। ਉਹ ਸਾਡੀ ਗੱਲ ਅੱਗੋਂ ਪਛਾਣ ਤੇ ਉਹੀ ਕਰਵਾਉਣ। ਜੀ ਕੀ ਖਿਆਲ ਹੈ ਤੁਹਾਡਾ ਇਸ ਗੱਲ ਤੇ? ਬਹੁਤ ਵਧੀਆ ਸੁਝਾਅ ਜੀ। ਬਟ ਇੱਥੇ ਮੈਂ ਇੱਕ ਤੁਸੀਂ ਗੱਲ ਕਰੀ ਹੈ ਵੀ ਜਿਹੜੇ ਆਪਣੇ ਮਿੱਤਲ ਸਾਹਿਬ ਨੇ ਤੇ ਸੰਧੂ ਸਾਹਿਬ ਨੇ, ਇਹਨਾਂ ਦਾ ਸਕੂਲ ਨਹੀਂ ਹੈਗੇ, ਬਟ ਸਕੂਲ ਇਹਨਾਂ ਦੀ ਪਨੀਰੀ ਨੇ ਤੇ ਉੱਥੋਂ ਹੀ ਸਾਰੇ ਇਹਨਾਂ ਕੋਲ ਆਉਣੇ ਨੇ। ਗੱਲ ਹੋਈ ਸੀ ਕਿ ਵੀ ਜਿਹੜੀ ਆਪਾਂ ਇਹ ਸੀਗਾ ਵੀ CM ਸਾਹਿਬ ਨੂੰ ਮਿਲਾਂਗੇ ਤੇ ਉਹਨਾਂ ਤੋਂ ਆਪਾਂ ਉਹਦੇ ਵਿੱਚ ਇਹ ਸਾਡੇ ਨਾਲੋਂ ਜਿਹੜੀ ਕਿ CM ਸਾਹਿਬ ਤੱਕ ਗੱਲ ਸਹੀ ਨਹੀਂ ਪਹੁੰਚਦੀ, ਮਿਨਿਸਟਰ ਤੱਕ ਸਹੀ ਨਹੀਂ ਪਹੁੰਚਦੀ, ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਵੀ OST ਹੋਏਗਾ ਜਾਂ ਐਡਵਾਈਜ਼ਰ ਹੋਏਗਾ CM ਸਾਹਿਬ ਦਾ, ਉਹ ਸਾਡੀ ਗੱਲ ਵੀ ਸੁਣੇਗਾ। ਇੱਕ ਸਾਨੂੰ ਮਿਲਣਾ ਵੀ ਬਹੁਤਾ ਔਖਾ ਨਹੀਂ ਹੋਏਗਾ, ਅਸੀਂ ਟਾਈਮ ਲਵਾਂਗੇ, ਸਾਡੀ ਗੱਲਬਾਤ ਹੋਈ ਹੋਏਗੀ, ਹਰ ਚੀਜ਼ ਸਾਡੀ ਏਜੰਡੇ ਤੇ ਰਹੇਗੀ। ਮੇਰੇ ਖਿਆਲ ਦੇ ਵਿੱਚ ਚੰਨੀ ਸਾਹਿਬ, ਇਹ ਤੁਹਾਡਾ ਸੁਝਾਅ ਬਹੁਤ ਅੱਛਾ ਹੈ। ਅਗਰ ਕੋਈ ਪੀਰੀਓਡਿਕਲ ਕੋਈ ਇਹੋ ਜਿਹਾ ਟਾਈਮ ਫਿਕਸ ਹੋ ਜੇ ਵੀ ਸਾਰੀਆਂ ਜਿਹੜੀਆਂ ਪ੍ਰਾਈਵੇਟ ਆਰਗੇਨਾਈਜੇਸ਼ਨ ਨੇ 3 ਕਿਸਮ ਦੀਆਂ, ਉਹਨਾਂ ਦੀ ਕੋਈ ਮੀਟਿੰਗ 3 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਕੋਈ ਇਸ ਤਰ੍ਹਾਂ ਦੀ ਫਿਕਸ ਹੋ ਜੇ, ਜਦੋਂ ਕੋਈ ਐਮਰਜੈਂਸੀ ਹਾਲਾਤ ਹੋਣ ਤਾਂ ਅਲੱਗ ਤੌਰ ਤੇ ਹੋ ਜੇ, ਤਾਂ ਇਹ ਸੁਝਾਅ ਬਹੁਤ ਅੱਛਾ। ਪਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਆਪਾਂ ਅੱਜ ਦੇ ਜਿਹੜਾ ਮੇਨ ਕੀ ਪੁਆਇੰਟ ਹੈ ਉਸ ਦੇ ਉੱਤੇ ਲੈ ਕੇ ਆਉਣਾ ਵੀ ਜਿਹੜੇ ਆਪਾਂ ਨੂੰ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ ਕੋਈ ਇਲੈਕਟ੍ਰਿਸਿਟੀ ਚਾਰਜਸ, ਜਿਹੜੇ ਟਰਾਂਸਪੋਰਟੇਸ਼ਨ ਦੇ, ਸਪੈਸ਼ਲ ਰੋਡ ਟੈਕਸ, ਇਹੋ ਜਿਹੇ ਕਿੰਨੇ ਖਰਚੇ ਸਾਨੂੰ ਪੈ ਰਹੇ ਨੇ ਤੇ ਇਹਨਾਂ ਦਾ ਕੀ ਹੱਲ ਤੁਸੀਂ ਸਮਝਦੇ ਹੋ ਕੀ ਹੋਣਾ ਚਾਹੀਦਾ? ਹਾਂਜੀ, ਦੇਖੋ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਨੇ ਕਈ ਚੀਜ਼ਾਂ ਵੇਵ ਕੀਤੀਆਂ ਮੈਂ ਆਲ ਓਵਰ ਇੰਡੀਆ ਦੇ ਲੈਵਲ ਤੇ ਜੀ, ਉਹ ਜਿਹੜੀਆਂ ਆਪਾਂ ਨੂੰ ਸੈਂਟਰ ਦੇ ਲੈਵਲ ਦੀਆਂ ਜਿਹੜੀਆਂ ਚੀਜ਼ਾਂ ਉਹ ਸਟੱਡੀ ਕਰਕੇ ਉਹ ਪੰਜਾਬ ਨੂੰ ਵੀ ਸਾਨੂੰ ਰਿਕੁਐਸਟ ਕਰਨੀ ਚਾਹੀਦੀ ਹੈ। ਜੇ ਸੈਂਟਰ ਕਰ ਸਕਦਾ ਵਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਸਾਡੇ ਇੰਸਟੀਟਿਊਸ਼ਨ ਬੰਦ ਤੇ ਨਹੀਂ ਨਾ ਕੋਈ ਕਰਾਉਣਾ ਚਾਹੁੰਦੇ। ਮੇਨ ਇਹ ਹੈ ਕਿ ਅਸੀਂ ਜਿਹੜੀ ਸੰਧੂ ਸਾਹਿਬ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਕਦੀ ਵੀ ਐਗਜ਼ਿਸਟੈਂਸ ਦਿਖਾ ਹੀ ਨਹੀਂ ਸਕੇ, ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆਈ ਹੈ।
मैं कहना भी जिंदगी ਜਦੋਂ ਵੀ ਕੋਈ ਵੀ ਚੀਜ਼ ਵਸਟ ਹੁੰਦੀ ਹੈ ਨਾ ਉਹੀ ਅੱਛੇ ਰਿਜ਼ਲਟਸ ਕੱਢਦੀ ਹੈ। ਬੇਸ਼ੱਕ ਇਸ ਵੇਲੇ ਬਹੁਤ ਵਸਟ ਮਤਲਬ ਪੋਜੀਸ਼ਨ ਚੱਲ ਰਹੀ ਹੈ ਇੰਸਟੀਟਿਊਸ਼ਨਸ ਵਾਸਤੇ ਵੀ, ਹਰ ਇੱਕ ਇਨਸਾਨ ਵਾਸਤੇ ਵੀ, ਔਰ ਸਾਰੀ ਕਾਇਨਾਤ ਵਾਸਤੇ ਮਾੜਾ ਹਾਲ ਹੈ। ਮੈਂ ਸਮਝਦਾ ਕਿ ਇਸ ਦੌਰਾਨ ਹੋ ਸਕਦਾ ਕੋਈ ਅੱਛੇ ਰਿਜ਼ਲਟਸ ਵੀ ਆਣ, ਸਾਨੂੰ ਵੀ ਕੋਈ ਅੱਛੀ ਸਿਹਤ ਮਿਲੇ, ਸਰਕਾਰ ਵੀ ਸਾਡੇ ਨਾਲ ਚੱਲੇ ਤੇ ਇਸ ਅੱਗੋਂ ਤੋਂ ਸਾਰਾ ਕੁਝ ਸਟ੍ਰੀਮਲਾਈਨ ਹੋ ਜਾਵੇ। ਜਿਹਦੇ ਲਈ ਆਪਾਂ ਨੂੰ ਕੁਝ ਜਿਹੜੀਆਂ ਫੈਸਿਲਿਟੀਜ਼ ਸੈਂਟਰ ਗਵਰਨਮੈਂਟ ਨੇ ਦਿੱਤੀਆਂ ਹੈ ਉਹਦੀ ਕੋਈ ਉਦਾਹਰਨ ਲੈ ਕੇ ਸਾਨੂੰ ਹਮੇਸ਼ਾ ਜਾਂ ਕਿਸੇ ਹੋਰ ਸਟੇਟ ਨੇ ਜਿਹੜੀਆਂ ਇਹੋ ਜਿਹੀ ਫੈਸਿਲਿਟੀਜ਼ ਦਿੱਤੀਆਂ ਉਹ ਸਟੱਡੀ ਕਰਕੇ ਸਾਨੂੰ ਸੀਐਮ ਸਾਹਿਬ ਦੇ ਕੋਲ ਪਹੁੰਚਣਾ ਚਾਹੀਦਾ। ਜੀ ਥੈਂਕ ਯੂ ਸਰ। ਸੋ ਇਹ ਸਨ ਜੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ, ਤੇ ਇਹਨਾਂ ਦਾ ਸੁਝਾਅ ਹੈਗਾ ਵੀ ਸਾਨੂੰ ਤਿੰਨੇ ਤਰ੍ਹਾਂ ਦੀ ਐਜੂਕੇਸ਼ਨ ਅਦਾਰਿਆਂ ਨੂੰ ਮਿਲ ਕੇ ਤਿੰਨੋਂ ਤਰ੍ਹਾਂ ਦੇ ਸਾਡੇ ਮੰਤਰੀ ਸਾਹਿਬਾਨ ਤੇ ਸੈਕਟਰੀ ਸਾਹਿਬਾਨ ਨਾਲ ਕੋਈ ਇੱਕ ਰੈਗੂਲਰ ਮੀਟਿੰਗ ਫਿਕਸ ਕਰਨੀ ਚਾਹੀਦੀ ਹੈ, ਜਿਸ ਦੇ ਲਈ ਫਿਰ ਅਸੀਂ ਜਿਹੜੀ ਆਸ ਰੱਖਦੇ ਹਾਂ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਨੇ, ਕਿਉਂਕਿ ਇਹਨਾਂ ਦਾ ਰੋਜ਼ ਦਾ ਰੂਟੀਨ ਹੈਗਾ ਸਰਕਾਰ ਨਾਲ ਕੋਆਰਡੀਨੇਟ ਕਰਨਾ, ਤੇ ਇਸ ਤਰ੍ਹਾਂ ਅਸੀਂ ਸਾਰੇ ਮਿਲ ਕੇ ਤੇ ਜੁਆਇੰਟ ਐਕਸ਼ਨ ਕਮੇਟੀ ਮਿਲ ਕੇ ਕੋਈ ਇਹੋ ਜਿਹਾ ਹੱਲ ਅਸੀਂ ਲੱਭਦੇ ਹਾਂ। ਤੇ ਇਸ ਦੇ ਨਾਲ ਹੀ ਜਿਹੜੀ ਗੱਲ ਚੰਨੀ ਸਾਹਿਬ ਕਹਿਣਾ ਚਾਹੁੰਦੇ ਨੇ ਕਿ ਠੀਕ ਹੈ ਕਰੋਨਾ ਇੱਕ ਬਿਮਾਰੀ ਹੈ, ਬੜੀ ਭਿਆਨਕ ਹੈਗੀ ਹੈ, ਸਾਡੇ ਲਈ ਸਾਰਿਆਂ ਲਈ ਖਤਰਾ ਬਣੀ ਹੋਈ ਹੈ, ਬਟ ਲੋਕਡਾਊਨ ਜਿਹੜਾ ਹੈਗਾ ਇਸ ਨੂੰ ਪ੍ਰੋਬਲਮ ਨਾ ਮੰਨਦੇ ਹੋਏ ਇਹਨੂੰ ਇੱਕ ਅਪਰਚੁਨਿਟੀ ਦੇ ਤੌਰ ਤੇ ਲੈਣਾ ਚਾਹੀਦਾ ਹੈ। ਤੇ ਮੈਂ ਇਸ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਹੱਲ ਹੁੰਦੇ ਨੇ ਉਹ ਇਹੋ ਜਿਹੇ ਮੁਸ਼ਕਲ ਘੜੀਆਂ ਦੇ ਵਿੱਚ ਹੀ ਹੱਲ ਹੁੰਦੇ ਨੇ। ਤੇ ਜਿੰਨੇ ਸਾਡੇ ਲੀਡਰਸ ਨੇ, ਐਜੂਕੇਸ਼ਨ ਲੀਡਰਸ, ਐਜੂਕੇਟਰਸ, ਉਹ ਸਾਰੇ ਇਸ ਟਾਈਮ ਘਰਾਂ ਦੇ ਵਿੱਚ ਫ੍ਰੀ ਨੇ, ਤੇ ਮੈਨੂੰ ਲੱਗਦਾ ਵੀ ਜੇ ਸਾਰੇ ਰਲ ਕੇ ਪਾਰਟਿਸਿਪੇਟ ਕਰੀਏ ਇਸ ਦੌਰਾਨ ਕੁਝ ਇਹੋ ਜਿਹੀ ਸਟ੍ਰੈਟਜੀ ਫਾਈਨਲ ਹੋ ਜੇ ਜਿਹੜੀ ਇਨ ਫਿਊਚਰ ਵੀ ਸਾਡੇ ਕੰਮ ਦੇ ਵਿੱਚ ਆਉਂਦੀ ਰਹੇ ਤੇ ਨਵੇਂ ਰਾਸਤੇ ਖੁੱਲਣਗੇ। ਲੋਕਡਾਊਨ ਜਿਹੜਾ ਹੋਇਆ ਉਸ ਦੇ ਨਾਲ ਅਸੀਂ ਦੇਖਿਆ ਵੀ ਕਿਵੇਂ ਸਾਡੀਆਂ ਐਜੂਕੇਸ਼ਨ ਇੰਸਟੀਟਿਊਸ਼ਨ, ਕਿਵੇਂ ਸਾਡੇ ਲੈਕਚਰਰਸ, ਅਸਿਸਟੈਂਟ ਪ੍ਰੋਫੈਸਰਸ ਨੇ ਕਿਵੇਂ ਇੱਕਦਮ ਸਾਰੇ ਸਿਸਟਮ ਨੂੰ ਆਨਲਾਈਨ ਲੈ ਆਂਦਾ। ਤੇ ਅੱਜ ਆਪਾਂ ਜੇ ਲੋਕਡਾਊਨ ਹੋਇਆ ਤਾਂ ਅਸੀਂ ਇਹ ਗੱਲ ਤੇ ਵਿਚਾਰਸ਼ੀਲ ਹੋਏ ਵੀ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਵੈਬੀਨਾਰ ਦੇ ਰੂਪ ਦੇ ਵਿੱਚ ਅਸੀਂ ਜਿਹੜੇ ਲੀਡਰਸ ਇਕੱਠੇ ਹੋ ਸਕਦੇ ਹਾਂ। ਸੋ ਨੈਕਸਟ ਸਾਡੇ ਵਿੱਚ ਨੇ ਜੀ ਡਾਕਟਰ ਗੁਰਮੀਤ ਸਿੰਘ ਜੀ ਧਾਲੀਵਾਲ, ਪ੍ਰੈਜ਼ੀਡੈਂਟ ਕੁਟੀਆ। ਮੈਂ ਸਾਰੇ ਜਿਹੜੇ ਲੀਡਰਸ ਨੇ ਇੱਥੇ ਸਾਰਿਆਂ ਨੂੰ ਇਹ ਜਾਣਕਾਰੀ ਮੁੜ ਤੋਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਬਣੀ ਹੋਈ ਹੈ, ਜਿਹਦੇ ਵਿੱਚ 13 ਐਸੋਸੀਏਸ਼ਨ ਪੰਜਾਬ ਦੀਆਂ ਨੁਮਾਇੰਦਗੀ ਕਰਦੀਆਂ ਨੇ, ਜਿਸ ਦੇ ਵਿੱਚ ਜਿਹੜੀ ਹੈਗੀ ਆ ਕੁਟੀਆ ਹੈਗੀ ਆ ਟੈਕਨੀਕਲ, ਤੇ ਪੁੱਕਾ ਹੈਗੀ ਆ, ਤੇ ਇੱਕ ਪੁੜਕਾ ਹੈਗੀ ਹੈ। ਬੀਐਡ ਦੀਆਂ 3 ਐਸੋਸੀਏਸ਼ਨਾਂ ਨੇ, ਇੱਕ ਐਲੀਮੈਂਟਰੀ ਐਜੂਕੇਸ਼ਨ ਦੀ ਇੰਸਟੀਟਿਊਸ਼ਨ ਦੀ ਐਸੋਸੀਏਸ਼ਨ ਹੈਗੀ ਹੈ, ITI ਹੈ, ਤੇ ਪੋਲੀਟੈਕਨਿਕ ਐਸੋਸੀਏਸ਼ਨ ਹੈਗੀ ਆ, ਮੈਡੀਕਲ ਦੀ ਨਰਸਿੰਗ ਐਸੋਸੀਏਸ਼ਨ ਆ। ਅਸੀਂ 13 ਐਸੋਸੀਏਸ਼ਨਾਂ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਇਕੱਠੇ ਹੈਗੇ ਆ, ਜੁਆਇੰਟ ਐਕਸ਼ਨ ਕਮੇਟੀ। ਘੱਟੋ ਘੱਟ ਜੇ ਅਸੀਂ ਬਹੁਤੀਆਂ ਪ੍ਰਾਪਤੀਆਂ ਨਹੀਂ ਗਿਣਾ ਸਕਾਂਗੇ, ਪ੍ਰਾਪਤੀਆਂ ਦੇ ਬਾਰੇ ਵੀ ਗੱਲ ਕਰਦੇ ਇਸ ਤੋਂ ਬਾਅਦ, ਤਾਂ ਅਸੀਂ ਇਹ ਗੱਲ ਦਾ ਤਾਂ ਯਕੀਨ ਦਿਵਾਉਣੇ ਆ ਕਿ ਪੰਜਾਬ ਇੱਕ ਸੁਰ ਦੇ ਵਿੱਚ ਸਾਰਾ ਕੁਝ ਮੰਗ ਰਿਹਾ। ਇਹ ਨਹੀਂ ਹੈਗਾ ਵੀ ਕੋਈ ਪੰਜਾਬ ਦੀ ਐਸੋਸੀਏਸ਼ਨ ਕੋਈ ਆਪਦੀ ਮੰਗ ਅਲੱਗ ਰੱਖੀ ਜਾਂਦੀ ਹੈ, ਉਹ ਜਿਹੜੀ ਇੱਕ ਦੂਜੇ ਨੂੰ ਕੱਟ ਰਹੀ ਹੈ, ਕੰਟਰਾਡਿਕਟਰੀ ਹੋ ਰਹੀ ਹੈ। ਸੋ ਇਹ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਹੈ ਸਾਡੀ 13 ਐਸੋਸੀਏਸ਼ਨ ਦੀ, ਉਹਦੇ ਵਿੱਚ ਸਾਡੇ ਧਾਰੀਵਾਲ ਸਾਹਿਬ ਵੀ ਉਸ ਦੇ ਵਿੱਚ ਡਾਇਰੈਕਟਰ ਨੇ। 13 ਡਾਇਰੈਕਟਰਸ ਜਿਹੜੇ ਅਸੀਂ ਕੰਮ ਕਰਦੇ ਹਾਂ ਰਲ ਮਿਲ ਕੇ। ਸੋ ਮੈਂ ਵੈਲਕਮ ਕਰਦਾ ਜੀ ਗੁਰਮੀਤ ਸਿੰਘ ਧਾਲੀਵਾਲ ਜੀ ਦਾ। ਸੋ ਅਸੀਂ ਧਾਲੀਵਾਲ ਸਾਹਿਬ ਤੋਂ ਇਹ ਜਾਣਨਾ ਚਾਹਾਂਗੇ ਪੰਜਾਬ ਸਰਕਾਰ ਦੀਆਂ ਕਿਹੜੀਆਂ ਪਾਲਿਸੀਆਂ ਨੇ ਜਿਹੜੀਆਂ ਕਿ ਸੈਲਫ ਫਾਈਨਾਂਸਡ ਇੰਸਟੀਟਿਊਸ਼ਨਸ ਨੂੰ ਠੇਸ ਪਹੁੰਚਾ ਰਹੀਆਂ ਨੇ, ਇਹਨਾਂ ਦੇ ਫੇਵਰ ਵਿੱਚ ਨਹੀਂ ਹੈਗੀਆਂ, ਜਿਨ੍ਹਾਂ ਤੇ ਕੰਮ ਕਰਨਾ ਬਣਦਾ। ਸੋ ਉਹਦੇ ਬਾਰੇ ਥੋੜਾ ਚਾਨਣਾ ਪਾਉਣ। ਜਿਸ ਤਰ੍ਹਾਂ ਦੀਆਂ ਐਜੂਕੇਸ਼ਨ ਪਾਲਿਸੀਜ਼, ਚਾਹੇ ਉਹ ਐਜੂਕੇਸ਼ਨ ਦੀਆਂ ਪਾਲਿਸੀ ਨੇ, ਚਾਹੇ ਉਹ CLU ਦੇ ਸੰਬੰਧ ਚ ਨੇ, ਚਾਹੇ ਕੋਈ ਹੋਰ ਇਸ ਤਰ੍ਹਾਂ ਦੀਆਂ ਪਾਲਿਸੀਜ਼ ਨੇ ਜਿਹੜੀਆਂ ਕਿ ਵਾਜਬ ਨਹੀਂ ਹੈਗੀਆਂ, ਤੇ ਉਹਨਾਂ ਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਚਾਨਣਾ ਪਾਉਣਗੇ ਜੀ ਸਰਦਾਰ ਗੁਰਮੀਤ ਸਿੰਘ ਜੀ ਧਾਲੀਵਾਲ ਜੀ। ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਾਰੇ ਹੀ ਐਡੂਕੇਟਰ ਤੇ ਸਾਰੇ ਹੀ ਐਜੂਕੇਸ਼ਨਲ ਲੀਡਰਸ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਗਜੀਤ ਸਿੰਘ ਨੂੰ ਬਹੁਤ ਵਧਾਈ ਕਿ ਉਹਨਾਂ ਨੇ ਇਹੋ ਜਿਹੇ ਸੰਕਟ ਭਰੇ ਸਮੇਂ ਦੇ ਵਿੱਚ ਵੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜੀ। ਬਹੁਤ ਵਧੀਆ ਸਵਾਲ ਕੀਤਾ ਜਗਜੀਤ ਸਿੰਘ ਜੀ ਤੁਸੀਂ। ਤੇ ਪਹਿਲਾਂ ਵੀ ਜਿਹੜੇ ਮੇਰੇ ਤੋਂ ਪਹਿਲਾਂ ਬਹੁਤ ਹੀ ਸੂਝਵਾਨ ਪੈਨਲਿਸਟ ਨੇ, ਜਿਵੇਂ ਸਾਰੀ ਜਿਹੜੀ ਗੱਲਬਾਤ ਕੀਤੀ ਹੈ, ਆਪਦੇ ਸੁਝਾਅ ਦਿੱਤੇ ਹੈ, ਉਸ ਦੇ ਵਿੱਚੋਂ ਜਿਹੜੀ ਸਭ ਤੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਉਹ ਇਹ ਹੈ ਵੀ ਸਾਡੀ ਹੋਂਦ, ਸਾਡੀ ਜਿਹੜੀ ਐਗਜ਼ਿਸਟੈਂਸ ਹੈ ਉਹ ਕਿਉਂ ਨਹੀਂ। ਕਿਉਂਕਿ ਜਦੋਂ ਅਸੀਂ ਐਡਾ ਵੱਡਾ ਕੰਮ ਕਰ ਰਹੇ ਹਾਂ, ਐਡੀ ਵੱਡੀ ਸਾਡੀ ਇਨਵੈਸਟਮੈਂਟ ਆ ਐਡੂਕੇਟਰਸ ਦੀ ਪੰਜਾਬ ਦੇ ਵਿੱਚ, ਤੇ ਮੋਰਓਵਰ ਅਸੀਂ ਗਵਰਨਮੈਂਟ ਦੀ ਡਿਊਟੀ ਨਿਭਾ ਰਹੇ। ਇੱਕ ਇਹ ਗੱਲ ਸਮਝਣ ਦੀ ਲੋੜ ਹੈ, ਕਿਉਂਕਿ ਸਾਡੀ ਹੈਲਥ ਤੇ ਐਜੂਕੇਸ਼ਨ ਗਵਰਨਮੈਂਟ ਦੀ ਜਿਹੜੀ ਹੈਗੀ ਆ ਪ੍ਰਾਇਮਰੀ ਡਿਊਟੀ ਹੈ, ਉਹਨੂੰ ਜਿਹੜਾ ਹੈਗਾ ਉਹਨੂੰ ਨਿਭਾਉਣਾ।
ਤੇ ਸਾਡਾ ਜਿਹੜਾ ਹਾਇਰ ਐਜੂਕੇਸ਼ਨ ਦਾ ਸੈਕਟਰ ਹੈ ਉਹ ਮੋਰ ਦੈਨ 90% ਜਿਹੜਾ ਹੈਗਾ ਉਹ ਕੰਟਰੀਬਿਊਟ ਕਰ ਰਿਹਾ, ਤੇ ਕੰਟਰੀਬਿਊਟ ਵੀ ਇਸ ਢੰਗ ਨਾਲ ਕਰ ਰਿਹਾ ਕਿ ਅਸੀਂ ਆਪਦੇ ਕੋਲੋਂ ਇਹੋ ਜਿਹੇ, ਮੈਂ ਬਹੁਤ ਲੋਕ ਸਾਡੇ ਐਡੂਪਲੇਅਰ ਆ ਜਿਨ੍ਹਾਂ ਨੇ ਆਪਦਾ ਸਾਰਾ ਕੁਝ ਵੇਚ ਵੱਟ ਕੇ ਇਸ ਐਜੂਕੇਸ਼ਨ ਸੈਕਟਰ ਦੇ ਵਿੱਚ ਲਾ ਦਿੱਤਾ। ਅਸੀਂ ਆਪਦੇ ਕੋਲੋਂ ਜਿਹੜੀਆਂ ਹੈਗੀਆਂ ਸਾਰੀ ਤਰ੍ਹਾਂ ਦੀ ਜਿਹੜੀ ਹੈਗੀ ਇਨਵੈਸਟਮੈਂਟ ਕਰ ਰਹੇ ਹੈਗੇ ਆ, ਸਾਰੀ ਆਪਦੀ એનર્ਜੀ ਲਾ ਰਹੇ ਹੈਗੇ ਆ, ਈਵਨ ਕਿ ਸਾਰੇ ਆਪਦੇ ਪਰਿਵਾਰ ਨੂੰ ਸ਼ਾਮਲ ਕੀਤਾ ਹੋਇਆ ਹੁੰਦਾ ਵਿੱਚ ਬਹੁਤ ਲੋਕਾਂ ਨੇ, ਤੇ ਉਸ ਦੇ ਬਾਵਜੂਦ ਵੀ ਸਾਡੀ ਜਿਹੜੀ ਐਗਜ਼ਿਸਟੈਂਸ ਆ ਉਹ ਨਹੀਂ ਹੈਗੀ। ਤਾਂ ਉਹਦੇ ਰੀਜ਼ਨ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਕਿਸੇ ਵੱਲ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਦੇ ਵੱਲ ਕਰਨੀ ਚਾਹੀਦੀ। ਅਸੀਂ ਆਪ ਲੋਕ ਖੁਦ, ਜਿਵੇਂ ਮਿੱਤਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਕਿਤੇ ਨਾ ਕਿਤੇ ਇਹ ਸਮਝ ਕੇ ਵੀ ਅਸੀਂ ਇਕੱਲੇ ਕੰਮ ਕਰਨਾ ਤੇ ਅਸੀਂ ਹੀ ਕੁਝ ਜਿਹੜਾ ਹੈਗਾ ਕੰਟਰੀਬਿਊਟ ਕਰਨਾ, ਸਾਡੀ ਹੀ ਅਹਿਮੀਅਤ ਜ਼ਿਆਦਾ ਹੋਣੀ ਚਾਹੀਦੀ ਹੈ, ਤੇ ਅਸੀਂ ਕਿਤੇ ਨਾ ਕਿਤੇ ਦੂਜੇ ਨੂੰ ਠਿੱਬੀ ਲਾਉਣ ਤੁਰ ਜਾਂਦੇ ਹਾਂ। ਜਿਵੇਂ ਸਾਡੀ ਸਮਾਜਿਕ ਤੌਰ ਤੇ ਅਸੀਂ ਦੇਖਦੇ ਹਾਂ, ਓਵਰਆਲ ਵੀ ਸਾਡੇ ਸਮਾਜ ਦੇ ਵਿੱਚ, ਇੰਡੀਆ ਦੇ ਤੇ ਖਾਸ ਤੌਰ ਤੇ ਪੰਜਾਬੀ ਸਮਾਜ ਦੇ ਵਿੱਚ ਤਾਂ ਗੁਆਂਢੀ ਨੂੰ ਠਿੱਬੀ ਲਾਉਣ ਦੀ ਬਹੁਤ ਵੱਡੀ ਆਦਤ ਹੈਗੀ ਹੈ, ਟਰੈਂਡ ਹੈਗਾ। ਇਸ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਰਿਕੋਗਨਾਈਜ਼ ਇਸੇ ਕਰਕੇ ਜਿਹੜੀ ਹੈਗੀਆਂ ਸਰਕਾਰਾਂ ਵੀ ਤੇ ਸਮਾਜ, ਮੈਂ ਸਮਝਦਾ ਵੀ ਸਾਡੇ ਜਿਹੜੇ ਐਜੂਕੇਸ਼ਨ ਲਈ ਜਿਹੜੇ 4 ਸਟੇਕ ਹੋਲਡਰਸ ਆ, ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜਾ ਮੈਂ ਸਟੇਕ ਹੋਲਡਰ ਸਮਝੂੰਗਾ ਉਹ ਪੈਰੈਂਟਸ ਹੈ, ਸਮਾਜ ਹੈ, ਜਿਨ੍ਹਾਂ ਨੂੰ ਇੱਕ ਐਜੂਕੇਸ਼ਨ ਮਿਲ ਰਹੀ ਹੈ, ਜਿਨ੍ਹਾਂ ਦੇ ਬੱਚੇ ਭਵਿੱਖ ਦੇ ਜਿਹੜੇ ਹੈਗੇ ਆ ਉਹਨਾਂ ਦੇ ਆਪ ਨੂੰ ਮਾਣ ਸਤਿਕਾਰ ਦਿਵਾਉਣ ਵਾਲੇ ਜਿਹੜੇ ਹੈਗੇ ਆ ਵਧੀਆ ਸਿਟੀਜ਼ਨ ਬਣਨ ਜਾ ਰਹੇ। ਦੂਜੀ ਸਟੇਕ ਹੋਲਡਰ ਸਾਡੀਆਂ ਸਰਕਾਰਾਂ, ਜਿਨ੍ਹਾਂ ਸਰਕਾਰਾਂ ਦੀ ਬਹੁਤ ਵੱਡੀ ਇੱਕ ਲਾਇਬਿਲਿਟੀ ਜਿਹੜੀ ਹੈਗੀ ਆ ਉਹ ਅਸੀਂ ਆਪਦੇ ਮੁੱਢਿਆਂ ਤੇ ਲਈ ਹੋਈ ਹੈਗੀ ਹੈ। ਉਸ ਲਾਇਬਿਲਿਟੀ ਨੂੰ ਏਡੇ ਵੱਡੇ ਸ਼ੇਅਰ ਅਸੀਂ ਕਰ ਰਹੇ ਹੈਗੇ ਆ ਤੇ ਉਹਨਾਂ ਦੀ ਲਾਇਬਿਲਿਟੀ ਨੂੰ ਘਟਾ ਰਹੇ ਹੈਗੇ ਆ, ਤੇ ਇੱਕ ਜਿਹੜਾ ਕੁਆਲਿਟੀ ਐਜੂਕੇਸ਼ਨ ਦਾ ਕੰਮ ਕਰ ਰਹੇ। ਤੀਜੇ ਸਟੇਕ ਹੋਲਡਰ ਮੈਂ ਸਮਝਦਾ ਵੀ ਉਹ ਹੈਗੀ ਆ ਇੰਡਸਟਰੀ, ਜਿਨ੍ਹਾਂ ਲੋਕਾਂ ਨੂੰ ਜਿਹੜੇ ਹੈਗੇ ਆ EMPLOYE ਮਿਲ ਰਹੇ, ਜਿੱਥੇ ਜਾ ਕੇ ਜਿਨ੍ਹਾਂ EMPLOYEES ਦੇ ਸਿਰ ਤੇ ਉਹਨਾਂ ਨੇ ਆਪਦੀ ਜਿਹੜੀ ਹੈਗੀ ਆ ਪ੍ਰੋਡਕਟਸ ਨੂੰ ਬਣਾ ਕੇ ਤੇ ਉਦੋਂ ਬਾਅਦ ਅੱਗੇ ਜਿਹੜਾ ਸੈਲ ਕਰਨਾ ਤੇ ਆਪਦੀ ਇਨਕਮ ਬਣਾਉਣੀ ਤੇ ਕੰਟਰੀਬਿਊਟ ਕਰਨਾ। ਚੌਥੇ ਸਟੇਕ ਹੋਲਡਰ ਅਸੀਂ ਸਮਝਦਾ, ਮੈਂ ਕਹਿੰਦਾ ਵੀ ਚੌਥੇ ਸਟੇਕ ਹੋਲਡਰ ਅਸੀਂ ਹੈ। ਇਹ 4 ਸਟੇਕ ਹੋਲਡਰਸ ਦੇ ਵਿੱਚੋਂ 3 ਸਟੇਕ ਹੋਲਡਰਸ ਆਪਦੀ ਬਿਲਕੁਲ ਵੀ ਰਿਸਪੌਂਸਿਬਿਲਿਟੀ ਇਕੱਲੇ ਰਹਿ ਜਾਂਦੇ ਅਸੀਂ ਜਿਹੜੇ ਚੌਥੇ ਸਟੇਕ ਹੋਲਡਰਸ। ਇਹਦਾ ਰੀਜ਼ਨ ਇਹ ਹੈ, ਸਾਨੂੰ ਇੱਕ ਪਲੇਟਫਾਰਮ ਤੇ ਇਹ 4 ਸਟੇਕ ਹੋਲਡਰਸ ਨੂੰ ਇਕੱਠੇ ਕਰਨ ਦੀ ਲੋੜ ਹੈ। ਜੇ ਨਹੀਂ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਹੀ ਪਿਸਦੇ ਰਵਾਂਗੇ। ਜਿਵੇਂ ਮੈਂ ਇੱਕ ਫਾਰ ਐਗਜ਼ਾਮਪਲ, ਮੈਨੂੰ ਲੱਗਦਾ ਵੀ ਮੈਂ 20-25 ਕੰਟਰੀਜ਼ ਦੇ ਵਿੱਚ ਵਿਜ਼ਿਟ ਕਰ ਚੁੱਕਿਆ। ਜਿਹੜੀਆਂ ਡਿਵੈਲਪ ਕੰਟਰੀਜ਼ ਦੇ ਵਿੱਚ ਪ੍ਰਾਈਵੇਟ ਐਜੂਕੇਸ਼ਨ ਤੇ ਗਵਰਨਮੈਂਟ ਐਜੂਕੇਸ਼ਨ ਦੇ ਵਿੱਚ ਫਰਕ ਹੀ ਕੋਈ ਨਹੀਂ। ਜੇ ਕੋਈ ਪ੍ਰਾਈਵੇਟ ਐਂਟਰਪ੍ਰੀਨਿਓਰ ਆਪਦਾ ਕੋਈ ਐਜੂਕੇਸ਼ਨ ਸੈਕਟਰ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਹਨੂੰ ਜਿਵੇਂ ਗਵਰਨਮੈਂਟ ਐਜੂਕੇਸ਼ਨ ਸੈਕਟਰ ਨੂੰ ਸਪੋਰਟ ਮਿਲਦੀ ਹੈ, ਕਈ ਵਾਰੀ ਉਦੋਂ ਵੱਧ ਮਿਲਦੀ ਹੈ ਕਿਸੇ ਕਿਸਮ ਦੀ। ਜੇ ਉਹਨੂੰ ਮਤਲਬ ਕਿ ਜਿਵੇਂ ਹੁਣ ਸਾਡੇ ਇਹ ਦੇਖ ਲਓ ਵੀ ਈਵਨ ਕਿ ਇੰਡਸਟਰੀ ਦੇ ਵਿੱਚ ਵੀ ਗਵਰਨਮੈਂਟ ਸਪੋਰਟ ਕਰਦੀ ਹੈ ਵੀ ਜੇ ਕਿਸੇ ਨੇ ਕੋਈ ਵੀ ਇੰਡਸਟਰੀ ਖੋਲਣੀ, ਸਭ ਤੋਂ ਪਹਿਲਾਂ ਉਹਨੂੰ ਜ਼ਮੀਨ ਅਕਵਾਇਰ ਕਰਕੇ ਦੇਣ ਦੀ ਹੈ। ਸਾਡੇ ਜੇ ਜ਼ਮੀਨ ਅਕਵਾਇਰ ਕਰਦੀ ਤਾਂ ਦੂਰ ਦੀ ਗੱਲ ਛੱਡ ਦਿਓ, ਇੱਥੇ ਜ਼ਮੀਨ ਲੈਣ ਦੀ ਖਾਤਰ ਜੇ CLU ਲੈਣਾ ਤਾਂ ਪਿੱਛੇ ਮੈਂ ਦੇਖਿਆ ਦਸੰਬਰ ਪਿੱਛੇ 18 ਦੇ ਵਿੱਚ ਇੱਕ ਲੈਟਰ ਕੱਢਤਾ ਵੀ ਮੁਸ਼ਤਰਕਾ ਖਾਤਾ ਜੁਆਇੰਟ ਅਕਾਊਂਟ ਜਿਹਦਾ ਹੋਊਗਾ ਉਹਨੂੰ CLU ਨਹੀਂ ਮਿਲਣਾ। ਮੈਂ ਹੈਰਾਨ ਆ, ਅਸੀਂ ਸ਼ੈਕ ਵੱਲੋਂ ਇੰਨਾ ਯੁੱਧ ਲੜੀ ਜਾਂਦੇ ਆ, ਅਜੇ ਵੀ ਫਾਈਲ CM ਹਾਊਸ 'ਚ ਪਈ ਆ ਉਹ। ਅਸੀਂ ਇਹ ਕਮਾਲ ਦੀ ਗੱਲ ਹੈ ਯਾਰ, ਇੱਕ ਜੁਆਇੰਟ ਤੁਸੀਂ ਆਪਦੇ ਰੈਵਨਿਊ ਨੂੰ ਰੋਕ ਰਹੇ ਆ, ਲੋਕਾਂ ਨੂੰ ਵੀ ਰੋਕ ਰਹੇ, ਕੋਈ ਕੰਮ ਹੀ ਨਾ ਕਰੇ ਤੇ ਕਿਵੇਂ ਜੁਆਇੰਟ ਅਕਾਊਂਟ 'ਚ ਮਤਲਬ ਕਿ ਨਾ ਹੋਊਗਾ। ਸਾਡੇ ਸਾਰੇ ਪਿੱਛੇ ਲੈ ਕੇ ਜਦੋਂ ਤੋਂ ਅੰਗਰੇਜ਼ਾਂ ਤੋਂ ਲੈ ਕੇ ਸਾਡਾ ਰੈਵਨਿਊ ਸਿਸਟਮ ਹੀ ਨਹੀਂ ਸੁਧਰਿਆ ਤੇ ਸਾਰੇ ਜੁਆਇੰਟ ਅਕਾਊਂਟ ਜਾਂ ਮੁਸ਼ਤਰਕੇ ਖਾਤੇ ਆ ਸਾਰੇ। ਤੁਸੀਂ ਸਾਡੇ ਨਾਲ, ਅਸੀਂ ਸਟੇਕ ਹੋਲਡਰ ਆਪ ਆ, ਸਾਨੂੰ ਕੋਈ ਆ ਕੇ ਚੈਲੰਜ ਕਰੂਗਾ, ਸਾਨੂੰ ਜੇ ਕੋਈ ਬਾਹਰ ਕੱਢਣਾ ਚਾਹੂਗਾ ਕੋਈ ਗੱਲ ਨਹੀਂ, ਅਸੀਂ ਆਪ ਲੜਾਂਗੇ। ਗਵਰਨਮੈਂਟ ਨੂੰ ਇਹ 'ਚ ਕੀ ਖਤਰਾ? ਮਤਲਬ ਸਾਨੂੰ ਵੀ ਉਹ ਐਗਜ਼ਾਮਪਲ ਨਹੀਂ, ਪਰ ਹੁਣ ਅਸੀਂ ਬਹੁਤ ਫਾਈਟ ਕਰਕੇ ਇਹੋ ਜਿਹੀ ਗੱਲ ਜਿਹੜੀ ਹੈਗੀ ਉਹ ਕਰਨਾ ਵੀ ਉਹ ਜੁਆਇੰਟ ਅਕਾਊਂਟ ਤੋਂ ਸਾਨੂੰ ਛੋਟ ਮਿਲ ਰਹੀ ਹੈਗੀ। ਉਹ CM ਸਾਹਿਬ ਤੋਂ ਜਦੋਂ ਫਾਈਲ ਸਾਈਨ ਹੋ ਜੂਗੀ, ਮੈਂ ਇਸ ਪਲੇਟਫਾਰਮ ਤੋਂ ਰਿਕੁਐਸਟ ਵੀ ਕਰਨਾ ਚਾਹੂੰਗਾ ਭਾਵੇਂ ਇਹੋ ਜਿਹੇ ਸਮੇਂ ਤੇ ਵੀ CM ਸਾਹਿਬ ਨੂੰ ਉਹ ਫਾਈਲ ਤੇ ਸਾਈਨ ਕਰ ਦੇਣੇ ਚਾਹੀਦੇ। ਦੂਜੀ ਗੱਲ, ਤੁਸੀਂ ਦੇਖੋ ਸਾਡੀਆਂ ਜਿਹੜੀਆਂ ਗਵਰਨਮੈਂਟ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਕਿੱਥੋਂ ਸਪੋਰਟ ਮਿਲਦੀ ਹੈ, ਭਾਵੇਂ ਉਹ ਰੂਸਾ ਹੋਵੇ, ਭਾਵੇਂ ਉਹ UGC ਹੋਵੇ, ਭਾਵੇਂ ਉਹ DST ਹੋਵੇ, ਭਾਵੇਂ ਉਹ MHRD ਹੋਵੇ। ਮੈਂ ਕਹਿੰਦਾ ਵੀ ਇੰਨੇ ਥਾਵਾਂ ਐਜੂਕੇਸ਼ਨ ਸੈਕਟਰ ਤਾਂ ਇੱਕ ਹੀ ਹੈ, ਭਾਵੇਂ ਉਹ ਪ੍ਰਾਈਵੇਟ ਹੈ ਜਾਂ ਗਵਰਨਮੈਂਟ ਹੈ। ਯਾਰ ਗਵਰਨਮੈਂਟ ਇੰਸਟੀਟਿਊਸ਼ਨਸ ਨੂੰ ਤਾਂ ਜਿੱਥੇ ਉਹਨਾਂ ਨੂੰ ਜ਼ਮੀਨ ਵੀ ਗਵਰਨਮੈਂਟ ਨੇ ਐਕਵਾਇਰ ਕਰਕੇ ਦਿੱਤੀ ਕਿਸੇ ਪੰਚਾਇਤ ਦੀ ਜਾਂ ਕਿਸੇ ਦੀ, ਬਿਲਡਿੰਗਾਂ ਵੀ ਗਵਰਨਮੈਂਟ ਨੇ ਆਪ ਬਣਾਤੀਆਂ ਹੈਗੀਆਂ, ਤਨਖਾਹ ਵੀ ਜਿਹੜੀ ਹੈਗੀ ਹੈ ਸੈਲਰੀ ਗਵਰਨਮੈਂਟ ਨੂੰ ਆਪ ਦੇਣੀ ਹੈਗੀ ਹੈ, ਅਸੀਂ ਸਾਰਾ ਕੁਝ ਆਪ ਅਰੇਂਜ ਕਰਨਾ, ਲੈਬਸ ਵੀ ਅਸੀਂ ਆਪ ਬਣਾਉਣੀ। ਸਾਨੂੰ ਯਾਰ ਅਸੀਂ ਮੰਗ ਕੀ ਕਰਦੇ ਹਾਂ ਵੀ ਸਾਨੂੰ ਜਾਂ ਤਾਂ ਇੰਡਸਟਰੀ CSR ਦੇ ਵਿੱਚੋਂ ਆਪਦਾ ਪੈਸਾ ਲਾ ਕੇ ਯਾਰ ਸਾਡੇ ਸੈਂਟਰ ਆਫ ਐਕਸੀਲੈਂਸ ਬਣਾ ਦੇਣ, ਸਾਡੇ ਜਿਹੜੀਆਂ ਹੈਗੀਆਂ ਲੈਬਸ ਬਣਾ ਦੇਣ, ਜਾਂ ਗਵਰਨਮੈਂਟ ਜਿਵੇਂ ਉਹਨਾਂ ਨੂੰ ਦਿੰਦੇ ਆ ਸਾਨੂੰ ਉਸ ਤਰੀਕੇ ਨਾਲ ਸਪੋਰਟ ਕਰ ਦੇਵੇ। ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ, ਅਸੀਂ ਆਪਦੀ ਐਗਜ਼ਿਸਟੈਂਸ ਨਹੀਂ ਬਣਾ ਸਕੇ।
ਉਹਦਾ ਰੀਜ਼ਨ ਹੀ ਆ ਛੋਟੀਆਂ ਗੱਲੀਆਂ। ਜਗਜੀਤ ਸਿੰਘ ਜੀ, ਜੇ ਆਪਾਂ ਡਿਮਾਂਡ ਕਰੀ ਜਾਂਦੇ ਆ ਕਿ ਸਾਨੂੰ ਟਰਾਂਸਪੋਰਟ ਟੈਕਸ ਨਹੀਂ ਲੱਗਣਾ ਚਾਹੀਦਾ, ਸਾਨੂੰ ਜਿਹੜਾ ਹੈਗਾ ਬਿਜਲੀ ਦਾ ਖਰਚਾ ਜਿਹੜਾ ਹੈਗਾ, ਜਿਹੜੀਆਂ ਚੀਜ਼ਾਂ ਸਾਨੂੰ ਲੱਗਦਾ ਉਹ ਉਹਦੇ ਲੱਗ ਰਿਹਾ ਇਕਨੋਮਿਕਲ ਜਿਹੜਾ ਹੈਗਾ ਨਹੀਂ ਹੈਗਾ ਸਾਡਾ ਇਲੈਕਟ੍ਰਿਸਿਟੀ ਦਾ, ਇਹ ਚੀਜ਼ਾਂ ਬਹੁਤ ਛੋਟੀਆਂ। ਸਾਨੂੰ ਜਿੱਥੇ ਸਾਡੇ ਕਰੋੜਾਂ ਰੁਪਏ ਖਰਚ ਹੁੰਦੇ ਆ ਉਹ ਸਾਡੀਆਂ ਲੈਬਸ ਆ, ਉਹ ਸਾਡੀਆਂ ਹੈਗੀਆਂ ਪਲੇਸਮੈਂਟ ਲਈ ਜਿਹੜੀਆਂ ਹੈਗੀਆਂ ਸਾਡੇ ਐਫਰਟਸ ਆ, ਉਹ ਸਾਡੀਆਂ ਬਿਲਡਿੰਗਾਂ ਹੈਗੀਆਂ, ਉਹ ਸਾਡੀਆਂ ਸਪੋਰਟਸ ਫੈਸਿਲਿਟੀਜ਼ ਹੈਗੀਆਂ। ਮੈਂ ਕਹਿੰਦਾ ਭਾਵੇਂ ਸਪੋਰਟ ਦੀ ਖਾਤਰ ਸਾਨੂੰ ਇਹ ਕਰਕੇ ਦਿਖਾਉਣ। ਮੈਂ ਦਾਅਵਾ ਕਰਦਾ ਵੀ ਜੇ ਸਾਨੂੰ ਪ੍ਰਾਈਵੇਟ ਇੰਸਟੀਟਿਊਸ਼ਨਸ ਨੂੰ ਗਵਰਨਮੈਂਟ ਸਪੋਰਟ ਲਈ ਉਵੇਂ ਹੀ ਫੈਸਿਲਿਟੇਟ ਕਰੇ ਜਿਵੇਂ ਗਵਰਨਮੈਂਟ ਨੂੰ ਕਰਦੀ ਹੈ, ਮਤਲਬ ਕਿ ਗ੍ਰਾਂਟਾਂ ਇੰਨੀਆਂ ਜ਼ਿਆਦਾ, ਭਾਵੇਂ ਕੋਈ ਸਟੇਡੀਅਮ ਬਣਾਉਣਾ ਸਿੱਧੀ ਗਵਰਨਮੈਂਟ ਇੰਸਟੀਟਿਊਸ਼ਨ ਨੂੰ ਜਿਹੜੀ ਹੈਗੀ ਹੈ ਜਾਂ ਐਡਡ ਇੰਸਟੀਟਿਊਸ਼ਨ ਨੂੰ ਉਹਨੂੰ ਗ੍ਰਾਂਟਾਂ ਆ ਜਾਂਦੀਆਂ, ਸਾਨੂੰ ਕੋਈ ਨਹੀਂ ਮਿਲਦੀ। ਜੇ ਇਸ ਤਰ੍ਹਾਂ ਦੀਆਂ ਸਾਰੀਆਂ ਫੈਸਿਲਿਟੀ ਜਿਵੇਂ ਡਿਵੈਲਪ ਕੰਟਰੀਜ਼ ਦੇ ਵਿੱਚ ਮਿਲਦੀਆਂ ਹੈਗੀਆਂ, ਜੇ ਸਾਨੂੰ ਮਿਲਣ ਲੱਗ ਪੈਣ। ਦੂਜੀ ਗੱਲ, ਮੈਂ ਹੁਣ ਇਹ ਤਾਂ ਗੱਲ ਸਰਕਾਰਾਂ ਦੀ ਸੀ, ਦੂਜੀ ਗੱਲ ਸਮਾਜ ਦੀ। ਮੈਂ ਹੈਰਾਨ ਆ ਵੈਸੇ ਇਸ ਗੱਲ ਰੀਅਲੀ ਜੀ ਵੀ ਯਾਰ ਅਸੀਂ ਯਾਰ ਜਿਹੜੀ ਸੁਸਾਇਟੀ ਦੇ ਲੋਕ ਇਹ ਸਮਝ ਹੀ ਨਹੀਂ ਸਕੇ ਵੀ ਅਸੀਂ ਲੋਕ ਜਿਹੜੇ ਮੋਰ ਦੈਨ 90% ਕਿਸੇ ਨੂੰ ਐ ਨਹੀਂ ਹੈਗਾ ਵੀ ਬਾਈ ਚੁਆਇਸ ਆਉਂਦੇ ਸਾਰੇ ਸਾਡੇ ਕੋਲੇ ਲੋਕ ਜੀ, ਆਪਦੀ ਇੱਛਾ ਨਾਲ ਸਾਡੇ ਕੋਲ ਗਵਰਨਮੈਂਟ ਇੰਸਟੀਟਿਊਸ਼ਨ ਵਿੱਚ ਕਿਉਂ ਨਹੀਂ ਜਾਂਦੇ। ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹ ਗਵਰਨਮੈਂਟ ਇੰਸਟੀਟਿਊਸ਼ਨ ਵਿੱਚ ਜਾਂਦਾ, ਪ੍ਰਾਈਵੇਟ ਇੰਸਟੀਟਿਊਸ਼ਨ ਵਿੱਚ ਜਿਹੜਾ ਅਫੋਰਡ ਕਰ ਸਕਦਾ ਉਹ ਹੁੰਦਾ। ਪਰ ਉਹਦਾ ਐਟੀਟਿਊਡ ਕੀ ਹੁੰਦਾ ਵੀ ਯਾਰ ਇਹ ਪ੍ਰਾਈਵੇਟ ਇੰਸਟੀਟਿਊਸ਼ਨ ਵਾਲੇ ਦਾ ਪਤਾ ਨਹੀਂ ਲੁੱਟੀ ਜਾਂਦੇ। ਕਿਸੇ ਨੂੰ ਇਹ ਨਹੀਂ ਪਤਾ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ 0% ਸਪੋਰਟ ਸਰਕਾਰ ਦੀ, 0% ਸਪੋਰਟ ਸੁਸਾਇਟੀ ਦੀ ਜੀ, ਤੇ ਫਿਰ ਵੀ ਅਸੀਂ ਜਿਹੜਾ ਹੈਗਾ ਸਰਵਾਈਵ ਕਰੀ ਜਾਂਦੇ ਆ। ਤੇ ਉਸ ਤੋਂ ਬਾਅਦ ਅਸੀਂ ਮੰਗਤੇ ਬਣੇ ਫਿਰਦੇ ਆ ਸਰਕਾਰ ਦੇ ਸਾਹਮਣੇ। ਜਿਹੜਾ ਪੈਸਾ ਜਿਹੜਾ ਸਰਕਾਰ ਸਾਨੂੰ ਕਹਿੰਦੀ ਹੈ ਵੀ ਅਸੀਂ ਰੀਵਰਸ ਕਰਾਂਗੇ, ਤੁਸੀਂ ਬੱਚਿਆਂ ਨੂੰ ਪੜ੍ਹਾਓ ਐਸਸੀ ਸਟੂਡੈਂਟਸ ਨੂੰ, ਤੇ ਅਸੀਂ ਪਿਛਲੇ 4 ਸਾਲਾਂ ਤੋਂ ਮੰਗਤੇ ਬਣ ਕੇ ਸਰਕਾਰ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਤੇ ਸਾਨੂੰ ਆਪਦਾ ਪੈਸਾ ਵੀ ਨਹੀਂ ਮਿਲਦਾ ਹੈਗਾ ਤੇ ਸਰਕਾਰ ਆਪਦੀ ਮਰਜ਼ੀ ਨਾਲ ਪਾਲਿਸੀਆਂ ਚੇਂਜ ਕਰ ਦਿੰਦੀ ਹੈ। ਹੁਣ ਮੈਨੂੰ ਲੱਗਦਾ ਗਵਰਨਮੈਂਟਸ ਨੂੰ ਪਤਾ, ਸਟੇਟ ਦੇ ਲੋਕਾਂ ਨੂੰ ਇਹ ਗੱਲ ਵੀ ਨਹੀਂ ਪਤਾ ਵੀ ਉਹ ਇਸ ਗੱਲ ਤੋਂ ਬਿਲਕੁਲ ਅਣਭਿੱਜ ਹੈ ਵੀ ਸਾਡੀ 17 ਦੇ ਵਿੱਚ ਪਾਲਿਸੀ ਚੇਂਜ ਹੋ ਗਈ, 12 ਤੋਂ ਪਹਿਲਾਂ ਚੇਂਜ ਹੋਣੀ ਸੀ, 17 ਤੋਂ ਚੇਂਜ ਹੋ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ। ਜਿਹੜੀ ਸਾਰੀ ਦੀ ਸਾਰੀ ਕਮਿਟਡ ਲਾਇਬਿਲਿਟੀ ਹੈ ਉਹ ਸਟੇਟ ਗਵਰਨਮੈਂਟ ਦੀ ਬਣ ਗਈ। ਕਿਉਂਕਿ ਉਹਨਾਂ ਨੇ ਕਿਹਾ ਪਾਲਿਸੀ ਦੇ ਵਿੱਚ, ਸੈਂਟਰ ਗਵਰਨਮੈਂਟ ਨੇ, ਵੀ ਜਿਹੜੀ ਤੁਹਾਡੀ ਜਿਹੜੀ ਕਮਿਟਡ ਲਾਇਬਿਲਿਟੀ ਪਹਿਲਾਂ 60 ਕਰੋੜ ਸੀ, ਹੁਣ ਜਿਹੜਾ ਪਿਛਲਾ ਬਿੱਲ ਬਣੂਗਾ, ਪਿਛਲਾ ਬਿੱਲ ਸਾਡਾ 800 ਕਰੋੜ ਰੁਪਏ ਦਾ 16-17 ਦਾ, ਤੇ 800 ਕਰੋੜ ਤੋਂ ਵੱਧ ਬਿੱਲ ਹੀ ਨਹੀਂ ਹੈ ਉਦੋਂ ਅਗਲੇ ਸਾਲਾਂ ਦਾ ਜੀ। ਤੇ ਇਹ ਸਾਰੀ ਦੁਵਿਧਾ ਕਰਕੇ ਸਾਨੂੰ ਕਿਤੇ ਐਸਸੀ ਦੇ ਪੈਸੇ ਨਹੀਂ ਮਿਲਣੇ ਤੇ ਸਾਰੀਆਂ ਇੰਸਟੀਟਿਊਸ਼ਨ ਤੇ ਕਰੋੜਾਂ ਰੁਪਏ, 1850 ਕਰੋੜ ਰੁਪਏ ਸਾਡਾ ਬਚੇ ਪਿਆ ਤੇ ਅਸੀਂ ਮੰਗਤੇ ਬਣ ਕੇ ਉਹਨਾਂ ਕੋਲ। ਤਾਲੀਵਾਲ ਸਾਹਿਬ, ਮੈਂ ਇੱਥੇ ਥੋੜਾ ਟੋਕਣਾ ਚਾਹੂੰਗਾ ਕਿਉਂਕਿ ਸਾਡੇ ਵਿੱਚ ਨੇ ਅੰਸ਼ੂ ਕਟਾਰੀਆ ਜੀ, ਇਸ ਤੋਂ ਬਾਅਦ ਮੈਂ ਡਾਇਰੈਕਟ ਉਹਨਾਂ ਕੋਲ ਡਾਟਾਬੇਸ ਇਨਫੋਰਮੇਸ਼ਨ ਤੇ ਆਉਂ। ਹਾਂਜੀ, ਤੁਸੀਂ ਜਿਹੜੀਆਂ ਕੋਈ ਆਪਣੀ ਹੋਰ ਪਾਲਿਸੀਜ਼ ਨੇ ਸਾਰੀਆਂ, ਉਹਨਾਂ ਨੂੰ ਮੈਂ ਚਾਹੂੰਗਾ ਬਰੀਫ ਦੇ ਵਿੱਚ ਆਪਾਂ ਸਿੱਧਾ ਪਾਲਿਸੀ ਦੇ ਬਾਰੇ ਥੋੜਾ ਚਾਨਣਾ ਪਾਈਏ ਤੇ ਉਹਦੇ ਆਪਾਂ ਸੋਲੂਸ਼ਨ ਵੱਲ ਫਿਰ ਵਧਾਂਗੇ ਆਪਾਂ ਐਂਡ ਦੇ ਵਿੱਚ ਕਨਕਲੂਜਨ ਵੇ। ਤੇ ਉਹਨਾਂ ਪਾਲਿਸੀਜ਼ ਜਿਹੜੀਆਂ ਕਿ ਸਾਨੂੰ ਬੈਡਲੀ ਇਫੈਕਟ ਕਰ ਰਹੀਆਂ ਨੇ, ਤੁਸੀਂ ਆਪਾਂ ਸਿੱਧਾ ਉਹਨਾਂ ਪਾਲਿਸੀਜ਼ ਵੱਲ ਇਸ਼ਾਰਾ ਕਿਉਂਕਿ ਤੁਹਾਡਾ। ਮੈਂ ਤੀਜੇ ਨੰਬਰ ਜਿਹੜੀ ਪਾਲਿਸੀ ਦਾ ਤੁਸੀਂ ਜਿਵੇਂ ਟਰਾਂਸਪੋਰਟ ਦੀ ਮੈਂ ਗੱਲ ਕੀਤੀ ਹੈ, ਟਰਾਂਸਪੋਰਟ ਟੈਕਸ ਸਾਨੂੰ ਫ੍ਰੀ ਹੋਣਾ ਚਾਹੀਦਾ। ਦੂਸਰੀ ਜਿਹੜੀ ਹੈਗੀ ਆ, ਸਾਨੂੰ ਜਿਹੜਾ ਇਲੈਕਟ੍ਰਿਸਿਟੀ ਦਾ ਹੈਗਾ ਉਹ ਸਾਨੂੰ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਸਾਡਾ ਜਿਹੜਾ ਹੈਗਾ ਇਲੈਕਟ੍ਰਿਸਿਟੀ ਦਾ, ਉਹ ਸਾਨੂੰ ਜਿਸ ਤਰ੍ਹਾਂ ਇੰਡਸਟਰੀ ਤੇ ਜਿਹੜਾ ਲੱਗਦਾ ਹੈਗਾ ਉਹੀ ਟੈਰਿਫ ਸਾਨੂੰ ਲੱਗਣਾ ਚਾਹੀਦਾ। ਤੀਸਰੀ ਜਿਹੜੀ ਬਹੁਤ ਵੱਡੀ ਗੱਲ ਆ, ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਅਫੈਕਟ ਕਰ ਰਹੇ ਆ ਜਿਹੜੇ ਪੁਰਾਣੇ ਬਣੇ ਹੋਏ ਇੰਸਟੀਟਿਊਸ਼ਨ ਆ। ਦੇਖੋ CLU ਦੀ ਪਾਲਿਸੀ 2008 ਦੇ ਵਿੱਚ ਲਾਗੂ ਹੋਈ, ਜਿਹੜੀ ਇੱਕ ਇਹਨਾਂ ਨੇ ਟਾਊਨ ਐਂਡ ਪਲੈਨਿੰਗ ਡਿਪਾਰਟਮੈਂਟ ਤੋਂ ਕੀਤੀ, ਇੱਕ ਇੰਸਟੀਟਿਊਸ਼ਨ ਕੀਤੀ। ਜਿਹੜੀ ਬਿਲਡਿੰਗ ਪਲਾਨ ਦੀ ਪਾਲਿਸੀ 2005 ਤੋਂ ਲਾਗੂ ਹੋਈ। ਉਦੋਂ ਪਹਿਲਾਂ ਦੇ ਜਿਹੜੇ ਇੰਸਟੀਟਿਊਸ਼ਨਸ ਬਣੇ ਆ 2008 ਤੋਂ ਪਹਿਲਾਂ, ਉਹਨਾਂ ਇੰਸਟੀਟਿਊਸ਼ਨਸ ਨੂੰ ਵਨ ਟਾਈਮ ਸੈਟਲਮੈਂਟ ਦੇ ਤਹਿਤ ਜਿਹੜਾ ਗਵਰਨਮੈਂਟ ਨੂੰ CLU ਤੇ ਬਿਲਡਿੰਗ ਪਲਾਨ ਜਿਹੜਾ ਹੈਗਾ ਉਹ ਅਪਰੂਵ ਕਰਨੇ ਚਾਹੀਦੇ ਤਾਂ ਕਿ ਇਹ ਤਲਵਾਰ ਲਟਕਦੀ ਨਾ ਰਹੇ। ਭਾਵੇਂ ਉਹਨਾਂ ਤੋਂ ਥੋੜਾ ਬਹੁਤ ਜਿਹੜਾ ਹੈਗਾ ਵਨ ਟਾਈਮ ਦੇ ਵਿੱਚ ਜਿਵੇਂ 5 ਰੁਪਏ ਸਕੁਅਰ ਫੀਟ ਹਿਸਾਬ ਨਾਲ ਲੈ ਲੈਣ ਬਿਲਡਿੰਗਾਂ ਦਾ, ਉਹਨਾਂ ਨੂੰ ਕਰਕੇ ਰੈਗੂਲਰਾਈਜ਼ ਕਰ ਜੀ। ਚਲੋ ਇਸ ਤਰ੍ਹਾਂ ਦੀ ਸਪੋਰਟ ਜੇ ਮਿਲ ਜਾਵੇ। ਦੂਜੀ ਗੱਲ, ਗਵਰਨਮੈਂਟ ਵੀ ਆਪ ਸਪੋਰਟ ਨਹੀਂ ਕਰ ਸਕਦੀ ਕਿਸੇ ਗੱਲ ਲਈ, ਤਾਂ ਇੰਡਸਟਰੀ ਨੂੰ ਸਾਡੇ ਨਾਲ ਆਪਦੇ ਨਾਲ ਪਲੇਟਫਾਰਮ ਤੇ ਲਿਆ ਕੇ CSR ਦਾ ਪੈਸਾ ਜਿਹੜੀਆਂ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਤਾਂ ਕਿ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਸਪੋਰਟ ਮਿਲੇ, ਨਾਲੇ ਜਿਹੜੀਆਂ ਹੈਗੀਆਂ ਇੰਡਸਟਰੀ ਨੂੰ ਵੀ ਸਪੋਰਟ ਮਿਲੂਗੀ, ਉਹਨਾਂ ਨੂੰ ਇੱਕ ਚੰਗੇ ਜਿਹੜੇ ਹੈਗੇ ਆ ਉਹ EMPLOYE ਮਿਲਣਗੇ ਜੀ। ਮੈਂ ਇਹ ਗੱਲ ਨਾਲ ਆਪਦੀ ਗੱਲ ਖਤਮ ਕਰਦਾ। ਸ਼ਾਇਦ ਸੌਰੀ ਮੈਂ ਸਮਾਂ ਵੱਧ ਲੈ ਗਿਆ। ਪਿਛਲੇ 5-7 ਸਾਲਾਂ ਤੋਂ ਜੂਝ ਰਿਹਾ, ਮੈਂ ਲੋਕਾਂ ਦਾ ਰਵੱਈਆ ਵੀ ਦੇਖ ਰਿਹਾ, ਮੈਂ ਸਰਕਾਰਾਂ ਦਾ ਰਵੱਈਆ ਵੀ ਦੇਖ ਰਿਹਾ, ਮੈਂ ਸਾਡੇ ਆਪਦੇ ਐਜੂਕੇਟਰ ਭਰਾਵਾਂ ਦਾ ਰਵੱਈਆ ਵੀ ਦੇਖ ਰਿਹਾ। ਇਸ ਕਰਕੇ ਮੈਂ ਅੱਜ ਇਮੋਸ਼ਨਲ ਹੋ ਕੇ ਗੱਲ ਕਹਿ ਰਿਹਾ ਕਿਉਂਕਿ ਮੈਂ ਤਾਂ ਨਾ ਇਹ ਗੱਲਾਂ ਤੋਂ ਤੰਗ ਹੋ ਕੇ ਪਿੱਛੇ ਮੈਂ ਪੁੱਡੀਆ ਤੋਂ ਰਿਜ਼ਾਈਨ ਵੀ ਦੇਤਾ। ਚਲੋ ਤਾਲੀਵਾਲ ਸਾਹਿਬ, ਧੰਨਵਾਦ ਤੁਹਾਡਾ। ਆਪਾਂ ਕਿਉਂਕਿ ਮੇਰੇ ਕੋਲ ਕੁਐਸਚਨ ਟਾਈਪ ਹੋ ਕੇ ਕੁਐਸਚਨ ਵੀ ਆ ਰਹੇ ਨੇ, ਮੈਂ ਉਹਨਾਂ ਦਾ ਵੀ ਜਿਹੜੇ ਸਾਡੇ ਪੈਨਲਿਸਟ ਨੇ ਉਹਨਾਂ ਨਾਲ ਡਿਸਕਸ਼ਨ ਕਰਨੀ ਹੈ।
ਕਿ ਜਿਹੜਾ ਸਾਡੇ ਫਾਈਨੈਂਸ਼ੀਅਲ ਕ੍ਰਾਈਸਿਸ ਪੈਦਾ ਹੋ ਰਿਹਾ ਇਹਨੂੰ ਆਪਾਂ ਨੇ ਕਿਵੇਂ ਕਿਉਂਕਿ ਜਿਹੜੀ ਦੂਸਰੀਆਂ ਪਾਲਿਸੀਜ਼ ਨੇ ਇਹ ਫਿਰ ਵੀ ਲੰਬੀ ਲੜਾਈ ਹੈ, ਇਹ ਚੱਲਦੀ ਰਹਿਣੀ ਹੈ। ਤੇ ਜਿਹੜਾ ਇਸ ਟਾਈਮ ਸਾਨੂੰ ਮੌਜੂਦਾ ਵਿੱਤੀ ਸੰਕਟ ਪੈਦਾ ਹੋ ਚੁੱਕਿਆ ਤੇ ਹੋਣ ਜਾ ਰਿਹਾ, ਜਿਸ ਦੇ ਲਈ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਨੇ ਜਿੱਡਾ ਸਿਰ ਓਡੀ ਸਿਰ ਪੀੜਾ, ਜਿੱਡੀ ਇੰਸਟੀਟਿਊਸ਼ਨ ਹੈ ਉਹਦੇ ਅੱਗੇ ਉਨੇ ਹੀ ਖਰਚੇ ਖੜੇ ਨੇ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਸਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਪਿਛਲੇ 2-3 ਸਾਲਾਂ ਤੋਂ ਨਹੀਂ ਮਿਲਿਆ, 1850 ਕਰੋੜ ਰੁਪਈਆ ਸਾਡਾ ਸੰਸਥਾਵਾਂ ਦਾ ਸਰਕਾਰ ਪਾਸ ਖੜਾ, ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੈਲਰੀਜ਼ ਦਾ ਕੀ ਬਣੂਗਾ, ਸਾਡੇ EMPLOYEES ਦਾ ਕੀ ਬਣੂਗਾ, ਇਸ ਡਿਸਕਸ਼ਨ ਤੇ ਆਪਾਂ ਆਉਣੇ ਆ। ਤੇ ਪਹਿਲਾਂ ਮੈਂ ਸਿੱਧਾ ਰੁਖ ਕਰਦਾ ਜੀ ਅੰਸ਼ੂ ਕਟਾਰੀਆ ਜੀ, ਜਿਹੜੇ ਪ੍ਰੈਜ਼ੀਡੈਂਟ ਕੁੱਕਾ ਹੈਗੇ ਆ ਤੇ ਨਾਲ ਸਾਡੇ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਚ ਵੀ ਇਹ ਡਾਇਰੈਕਟਰ ਨੇ ਤੇ ਬੜੇ ਐਕਟਿਵ ਪਰਸਨ ਨੇ ਇਹ, ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ ਵੱਖ-ਵੱਖ ਐਸੋਸੀਏਸ਼ਨਾਂ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਨੇ। ਇਹਨਾਂ ਕੋਲ ਸਾਰਾ ਡਾਟਾ ਹੈ ਜੀ। ਵੀ ਜਿਹੜਾ ਮੇਰੇ ਕੋਲ ਹੁਣੇ ਸਵਾਲ ਆਇਆ ਸੀ ਇੱਕ ਟਾਈਪ ਹੋ ਕੇ ਕਿ ਫਾਈਨੈਂਸ਼ੀਅਲ ਕ੍ਰਾਈਸਿਸ, ਇਸ ਤੋਂ ਪਹਿਲਾਂ ਕਿ ਅਸੀਂ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਡਿਸਕਸ ਕਰੀਏ, ਪਹਿਲਾਂ ਅਸੀਂ ਗੱਲ ਕਰ ਲਈਏ ਵੀ ਸਾਡਾ ਸਰਕਾਰਾਂ ਵੱਲ ਕਿੰਨਾ ਪੈਸਾ ਰਹਿੰਦਾ, ਉਹਦੇ ਪਿੱਛੇ ਲੜਾਈ ਕਿੱਥੋਂ ਤੱਕ ਪਹੁੰਚ ਚੁੱਕੀ ਹੈ, ਕਿੰਨੀ ਲੜਾਈ ਅਸੀਂ ਲੜੀ ਹੈ ਤੇ ਉਸ ਦਾ ਕੀ ਪ੍ਰੈਜ਼ੈਂਟ ਸਟੇਟਸ ਹੈਗਾ। ਤੇ ਉਹ ਸਾਰਾ ਡਾਟਾ ਜਿਹੜਾ ਹੈਗਾ ਫਿਗਰ ਸਹਿਤ ਤੇ ਪੂਰਾ ਮੈਂ ਬੇਨਤੀ ਕਰਦਾ ਅੰਸ਼ੂ ਕਟਾਰੀਆ ਜੀ ਨੂੰ ਕਿ ਉਹ ਸਾਡੇ ਸਾਰੇ ਜਿਹੜੇ ਨੇ ਲੀਡਰ ਸਾਹਮਣੇ ਰੱਖਣ। ਔਰ ਨਾਲ ਹੀ ਮੈਂ ਇੱਕ ਐਪਰੀਸ਼ੀਏਟ ਕਰਨਾ ਚਾਹੁੰਦਾ, ਮੈਂ ਇਸ ਵੈਬੀਨਾਰ ਦੇ 100 ਇੰਸਟੀਟਿਊਸ਼ਨ ਜਿਹੜੇ ਲੀਡਰਸ ਲਈ ਰੱਖਿਆ ਸੀ ਤੇ ਜਦੋਂ ਦਾ ਇਹ ਵੈਬੀਨਾਰ ਸਟਾਰਟ ਹੋਇਆ ਤੁਸੀਂ ਆਪਣੀ ਫਿਗਰ ਦੇਖੋ ਪੂਰੀ 100 ਇਸ ਟਾਈਮ ਮੇਨਟੇਨਡ ਹੈ ਤੇ ਬਹੁਤ ਸਾਰੇ ਟਰਾਈ ਕਰ ਰਹੇ ਨੇ ਇਸ ਨੂੰ ਜੁੜਨ ਦੀ। ਸੋ ਇਸ ਲਈ ਮੈਂ ਸਾਰੇ ਨੂੰ ਜਿਹੜਾ ਹੈਗਾ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇੰਟਰਸਟ ਦਿਖਾਇਆ ਤੇ ਉਹ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ ਤੋਂ। ਹਾਂਜੀ ਅੰਸ਼ੂ ਕਟਾਰੀਆ ਜੀ। ਸਭ ਤੋਂ ਪਹਿਲਾਂ ਜਗਜੀਤ ਸਿੰਘ ਜੀ ਮੁਬਾਰਕਬਾਦ। ਥੈਂਕ ਯੂ ਜੀ। 100 ਬੰਦੇ ਤਾਂ ਆਪਣੀ ਆਲਮੋਸਟ ਪੂਰੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਆਪਣੇ ਨਾਲ ਹੈ ਔਰ ਜਗਜੀਤ ਜੀ ਵਧਾਈ ਦੇ ਪਾਤਰ ਹੈ ਕਿਉਂਕਿ ਇਹ ਪਲੇਟਫਾਰਮ ਕ੍ਰੀਏਟ ਕੀਤਾ। ਇਹ ਤੋਂ ਪਹਿਲਾਂ ਜੈਕ ਜਗਜੀਤ ਸਿੰਘ ਨੇ ਬੜਾ ਐਕਟਿਵਲੀ ਕੰਮ ਕੀਤਾ, ਪੱਪਾ ਜੀ ਬੜੀ ਸਪੋਰਟ ਕੀਤੀ ਔਰ ਨਾਲ ਹੀ ਇਸ ਟਾਈਮ ਆਪਣੇ ਲਾਈਨ ਤੇ ਨਹੀਂ ਹੈ ਰਿਸ਼ਪਾਲ ਧਾਲੀਵਾਲ ਜੀ, ਮਨਜੀਤ ਜੀ ਲਾਈਨ ਤੇ ਮੇਰੇ ਖਿਆਲ ਹੈਗੇ ਨੇ, ਇਹਨਾਂ ਨੇ ਵੀ ਵਿੱਚ ਐਫਰਟ ਕੀਤੇ, ਰਿਸ਼ਪਾਲ ਧਾਲੀਵਾਲ ਜੀ ਨੇ, ਮਨਜੀਤ ਜੀ ਨੇ, ਚੰਨੀ ਜੀ ਨੇ, ਕਿ ਆਪਾਂ ਮਿਲ ਕੇ ਕਿੱਦਾਂ ਕਾਮਨ ਮਿਨੀਮਮ ਪ੍ਰੋਗਰਾਮ ਬਣਾਈਏ ਜੇ ਮਹਾਰਾਸ਼ਟਰ ਸਰਕਾਰ ਬਣ ਸਕਦੀ ਹੈ ਜਾਂ ਦਿੱਲੀ ਚ ਜਿਹੜੀ ਹੈ ਯੂਪੀ ਐਨਡੀਏ ਕੰਮ ਕਰ ਸਕਦੀ ਹੈ, ਕਿਉਂ ਨਾ ਇਦਾਂ ਦਾ ਇੱਕ ਏਜੰਡਾ ਬਣਾਈਏ ਜਿੰਦੇ ਚ ਛੋਟੇ ਇੰਸਟੀਟਿਊਸ਼ਨਸ ਤੇ ਨਾਲ ਵੱਡੇ ਮਿਲ ਕੇ ਇਦਾਂ ਦਾ ਇੱਕ ਏਜੰਡਾ ਬਣਾਉਣ ਜਿਹਦੇ ਨਾਲ ਆਪਾਂ ਗਵਰਨਮੈਂਟ ਦੇ ਅੱਗੇ ਰਿਪਰੈਜ਼ੈਂਟ ਕਰ ਸਕੀਏ। ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਾਡਾ ਛੋਟਾ ਇੰਸਟੀਟਿਊਸ਼ਨ ਕਿਉਂ ਮਰ ਰਿਹਾ ਹੈ? ਉਹ ਮਰ ਰਿਹਾ ਫਾਈਨੈਂਸ਼ੀਅਲ ਗਰਾਊਂਡਸ ਤੇ, ਜਿੰਦੇ ਕਰਕੇ ਜੇ 1600 ਕਾਲਜ ਹੈ ਤਾਂ ਮੇਰੇ ਖਿਆਲ 1500 ਕਾਲਜ ਇਸ ਟਾਈਮ ਜਿਹੜੇ ਉਹਨਾਂ ਦੀ ਆਕਸੀਜਨ ਖਤਮ ਹੋ ਚੁੱਕੀ ਹੈ ਜੀ। ਕੀ ਹੈ ਦੇਖੋ ਪੰਜਾਬ ਦਾ ਬੱਚਾ ਸਾਰਾ ਬਾਹਰ ਜਾ ਰਿਹਾ ਫੋਰਨ, ਚਲੋ ਕੋਰੋਨਾ ਤੋਂ ਬਾਅਦ ਕੀ ਇੰਪੈਕਟ ਪੈਂਦਾ ਦੈਟ ਇਜ਼ ਡਿਫਰੈਂਟ ਇਸ਼ੂ, ਬਟ ਇਦੋਂ ਪਹਿਲਾਂ ਪਾਸ ਦੇ ਵਿੱਚ ਪੰਜਾਬ ਦਾ ਪਿਛਲੇ 3-4 ਸਾਲਾਂ ਦੇ ਵਿੱਚ ਇੰਨਾ ਬੱਚਾ ਬਾਹਰ ਗਿਆ ਔਰ ਸਾਡੇ ਕੋਲ ਪੰਜਾਬ ਦੇ ਵਿੱਚ 33% ਪਾਪੂਲੇਸ਼ਨ ਐਸਸੀ ਦੀ ਪਾਪੂਲੇਸ਼ਨ ਹੈ ਜੀ। ਉਹ ਸਾਡੀ ਡਿਪੈਂਡੈਂਸ ਇੰਸਟੀਟਿਊਸ਼ਨ ਦੀ, ਕਈ ਲੋਕ ਕਹਿੰਦੇ ਐਸਸੀ ਭਰ ਲੈਂਦੇ, ਅਸੀਂ ਕਰੀਏ ਕੀ? ਸਾਡਾ ਇੰਸਟੀਟਿਊਸ਼ਨ ਵੀ ਆਰ ਨਾਟ 5 ਸਟਾਰ, ਵੀ ਆਰ ਨਾਟ 7 ਸਟਾਰ। ਸਾਡਾ ਇੰਸਟੀਟਿਊਸ਼ਨ ਸਾਨੂੰ ਜਿਹੜੇ ਸਾਡੇ ਕੋਲ ਬੱਚੇ ਐਸਸੀ ਆਉਂਦੇ ਸਾਨੂੰ ਐਡਮਿਟ ਕਰਨੇ ਪੈਂਦੇ ਆ। ਔਰ ਮੈਂ ਆ ਸ਼ੀਟ ਦਿਖਾਣਾ ਚਾਹਾਂਗਾ, ਡਿਟੇਲ ਟਾਈਮ ਨਹੀਂ ਲਊਂਗਾ। ਇਹ ਮੈਂ ਹਿੰਦੁਸਤਾਨ ਦੀ ਕਈ ਸਟੇਟਾਂ ਵਿਜ਼ਿਟ ਕੀਤੀਆਂ, ਉੱਥੇ ਜਾ ਕੇ ਉੱਥੋਂ ਦੇ ਸਰਕਾਰ ਦੇ ਸਿਸਟਮ ਸਟੱਡੀ ਕੀਤੇ, ਉੱਥੋਂ ਦੀਆਂ ਐਸੋਸੀਏਸ਼ਨਾਂ ਮੀਟਿੰਗ ਕੀਤੀਆਂ ਔਰ ਮੈਂ ਹੈਰਾਨ ਸੀ ਦੇਖ ਕੇ ਕਿ ਪੰਜਾਬ ਉਸ ਪੂਰੇ ਗ੍ਰਾਫ ਐਂਡ ਤੇ ਆ ਰਿਹਾ ਹੈ। ਸਾਡੇ ਕੋਲ 16-17 ਦਾ 415, 17-18 ਦਾ 533 ਕਰੋੜ ਰੁਪਇਆ, 18-19 ਦਾ 437 ਕਰੋੜ ਰੁਪਇਆ ਔਰ 19-20 ਦਾ 450 ਕਰੋੜ, ਮੀਨਸ 1840 ਕਰੋੜ ਰੁਪਇਆ ਸਾਡਾ ਪੈਂਡਿੰਗ ਹੈ ਜੀ। ਔਰ ਇਹ ਸਾਡੇ ਨਾਲ ਇਹ ਕਾਮਨ ਮਿਨੀਮਮ ਪ੍ਰੋਗਰਾਮ ਚ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਟਾਪ ਏਜੰਡਾ ਤੇ ਆਉਂਦੀ ਹੈ ਔਰ ਜੇ ਕੁਝ ਮਿਲ ਗਿਆ, ਆਪਾਂ ਮਿੱਤਲ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਉਹਨਾਂ ਦੇ ਦਰਵਾਜ਼ੇ ਛੋਟੇ ਇੰਸਟੀਟਿਊਸ਼ਨ ਲਈ ਖੁੱਲੇ ਨੇ। ਸਤਨਾਮ ਜੀ ਨੇ ਬਹੁਤ ਵਧੀਆ ਥੰਬਸ ਅਪ ਕੀਤਾ ਔਰ ਪਿਛਲੇ ਦਿਨਾਂ 'ਚ ਸਤਨਾਮ ਜੀ ਨੇ ਸਾਡੇ ਕੁਝ ਮੁੱਦੇ ਸੀ ਐਸੋਸੀਏਸ਼ਨ ਦੇ ਬੜੇ ਵਧੀਆ ਢੰਗ ਨਾਲ ਸੋਲਵ ਕਰਾਏ ਔਰ ਹੁਣ ਵੀ ਸੋਲਵ ਕਰਾ ਰਹੇ ਹੈ। ਜੇਕਰ ਆਪਾਂ ਮਿਲ ਕੇ ਏਦਾਂ ਦਾ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਆਪਾਂ ਇਹ ਮਸਲੇ ਹੱਲ ਕਰਾ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਛੋਟੇ ਇੰਸਟੀਟਿਊਸ਼ਨ ਨਾਲ ਲਵਾਂਗੇ। ਬਟ ਸਾਡੇ ਇੰਸਟੀਟਿਊਸ਼ਨ ਜਿਹੜੇ 15-16 ਅੰਸ਼ੂ ਜੀ ਮੈਂ ਇੱਥੇ ਤੁਹਾਨੂੰ ਟੋਕਣਾ ਚਾਹੂੰਗਾ ਕਿਉਂਕਿ ਜਿਹੜੇ ਆਪਣੇ ਪੈਨਲਿਸਟ ਨੇ ਸਰਦਾਰ ਸਤਨਾਮ ਸਿੰਘ ਜੀ ਉਹਨਾਂ ਨੇ ਸਾਡੇ ਰੋਲ ਬਾਰੇ ਗੱਲ ਕੀਤੀ ਹੈ ਤੇ ਅਸ਼ੋਕ ਜੀ ਨੇ ਜਿਹੜਾ ਇਸ ਸਿਸਟਮ ਦੇ ਦੌਰ ਦੇ ਵਿੱਚ ਕਿਵੇਂ ਆਪਾਂ ਆਪਦੀ ਜਿਹੜੀ ਹੋਂਦ ਬਰਕਰਾਰ ਰੱਖ ਸਕਦੇ ਹਾਂ, ਧਾਲੀਵਾਲ ਸਾਹਿਬ ਨੇ ਪਾਲਿਸੀ ਬਾਰੇ ਗੱਲ ਕੀਤੀ ਹੈ ਤੇ ਸਾਰੇ ਜਿਹੜੇ ਪਾਰਟਿਸਪੈਂਟਸ ਨੇ ਉਹ ਜਿਹੜਾ ਜਾਣਨਾ ਚਾਹੁੰਦੇ ਨੇ ਸਿੱਧੀ ਗੱਲ ਡਾਟਾਬੇਸ ਦੇ ਉੱਤੇ ਵੀ ਜੁਆਇੰਟ ਐਕਸ਼ਨ ਕਮੇਟੀ ਨੇ ਹੁਣ ਤੱਕ ਕੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਐਫਰਟਸ ਕੀਤੀਆਂ, ਕਿਉਂਕਿ ਬਹੁਤ ਸਾਰੇ ਕਾਲਜਾਂ ਦਾ ਸਵਾਲ ਹੁੰਦਾ ਜੀ ਕੁਝ ਹੋ ਨਹੀਂ ਰਿਹਾ, ਕਿਉਂਕਿ ਮੈਂ ਵਿੱਚ ਸਿਸਟਮ ਦਾ ਹਿੱਸਾ ਹੈਗਾ, ਮੈਨੂੰ ਪਤਾ ਕੀ ਕੁਝ ਹੋ ਰਿਹਾ ਤੇ ਕਿੰਨਾ ਕੀ ਕੁਝ ਹੋਇਆ, ਕਾਰਨ ਕੀ ਆ ਵੀ ਰੁਕਿਆ ਹੋਇਆ ਤੇ ਕਿੱਥੇ ਫਾਲਟ ਹੈ, ਇਹਦੇ ਲਈ ਸਟੇਟ ਰਿਸਪੌਂਸਿਬਿਲਟੀ ਹੈ ਜਾਂ ਸੈਂਟਰ ਰਿਸਪੌਂਸਿਬਿਲਟੀ ਫਿਕਸ ਹੁੰਦੀ ਹੈ ਤੇ ਅੱਗੇ ਸਾਡਾ ਕੀ ਭਵਿੱਖ ਹੈ। 1800 ਜਿਹੜਾ ਤੁਸੀਂ 50 ਕਰੋੜ ਰੁਪਈਆ ਗੱਲ ਕਰ ਰਹੇ ਹੋ,
ਇਹ ਆਪਾਂ ਇਹ ਥੋੜਾ ਇਹਦੀ ਹਿਸਟਰੀ ਦੱਸਦੇ ਹੋਏ ਬਰੀਫ ਦੇ ਵਿੱਚ ਤੁਸੀਂ ਫੈਕਟ ਬੇਸਡ ਇਨਫੋਰਮੇਸ਼ਨ ਪਲੀਜ਼ ਪ੍ਰੋਵਾਈਡ ਕਰੋ। 15 ਕਰੋੜ ਤੋਂ ਸਟਾਰਟ ਕਰਦਾ, ਜਦੋਂ ਲਾਸਟ ਟਾਈਮ ਆਪਣੇ ਕੋਲ 115 ਕਰੋੜ ਆਇਆ ਸੀਗਾ ਔਰ ਆਪਾਂ ਪੰਜਾਬ ਦੇ ਸਾਰੇ 1600 ਕਾਲਜ ਨੇ ਮਿਲ ਕੇ ਇੱਕ ਦਿਨ ਲਈ ਬਲੈਕਆਊਟ ਕੀਤਾ ਸੀਗਾ। ਸਾਰੀਆਂ 13 ਇੰਸਟੀਟਿਊਸ਼ਨ ਤੁਸੀਂ ਹਿੰਮਤ ਕੀਤੀ ਸੀ, ਵਾਲੀਆ ਨੇ ਹਿੰਮਤ ਕੀਤੀ, ਧਾਲੀਵਾਲ ਸਾਹਿਬ ਨੇ ਹਿੰਮਤ ਕੀਤੀ ਔਰ ਆਪਾਂ ਇੱਕ ਦਿਨ ਲਈ ਬਲੈਕਆਊਟ ਕੀਤਾ ਸੀਗਾ। ਉਸ ਤੋਂ ਬਾਅਦ ਥੋੜੇ ਪੈਸੇ 323 ਕਰੋੜ ਵੀ ਆਏ, ਥੋੜੇ ਹੋਰ ਪੈਸੇ ਵੀ ਆਏ, ਬਟ ਮਸਲਾ ਹੈ ਕਿ ਜਦੋਂ ਸਾਡੀ ਸਟੇਟ ਦਾ ਬਿੱਲ 2,70,000 ਬੱਚਾ ਸਾਡੇ ਕੋਲ ਇਸ ਟਾਈਮ ਪੜ੍ਹ ਰਿਹਾ ਹੈ, ਤੇ ਇਹਦਾ ਬਿੱਲ ਜਿਹੜਾ ਪੁਰਾਣੇ ਵਾਲਾ ਬਿੱਲ ਨਹੀਂ ਰਹੇਗਾ, ਕੋਰਸ ਇਨਕਰੀਜ਼ ਹੋਏਗਾ। ਨੰਬਰ 1। ਨੰਬਰ 2, ਸੈਂਟਰ ਦੇ ਵਿੱਚ ਥਾਵਰਚੰਦ ਗਹਿਲੋਤ ਜੀ ਮੰਤਰੀ ਬਣੇ ਨੇ, ਰਤਨ ਲਾਲ ਕਟਾਰੀਆ ਜੀ ਮਿਨਿਸਟਰ ਬਣੇ ਨੇ, ਸੋਮ ਪ੍ਰਕਾਸ਼ ਜੀ ਮਿਨਿਸਟਰ ਬਣੇ ਨੇ। ਮੇਰੇ ਖਿਆਲ ਸੋਮ ਪ੍ਰਕਾਸ਼ ਨਾਲ ਮੇਰੀਆਂ 4-5 ਮੀਟਿੰਗਾਂ ਹੋ ਚੁੱਕੀਆਂ। ਪਹਿਲਾਂ ਸਟੇਟ ਦੇ ਲੈਵਲ ਤੇ ਯੂਸੀ ਦੀ ਡਿਲੇ ਸੀਗੀ, ਹੁਣ ਯੂਸੀ ਚਲਾ ਗਿਆ, ਉੱਪਰੋਂ ਕੋਰੋਨਾ ਵਾਇਰਸ ਦਾ ਇਹ ਪ੍ਰੋਬਲਮ ਆ ਗਈ ਔਰ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਆਡਿਟ ਦੇ ਜੇ ਕਿਤੇ ਆਪਾਂ ਦੁਬਾਰਾ ਰੌਲਾ ਪਾਇਆ ਤਾਂ ਸ਼ਾਇਦ ਆਡਿਟ ਦੁਬਾਰਾ ਸਟਾਰਟ ਹੋ ਜਾਏ। ਤੇ ਸਾਡੇ ਪੰਜਾਬ ਦੇ ਕਾਲਜ 8 ਵਾਰ ਆਡਿਟ ਝੇਲ ਚੁੱਕੇ, 8 ਵਾਰ। ਇਹ ਵੀ ਸਟੱਡੀ ਕੀਤਾ ਮੈਂ ਬਾਕੀ ਸਟੇਟਾਂ ਦੇ ਵਿੱਚ ਕਿ ਇੰਨਾ ਵੱਡਾ ਆਡਿਟ ਕਦੇ ਕਿਤੇ ਨਹੀਂ ਹੋਇਆ। ਜਿਹੜੀਆਂ ਸਟੇਟਾਂ ਲਾਈਕ ਮੱਧ ਪ੍ਰਦੇਸ਼ 100% 19 ਵੀਜ਼ਾ ਦੇ ਚੁੱਕੀ ਹੈ, ਮਹਾਰਾਸ਼ਟਰ ਰਾਜਸਥਾਨ ਜਿਹੜਾ ਉਹ ਦੇ ਚੁੱਕੀ ਹੈ 19 ਵੀਜ਼ਾ, ਔਰ ਸਾਡੇ ਇੱਥੇ ਅਜੇ 16-17 ਨਹੀਂ ਡਿਸਬਰਸ ਹੋਇਆ। ਨਾ ਸਿਰਫ ਪੋਸਟ ਮੈਟ੍ਰਿਕ ਸਕੋਲਰਸ਼ਿਪ ਬਲਕਿ ਸੇਮ ਸਟੇਟਸ ਹੈਗਾ OBC ਦਾ। ਅਸੀਂ 5-7 ਸਾਲ ਤੋਂ ਅਪਲਾਈ ਕਰੇ ਜਾ ਰਹੇ, ਸਾਨੂੰ OBC ਦਾ ਪੈਸਾ ਨਹੀਂ ਮਿਲ ਰਿਹਾ। ਨੰਬਰ 3, ਇਸ ਟਾਈਮ ਆਪਾਂ ਜੈਕ ਦੀ ਗੱਲ ਕੀਤੀ ਹੈ, ਧਾਰੀਵਾਲ ਸੀ ਜਗਜੀਤ ਸੀਗੇ ਕਿ ਜੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਡਿਲੇ ਹੁੰਦਾ ਹੈ ਤਾਂ ਸਾਡੀ ਜਿੰਨੀਆਂ ਐਂਡੋਮੈਂਟ ਫੰਡ, ਬੈਂਕ ਗਾਰੰਟੀਜ਼, FDRs ਇਹ ਇਮੀਡੀਏਟਲੀ ਰਿਲੀਜ਼ ਹੋ ਜਾਣ। ਔਰ ਕੱਲ ਹੀ ਨਵਾਂ AICTE ਦਾ ਫਰਮਾਨ ਆਇਆ ਜਿੰਦਾ ਮੈਂ ਇੱਕ ਲਾਈਨ 'ਚ ਮੀਨਿੰਗ ਦੱਸਦਾ ਕਿ ਪੇ ਸੈਲਰੀਜ਼, ਡੋਂਟ ਚਾਰਜ ਫੀਸ। 2 ਪੇਜਾਂ ਦਾ ਫਰਮਾਨ ਹੈ ਕਿ ਤੁਸੀਂ ਸੈਲਰੀਜ਼ ਤਾਂ ਪੇ ਕਰਦੇ ਰਹੋ, ਫੀਸ ਨਾ। ਮੇਰੇ ਖਿਆਲ ਇਸ ਹਾਲਾਤ ਦੇ ਵਿੱਚ ਜੀ ਤੁਸੀਂ ਮੋਡਰੇਟਰ ਹੋ, ਤੁਸੀਂ ਕੋਈ ਇਹਦਾ ਮਿਲ ਕੇ ਹੱਲ ਕੱਢੀਏ ਜਿਹਦੇ ਨਾਲ ਸਾਡੇ ਜਿਹੜੇ 1500-1600 ਕਾਲਜ ਐਸੇ ਜਿਹੜੇ ਫਾਈਨੈਂਸ਼ੀਅਲ ਜਿਹੜੇ ਸੰਕਟ 'ਚ ਨੇ ਉਹਨਾਂ ਨੂੰ ਆਪਾਂ ਬਾਹਰ ਕੱਢ ਸਕੀਏ। ਜੀ ਥੈਂਕ ਯੂ ਜੀ। ਇਹ ਸਨ ਸੀ ਡਾਕਟਰ ਅੰਸ਼ੂ ਕਟਾਰੀਆ ਜੀ ਜੋ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਐਕਟਿਵ ਮੈਂਬਰ ਨੇ। ਤੇ ਇੱਕ ਵਾਰ ਅਸੀਂ ਸਾਰੇ ਪੈਨਲਿਸਟਸ ਕੋਲ ਅਪਰੋਚ ਕੀਤੀ ਹੈ, ਪਰ ਬੀਇੰਗ ਪ੍ਰੈਜ਼ੀਡੈਂਟ B.Ed ਫੈਡਰੇਸ਼ਨ ਐਂਡ EDT ਫੈਡਰੇਸ਼ਨ, ਮੈਂ ਸਾਰੇ ਜਿਹੜੇ ਸਾਡੇ ਲੀਡਰ ਸਾਡੇ ਨਾਲ ਜੁੜੇ ਹੋਏ ਨੇ ਉਹ ਦੱਸਣਾ ਚਾਹਣਾ ਕਿ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਹੈ ਉਹ ਜਿਹੜਾ ਸਰਕਾਰਾਂ ਕੋਲ ਪੈਂਡਿੰਗ ਪਿਆ, ਉਹ ਤਾਂ ਇੱਕ ਪੈਂਡਿੰਗ ਪਿਆ ਹੀ ਹੈ। ਇਸ ਤੋਂ ਹਟ ਕੇ ਕੁਝ ਇਹੋ ਜਿਹੇ ਡਿਸੀਜਨ ਨੇ, ਜਦੋਂ ਦੀ ਗੱਲ ਅੰਸ਼ੂ ਕਟਾਰੀਆ ਜੀ ਕਹਿੰਦੇ ਨੇ ਉਹ ਤਾਂ ਅਕਾਲੀ ਸਰਕਾਰ ਹੁੰਦੀ ਸੀ ਜਦੋਂ ਆਪਾਂ ਨੇ ਸਾਰੇ ਕਾਲਜ ਬੰਦ ਕੀਤੇ ਸੀਗੇ, ਤੇ ਉਦੋਂ ਬਾਅਦ ਤਾਂ ਸਰਕਾਰ ਵੀ ਬਦਲ ਗਈ ਤੇ ਆਪਣੀ ਸਰਕਾਰ 3 ਸਾਲ ਪੂਰੇ ਵੀ ਕਰਨ ਨੂੰ ਆ ਗਈ ਹੈ, ਤੇ ਸਾਡਾ ਮੁੱਦਾ ਹਜੇ ਉੱਥੇ ਦਾ ਉੱਥੇ ਖੜਾ। ਉਹਦੇ ਵਿੱਚ ਕੁਝ ਐਸੋਸੀਏਸ਼ਨਾਂ ਸਾਡੀਆਂ ਇਹੋ ਜਿਹੀਆਂ ਨੇ, ਕੁਝ ਕਾਲਜ ਇਹੋ ਜਿਹੇ ਨੇ। ਸਾਡਾ ਮੁੱਦਾ ਉਹ ਤੋਂ ਵੀ ਗੰਭੀਰ ਹੈ ਕਿ ਸਰਕਾਰ ਨੇ ਚੱਕ ਕੇ ਸਾਡੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਸੀਗੀ ਉਹ ਗਵਰਨਮੈਂਟ ਇੰਸਟੀਟਿਊਸ਼ਨਾਂ ਦੇ ਬਰਾਬਰ ਕਰ ਦਿੱਤੀ। ਇੱਕ ਸਿੰਗਲ ਲੈਟਰ 16 ਦਾ ਉਸਨੇ ਸਾਡੇ ਤੋਂ ਉਹ ਮੁੱਦਾ ਵੀ ਹਜੇ ਤੱਕ ਜਿਹੜਾ ਹੈਗਾ ਠੀਕ ਨਹੀਂ ਹੋਇਆ ਹੈਗਾ। ਭਾਵੇਂ ਉਹਦੇ ਲਈ ਜਿਹੜੀਆਂ ਐਫਰਟਸ ਨੇ ਉਹ ਅਪਰੋਚ ਕਰਦੇ ਆ, ਮੰਤਰੀ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਨੇ, ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਨੇ, ਉਹ ਸਾਰਾ ਦਾ ਸਾਰਾ ਹੋ ਕੇ ਉਹ ਜਿਵੇਂ ਚੰਨੀ ਸਾਹਿਬ ਨੇ ਕਿਹਾ ਸ਼ਾਇਦ ਸਾਡੀ ਸਟਰੋਂਗ ਕੋਆਰਡੀਨੇਸ਼ਨ ਨਹੀਂ ਹੈਗੀ ਸਾਰੇ ਇੰਸਟੀਟਿਊਸ਼ਨ ਦੀ ਵੀ ਅਸੀਂ ਅੱਗੇ ਬੈਠ ਸਕੀਏ। ਤੋ ਹੁਣ ਮੇਰੇ ਕੋਲ ਜਿਹੜੇ ਸਵਾਲ ਆ ਰਹੇ ਨੇ ਉਸ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਪਲੇਟਫਾਰਮ ਹੈ ਇਸ ਤੋਂ ਹੀ ਇੱਥੋਂ ਇਹਦੇ ਹੱਲ ਲੱਭਣੇ ਨੇ। ਸਭ ਤੋਂ ਵੱਡਾ ਗੱਲ ਹੈ ਵੀ ਇਸ ਟਾਈਮ ਜਿਹੜਾ ਮੁੱਦਾ ਖੜਾ ਹੋਇਆ ਪਿਆ ਵੀ ਅਸੀਂ ਵਿਦਿਆਰਥੀਆਂ ਤੋਂ ਫੀਸ ਨਹੀਂ ਮੰਗ ਸਕਦੇ, ਔਰ ਕੁਝ ਸਾਡੇ ਆਪਦਾ ਵੀ ਮਨ ਨਹੀਂ ਹੈਗਾ ਸੀ ਹਜੇ ਤੱਕ ਵੀ ਇਹ ਸ਼ਾਇਦ ਲਾਕਡਾਊਨ 15 ਦਿਨ ਦਾ ਹੈਗਾ, 14 ਦਿਨ ਦਾ ਵੀ ਚਲੋ ਲੋਕਾਂ ਨੂੰ ਇਸ ਸਿਸਟਮ ਦੇ ਵਿੱਚੋਂ ਬਾਹਰ ਨਿਕਲਣ ਦੇ। ਪਰੰਤੂ ਜਦੋਂ ਕਿ ਹੁਣ ਇਹ ਲਾਕਡਾਊਨ ਵੱਧਦਾ ਜਾ ਰਿਹਾ ਤਾਂ ਉਸ ਮੌਕੇ ਦੇ ਉੱਤੇ ਜਿਹੜੀਆਂ ਫੀਸਾਂ ਨੇ, ਕਿਉਂਕਿ ਗਵਰਨਮੈਂਟ ਨੇ ਸਿੱਧਾ ਕਹਿ ਦਿੱਤਾ ਵੀ ਇਹ ਫੀਸਾਂ ਜਿਹੜੀਆਂ ਵਿਦਿਆਰਥੀਆਂ ਤੋਂ ਹਜੇ ਨਾ ਮੰਗੋ, ਕਿਉਂਕਿ ਲਾਕਡਾਊਨ ਜੋ ਆਪਾਂ ਨੂੰ ਸਾਰਿਆਂ ਨੂੰ ਨਜ਼ਰ ਆ ਰਿਹਾ ਵੀ ਮੈਨੂੰ ਨਹੀਂ ਲੱਗਦਾ ਵੀ ਇਹ 3 ਮਈ ਤੇ ਛੁਟਕਾਰਾ ਹੋ ਜਾਊਗਾ, ਅੱਗੇ ਜੂਨ ਤੱਕ ਜਾਂ ਕਿੱਥੇ ਤੱਕ ਜਾਂਦਾ ਪਰਮਾਤਮਾ ਜਾਣਦਾ। ਤੋ ਜੇ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਮੈਂ ਸਮਝਦਾ ਉਹ ਇਹ ਆ ਵੀ ਸਰਕਾਰ ਨੂੰ ਜਿਹੜੇ ਵਿਦਿਆਰਥੀ ਜਾਂ ਜਿਨ੍ਹਾਂ ਵਿਦਿਆਰਥੀਆਂ ਦੇ ਮਾਤਾ ਪਿਤਾ ਫੀਸ ਭਰਨ ਦੇ ਯੋਗ ਨੇ ਔਰ ਉਹਨਾਂ ਨੂੰ ਇਤਰਾਜ਼ ਵੀ ਕੋਈ ਨਹੀਂ ਹੈ, ਇਤਰਾਜ਼ ਵੀ ਉਹਨਾਂ ਨੂੰ ਕੋਈ ਨਹੀਂ ਹੈਗਾ, ਉਹਨਾਂ ਦੇ ਫਿਕਸ ਇਨਕਮ ਸੋਰਸਸ ਨੇ। ਸਾਡੀ ਸਟੇਟ ਆ ਜਿਹੜੀ ਐਗਰੀਕਲਚਰ ਸਟੇਟ ਆ, ਸਾਡੇ ਸਟੇਟ ਦੇ ਵਿੱਚ ਹੁਣ ਆ ਕਣਕ ਦੀ ਫਸਲ ਜਿਹੜੀ ਹੈਗੀ ਆ ਉਹ ਮੰਡੀਆਂ 'ਚ ਗਿਰ ਚੁੱਕੀ ਹੈ, ਗਿਰ ਰਹੀ ਹੈ, ਤੇ ਇਸ ਦੇ ਸਾਨੂੰ ਸਾਰੇ ਪੇਰੈਂਟਸ ਕੋਲ ਉਹਨਾਂ ਦੀ ਪੇਮੈਂਟ ਨਹੀਂ ਰੁਕਣੀ। ਤਾਂ ਇਹ ਜਿਹੇ ਮੌਕੇ ਦੇ ਉੱਤੇ ਸਾਡੇ ਜਿਹੜੀਆਂ ਫੀਸਾਂ ਨੇ ਉਹ ਕਿਉਂ ਰੁਕਣ? ਪਹਿਲਾ ਮੁੱਦਾ ਇਹ ਹੈ ਜੋ ਅੱਜ ਵਿਚਾਰਨ ਦਾ ਬਣਦਾ ਵੀ ਇਸ ਸੰਬੰਧੀ ਸਾਡਾ ਸਾਰੀਆਂ ਇੰਸਟੀਟਿਊਸ਼ਨ ਦਾ ਕੀ ਸਟੈਂਡ ਹੋਣਾ ਚਾਹੀਦਾ। ਸਾਨੂੰ ਸਰਕਾਰ ਨੂੰ, ਜਿਵੇਂ ਕਿ ਅਸੀਂ ਸਕੂਲ ਐਜੂਕੇਸ਼ਨ ਦੇ ਸਾਰੇ ਲੀਡਰਸ ਅਸੀਂ ਪੰਜਾਬ ਦੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਹਾਂ ਤੇ ਅਸੀਂ
ਬਜਿੰਦਰ ਸਿੰਗਲਾ ਜੀ ਨੂੰ ਅਪਰੋਚ ਕੀਤਾ ਵੀ ਤੁਸੀਂ ਪੇਰੈਂਟਸ ਨੂੰ, ਕਹਿੰਦੇ ਮੈਂ ਇਹ ਨਹੀਂ ਕਿਹਾ ਹੈਗਾ ਵੀ ਤੁਸੀਂ ਫੀਸ ਨਹੀਂ ਲੈਣੀ ਹੈਗੀ, ਮੈਂ ਕਿਹਾ ਸੀ ਵੀ ਲੋਕਡਾਊਨ ਦੌਰਾਨ ਨਹੀਂ ਲੈਣੀ। ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਲਿਖਤੀ ਤੌਰ ਦੇ ਉੱਤੇ ਵੀ, ਮੈਂ ਨਿੱਜੀ ਤੌਰ ਤੇ ਵੀ ਉਹਨਾਂ ਤੋਂ ਟਾਈਮ ਮੰਗਿਆ ਤੇ ਉਹਨਾਂ ਨੇ ਕਨਫਰਮੇਸ਼ਨ ਦਿੱਤੀ ਹੈ ਕੱਲ ਦੀ ਮੀਟਿੰਗ ਦੀ। ਤਾਂ ਉੱਥੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਵੀ ਜੋ ਪੇਰੈਂਟਸ ਨੇ ਜਿਹੜੇ ਉਹ ਭਰਨ ਦੇ ਯੋਗ ਨੇ ਔਰ ਭਰਨਾ ਚਾਹੁੰਦੇ ਨੇ, ਕਿਉਂਕਿ ਭਰਨੀ ਤਾਂ ਉਹਨਾਂ ਨੇ ਆ ਫੀਸ, ਜਦ ਤੁਸੀਂ ਖੁਦ ਕਹਿ ਰਹੇ ਹੋ ਵੀ ਇਸ ਲੋਕਡਾਊਨ ਪੀਰੀਅਡ ਦੀ ਫੀਸ ਪੇਰੈਂਟਸ ਨੇ ਭਰਨੀ ਹੀ ਹੈ, ਤਾਂ ਫਿਰ ਅਜਿਹੇ ਦੌਰ ਦੇ ਵਿੱਚ ਕਿਉਂ ਨਾ ਇਹ ਲਿਬਰਟੀ ਦਿੱਤੀ ਜਾਵੇ ਇੰਸਟੀਟਿਊਸ਼ਨਸ ਨੂੰ ਵੀ ਅਸੀਂ ਵੀ ਜ਼ਿੰਮੇਵਾਰ ਬੰਦੇ ਆ, ਅਸੀਂ ਸਿਰਫ ਉਹੀ ਪੇਰੈਂਟਸ ਨੂੰ ਜਿਹੜਾ ਫੀਸ ਭਰਨ ਲਈ ਜਿਹੜਾ ਹੈਗਾ ਕਹਾਂਗੇ ਜਿਹੜੇ ਆਸਾਨੀ ਨਾਲ ਭਰ ਸਕਣਗੇ, ਔਰ ਜਿਹੜੇ ਵਿਦਿਆਰਥੀਆਂ ਨੂੰ ਕੋਈ ਰੀਅਲ ਦੇ ਵਿੱਚ ਦਿੱਕਤ ਆ ਅਸੀਂ ਉਹਨਾਂ ਨੂੰ ਟਾਈਮ ਪੀਰੀਅਡ ਦੇਵਾਂਗੇ, ਉਹਨਾਂ ਤੋਂ ਅਸੀਂ ਕੋਈ ਫਾਈਨ ਨਹੀਂ ਲਵਾਂਗੇ ਤੇ ਜਿਹੜਾ ਆਪਣਾ ਕੋਈ ਇਸ ਤਰ੍ਹਾਂ ਦੇ ਜੁਰਮਾਨੇ ਨਹੀਂ ਵਸੂਲਾਂਗੇ, ਕਿਉਂਕਿ ਸਾਡੀਆਂ ਵੀ ਕੁਝ ਬੁਨਿਆਦੀ ਜਿਹੜੇ ਹੈਗੀਆਂ ਨੇ ਸਟੇਟ ਪ੍ਰਤੀ ਸਾਡੀ ਜ਼ਿੰਮੇਵਾਰੀਆਂ ਨੇ। ਸੋ ਦੂਸਰਾ ਮੁੱਦਾ ਹੈਗਾ ਸੈਲਰੀਜ਼ ਦਾ, ਤੇ ਮੈਨੂੰ ਇਹ ਜਿਹੜਾ ਸੈਲਰੀ ਦਾ ਮੁੱਦਾ ਮੈਂ ਅਗਰ ਖੁੱਲ ਕੇ ਇਸ ਵੈਬੀਨਾਰ ਦੇ ਵਿੱਚ ਕਹਿ ਸਕਦਾ ਤਾਂ ਕਿ ਜਿਹੜੀ ਆਵਾਜ਼ ਹੈਗੀ ਹੈ ਇਹ ਸਰਕਾਰਾਂ ਤੱਕ ਵੀ ਪਹੁੰਚੇ, ਤਾਂ ਪਹਿਲਾਂ ਹੀ ਬਹੁਤ ਸਾਰੇ ਇਹੋ ਜਿਹੇ ਵੱਖਰੇ ਵੱਖਰੇ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੀਆਂ 5-5 ਤੋਂ 7-7 ਮਹੀਨਿਆਂ ਤੋਂ ਤਨਖਾਹਾਂ ਪੈਂਡਿੰਗ ਪਈਆਂ ਨੇ, ਕਿਉਂਕਿ 1840 ਕਰੋੜ ਰੁਪਈਆ ਉਹਨਾਂ ਦਾ ਸਰਕਾਰ ਕੋਲ ਫਸਿਆ ਹੋਇਆ। ਉਹ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੇ ਵਿੱਚ ਉਸ ਦੌਰ ਦੇ ਵਿੱਚ ਜਦੋਂ ਦਾ ਇਹ ਪੈਸਾ ਖੜਾ, ਜਿਨ੍ਹਾਂ ਦੇ ਕੋਲ 40 ਤੋਂ ਲੈ ਕੇ 70% ਤੱਕ ਐਸੀ ਵਿਦਿਆਰਥੀ ਨੇ ਦਾਖਲਾ ਲਿਆ ਹੋਇਆ ਸੀ, ਉਹ ਸਾਰੀਆਂ ਸੰਸਥਾਵਾਂ ਅਸੀਂ ਆਪਦੇ EMPLOYEES ਨੂੰ ਸੈਲਰੀ ਦੇਣਾ ਚਾਹੁੰਦੇ ਹਾਂ, ਪਰੰਤੂ ਅਸਮਰਥ ਹਾਂ। ਇਸ ਲਈ ਅੱਜ ਕੋਈ ਵੀ ਸਾਡੇ ਵਿੱਚੋਂ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਅਸੀਂ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ ਸੈਲਰੀਜ਼ ਤੋਂ ਭੱਜ ਰਹੇ ਹਾਂ, ਪਰ ਅਸਮਰਥ ਹੈਗੇ ਆ। ਸੋ ਇਹ ਦੋ ਮੁੱਦੇ ਨੇ ਜਿਹੜੇ ਮੈਂ ਥੋੜੀ ਦੇਰ ਦੇ ਵਿੱਚ ਇਸ ਤੇ ਦੋਨਾਂ ਦੇ ਉੱਤੇ ਜਿਹੜੀ ਵੋਟਿੰਗ ਕਰਵਾਉਂਗਾ, ਤੁਹਾਡੇ ਆਨਲਾਈਨ ਤੁਹਾਡੇ ਪੈਨਲ ਦੇ ਉੱਤੇ ਵੋਟਿੰਗ ਖੁੱਲੂਗੀ ਕਿ ਸਾਨੂੰ ਇਸ ਦੌਰ ਦੇ ਵਿੱਚ ਜਿਹੜੇ ਸਮਰੱਥ ਵਿਅਕਤੀਆਂ ਤੋਂ ਕ੍ਰੀਏਟ ਕਰੇ ਜੀ, ਸਮਰੱਥ ਵਿਅਕਤੀਆਂ ਤੋਂ ਫੀਸ ਲੈਣੀ ਚਾਹੀਦੀ ਹੈ ਔਰ ਇਸ ਦੇ ਲਈ ਸਰਕਾਰ ਨੂੰ ਲਿਖਣਾ ਚਾਹੀਦਾ। ਇਸ ਦਾ ਤੁਸੀਂ ਜਿਹੜਾ ਹੈਗਾ ਆਪਣਾ ਕ੍ਰੀਏਟ ਕਰ ਰਹੇ ਹਾਂ ਜੀ, ਮੈਂ ਤੇ ਪੋਲ ਸਟਾਰਟ ਕਰੂੰਗਾ ਇਸ ਤੇ। ਮੈਂ ਇਹ ਲਿਖਤੇ ਦੋਨੇ ਮੁੱਦੇ ਹਾਂਜੀ ਪੋਲਿੰਗ ਸਟਾਰਟ ਹੋ ਗਈ ਜੀ ਤੁਹਾਡੇ ਪੈਨਲ ਦੇ ਉੱਤੇ। ਸਾਰੇ ਇਸ ਦਾ ਪਲੀਜ਼ ਯੈਸ ਨੋ ਦੇ ਵਿੱਚ ਆਨਸਰ ਜਿਹੜਾ ਹੈਗਾ ਉਹ ਕਰ ਦਿਓ ਤਾਂ ਕਿ ਪਤਾ ਲੱਗੇ ਆਪਾਂ ਫੈਕਟਸ ਨੇ ਜਿਹੜੇ। Is it possible to pay regular salaries without getting post matric scholarship? ਇਹ ਮੇਰਾ ਸਿੱਧਾ ਸਵਾਲ ਹੈਗਾ ਜੀ ਸਾਰਿਆਂ ਨੂੰ। ਤੇ ਦੂਸਰਾ ਹੈਗਾ ਜਿਹੜੇ ਇਲੈਕਟ੍ਰਿਸਿਟੀ ਚਾਰਜ ਨੇ, ਇਹੋ ਜਿਹੇ ਚਾਰਜ ਨੇ ਇੰਸਟੀਟਿਊਸ਼ਨ ਨੂੰ ਵੇਵ ਆਫ ਕਰਨੇ ਚਾਹੀਦੇ ਨੇ ਗਵਰਨਮੈਂਟ ਤੋਂ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ। ਇਹ ਪੋਲ ਰਿਜ਼ਲਟ ਜੀ। ਸੋ ਇਸ ਦੇ ਨਾਲ ਹੀ ਮੈਂ ਆਪਣੀ ਗੱਲ ਜਾਰੀ ਰੱਖਦਾ ਜੀ। ਇਹ ਪੋਲ ਤੁਹਾਡੇ ਅੱਗੇ ਚੱਲ ਰਿਹਾ ਹੈ, ਇਸ ਨੂੰ ਤੁਸੀਂ ਜਦੋਂ ਕੰਪਲੀਟ ਹੋ ਗਿਆ ਮੈਂ ਪਬਲਿਸ਼ ਕਰ ਦਿਆਂਗਾ ਵਾਟ ਇਜ਼ ਦਾ ਰਿਜ਼ਲਟ। ਸੋ ਆਪਾਂ ਨੇ ਦੋ ਮੁੱਦਿਆਂ ਦੇ ਉੱਤੇ ਸਾਰਿਆਂ ਦੇ ਵਿਊ ਲੈਣੇ ਨੇ ਕਿ ਅਸੀਂ ਅਜਿਹੇ ਹਾਲਾਤਾਂ ਦੇ ਵਿੱਚ, ਤੀਸਰਾ ਮੈਂ ਤੁਹਾਡੇ ਤੋਂ ਪੋਲ ਕਰਵਾਉਂਗਾ ਅਬਾਊਟ ਦਾ ਸੈਲਰੀਜ਼ ਹੋ ਗਿਆ, ਤੇ ਫੀਸਾਂ ਦਾ ਮੈਂ ਤੁਹਾਡੇ ਤੋਂ ਇਸ ਤੋਂ ਬਾਅਦ ਕਰਵਾਉਣਾ ਕਿ ਸਾਨੂੰ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ ਸਮਰੱਥ ਜਿਹੜੇ ਪੇਰੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਤੋਂ ਫੀਸਾਂ ਡਿਮਾਂਡ ਕਰਨੀਆਂ ਬਣਦੀਆਂ ਨੇ ਔਰ ਸਰਕਾਰ ਨੂੰ ਲਿਖਣਾ ਬਣਦਾ। ਸੋ ਉਸ ਦੇ ਉੱਤੇ ਵੀ ਮੈਂ ਜਿਹੜਾ ਹੈਗਾ ਪੋਲਿੰਗ ਕਰਵਾਉਂਗਾ ਜੀ। %72% ਸਾਡੇ ਪਾਰਟਿਸਪੈਂਟਸ ਨੇ ਵੋਟਿੰਗ ਕਰ ਦਿੱਤੀ, ਤੇ ਮੈਂ ਚਾਹੂੰਗਾ ਜਿਹੜੇ ਬਾਕੀ ਰਹਿ ਗਏ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਸਿਸਟਮ ਦਾ, ਤੇ 80% ਨੇ ਵੋਟਿੰਗ ਕਰ ਦਿੱਤੀ ਜੀ, 20% ਪੈਂਡਿੰਗ ਨੇ। 2 ਮਿੰਟ ਦਾ ਸਮਾਂ ਹੋਰ ਹੈਗਾ ਤੇ ਆਪਾਂ ਤਾਂ ਕਿ ਦੇਖੀਏ ਵੀ ਸਾਡੇ ਸਾਰੇ ਪਾਰਟਿਸਪੈਂਟਸ ਦਾ ਕੀ ਕਹਿਣਾ ਹੈਗਾ ਇਹਦੇ ਬਾਰੇ ਜੀ। ਪਬਲਿਸ਼ ਕਰ ਦਿਓ ਜੀ। ਹਾਂਜੀ, ਮੈਨੂੰ ਲੱਗਦਾ ਸਾਡੇ ਸਕਰੀਨ ਦੇ ਉੱਤੇ ਰਿਜ਼ਲਟ ਜਿਹੜਾ ਸ਼ੇਅਰ ਹੋਇਆ ਹੈਗਾ 88% ਸਾਡੇ ਲੀਡਰਸ ਦਾ ਕਹਿਣਾ, ਐਜੂਕੇਸ਼ਨ ਲੀਡਰਸ ਦਾ, ਕਿ ਇਟਸ ਨਾਟ ਪੋਸੀਬਲ ਟੂ ਪੇ ਸੈਲਰੀਜ਼ ਵਿਦਾਊਟ ਗੈਟਿੰਗ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ, ਤੇ 13% ਦਾ ਕਹਿਣਾ ਹੈਗਾ ਵੀ ਇਸ ਦੌਰ ਦੇ ਵਿੱਚ ਵੀ ਅਸੀਂ ਸੈਲਰੀ ਦੇਣ ਦੇ ਯੋਗ ਹੈਗੇ ਆ। ਤਾਂ ਮੈਂ ਸਮਝਦਾ ਵੀ ਇਹ ਇੰਸਟੀਟਿਊਸ਼ਨ ਟੂ ਇੰਸਟੀਟਿਊਸ਼ਨ ਵੇਰੀ ਕਰਦਾ। ਸ਼ਾਇਦ ਇੰਜੀਨੀਅਰਿੰਗ, ਦੂਸਰੇ ਇਹੋ ਜਿਹੇ ਅਦਾਰੇ ਨੇ ਜਿਹੜੇ ਜ਼ਿਆਦਾਤਰ ਪੋਸਟ ਮੈਟ੍ਰਿਕ ਤੇ ਹੀ ਡਿਪੈਂਡੈਂਟ ਨੇ,
ਜਿਨ੍ਹਾਂ ਦਾ ਰੈਗੂਲਰ ਫੀਸਾਂ ਦਾ ਦੌਰ ਘੱਟ ਹੈ, ਤੇ ਅਸਲ ਵਿੱਚ ਜਿਹੜੇ ਇਸ ਤੋਂ ਨਜ਼ਰ ਆ ਰਿਹਾ ਵੀ ਅਗਰ ਸਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਮਿਲਦਾ ਤਾਂ ਅਸੀਂ ਭਵਿੱਖ ਦੇ ਵਿੱਚ ਤਨਖਾਹਾਂ ਦੇਣ ਤੋਂ ਅਸਮਰਥ ਹੋਵਾਂਗੇ। ਦੇਣਾ ਚਾਹੁੰਦੇ ਹਾਂ ਬਟ ਅਸਮਰਥ ਹੋਵਾਂਗੇ। ਇਸ ਦੇ ਨਾਲ ਹੀ 99% ਜਿਹੜਾ ਮੇਰੇ ਕੋਲ ਆਇਆ ਹੈਗਾ ਵੀ ਸਰਕਾਰ ਨੂੰ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ ਜਿਹੜੇ ਸਾਡੇ ਤੇ ਇਹੋ ਜਿਹੇ ਟੈਕਸਸ ਨੇ, ਇਲੈਕਟ੍ਰਿਸਿਟੀ ਚਾਰਜਸ ਨੇ, ਸਾਡੇ ਤੇ ਕਮਰਸ਼ੀਅਲ ਵੀ ਪੈ ਰਹੇ ਨੇ। ਕਰ ਅਸੀਂ ਰਿਹਾ ਦਾਨ, ਵਿਦਿਆ ਦਾਨ, ਪਰੰਤੂ ਨਾਲ ਸਾਨੂੰ ਇੱਕ ਪਾਸੇ ਕਮਰਸ਼ੀਅਲ ਗਿਣਿਆ ਜਾਂਦਾ, ਕਦੇ ਸਾਨੂੰ ਸੋਸ਼ਲ ਸੁਸਾਇਟੀ 'ਚ ਗਿਣਿਆ ਜਾਂਦਾ। ਸਾਡਾ ਹਜੇ ਤੱਕ ਇਹੀ ਨਹੀਂ ਡਿਸਾਈਡ ਕਰ ਸਕੇ ਵੀ ਅਸੀਂ ਹੈ ਕੌਣ ਆ। ਅਸੀਂ ਵੀ ਕਹਿੰਦੇ ਸਾਡਾ ਇੱਕ ਪਾਸਾ ਕਰੋ, ਜੇ ਤੁਸੀਂ ਸਾਨੂੰ ਕਮਰਸ਼ੀਅਲ 'ਚ ਗਿਣਦੇ ਹੋ ਤਾਂ ਅਸੀਂ ਤੁਹਾਨੂੰ ਕਮਰਸ਼ੀਅਲ ਟੈਕਸ ਦੇਣ ਦੇ ਲਈ ਰੈਡੀ ਹਾਂ, ਬਟ ਜੇ ਤੁਸੀਂ ਸੋਸ਼ਲ ਸੁਸਾਇਟੀ 'ਚ ਗਿਣਦੇ ਹੋ ਤਾਂ ਸਾਡੇ ਨਾਲ ਉਹੋ ਜਿਹਾ ਟਰੀਟ ਕੀਤਾ ਜਾਵੇ, ਸਾਨੂੰ ਉਹਦਾ ਬਣਦਾ ਸਨਮਾਨ ਕੀਤਾ ਜਾਵੇ। ਸੋ ਇਸ ਲਈ ਇਹ ਦੋ ਚੀਜ਼ਾਂ ਸੀਗੀਆਂ। ਤੀਸਰਾ ਆਪਾਂ ਆਉਣੇ ਆ ਜੀ ਫੀਸਾਂ ਦੇ ਮੁੱਦੇ ਤੇ। ਇਸ ਤੋਂ ਬਾਅਦ ਮੈਂ ਸਿੱਧਾ ਆਉਂਗਾ ਜੀ ਸਾਡੇ ਪਾਰਟਿਸਪੈਂਟਸ ਜੋ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਆਪਾਂ ਇੱਕ ਦੋ ਮਿੰਟ ਵਿਚਾਰ ਜਾਣਾਂਗੇ। ਅਗਰ ਕੋਈ ਸਵਾਲ ਉਹ ਸਾਡੇ ਪੈਨਲਿਸਟ ਨੂੰ ਪੁੱਛਣਾ ਚਾਹੁੰਦੇ ਨੇ ਤਾਂ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਜੀ। ਸਾਡੇ ਨਾਲ ਜੁੜੇ ਹੋਏ ਨੇ ਜੀ ਪੁਟਿਆ ਤੋਂ ਮਨਜੀਤ ਸਿੰਘ ਜੀ, ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਕੋਈ ਸਵਾਲ ਕੋਈ ਪੁੱਛਣਾ ਚਾਹੁੰਦੇ ਨੇ ਜਾਂ ਕੋਈ ਆਪਦਾ 1 ਮਿੰਟ ਦੇ ਵਿੱਚ ਕੋਈ ਆਪਦਾ ਵਿਊ ਦੇਣਾ ਚਾਹੁੰਦੇ ਨੇ। ਸਰਦਾਰ ਮਨਜੀਤ ਸਿੰਘ ਜੀ। ਹਾਂਜੀ ਮਨਜੀਤ ਸਿੰਘ ਜੀ। ਜੀ ਮੇਰੇ ਖਿਆਲ ਮੇਰੀ ਵੀਡੀਓ ਨਹੀਂ ਆ ਰਹੀ ਤੇ ਮੈਂ ਕੋਈ ਗੱਲ ਨਹੀਂ, ਆਵਾਜ਼ ਆ ਰਹੀ ਹੈ ਜੀ, ਆਵਾਜ਼ ਆ ਰਹੀ ਹੈ ਸਾਨੂੰ ਤੁਹਾਡੀ। ਆਵਾਜ਼ ਆ ਰਹੀ ਹੈ। ਹਾਂਜੀ ਹਾਂਜੀ। ਤਾਂ ਇਹ ਸਾਡੇ ਪੈਨਲਿਸਟ ਨੇ ਮੈਂ ਕਿਹਾ ਸਾਗਰ ਨੂੰ ਗਾਗਰ ਚ ਤੇ ਪਾ ਹੀ ਦਿੱਤਾ ਜੀ। ਕੋਈ ਇਸ ਤਰ੍ਹਾਂ ਦੇ ਤੁਸੀਂ ਉਸ ਤੋਂ ਬਾਅਦ ਸੰਖੇਪ ਬਹੁਤ ਵਧੀਆ ਕਰ ਦਿੱਤਾ। ਮੈਂ ਤੇ ਇਹੀ ਕਹੂੰਗਾ ਕਿ ਇਹਨੂੰ ਆਪਾਂ ਇੱਕ ਤਾਂ ਕੰਟੀਨਿਊ ਰੱਖੀਏ ਜੀ, ਕਿਉਂਕਿ ਯੂਨਾਈਟਿਡ ਵੀ ਸਟੈਂਡ ਐਂਡ ਡਿਵਾਈਡਡ ਵੀ ਫਾਲ, ਜਿਹੜਾ ਮੈਂ ਆਪਾਂ ਹਮੇਸ਼ਾ ਹੀ ਕਰਦੇ ਹਾਂ। ਅਸੀਂ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਉਪਲਬਧੀਆਂ ਦੀ ਜਦੋਂ ਤੁਸੀਂ ਗੱਲ ਕੀਤੀ ਸੀ, ਮੈਂ ਫਿਰ ਐਸੇ ਪਲੇਟਫਾਰਮ ਤੋਂ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਨਾਲ ਜਿਹੜੇ ਹੈ ਆਪਾਂ ਸੇਫ ਹੈ, ਫਿਰ ਵੀ ਲਿਵਿੰਗ ਅਸਾਈਡ ਆਲ ਦੋਜ਼ ਕਿ ਸਾਡੀਆਂ ਪ੍ਰਾਪਤੀਆਂ ਬੇਸ਼ੱਕ ਭਾਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਲ ਹੋਰ ਵੀ ਕਈ ਜਿਹੜੀਆਂ ਮੈਂ ਹੁਣ ਸ਼ਾਰਟ ਦੇ ਵਿੱਚ ਨਹੀਂ ਦੱਸਾਂਗਾ, ਸਾਰਿਆਂ ਨੂੰ ਪਤਾ ਹੀ ਹੈਗਾ, ਨਹੀਂ ਵੀ ਕਰ ਸਕੀਆਂ। ਇਹਦੇ ਉੱਤੇ ਅੱਜ ਦੀ ਜਿਹੜੀ ਉਪਲਬਧੀ ਹੈ ਸਾਡੀ ਇੱਕ ਇਸ ਪਲੇਟਫਾਰਮ ਤੇ ਆਉਣ ਦੀ, ਜਿਹਦੇ ਵਿੱਚ ਮੈਂ ਕਹਿੰਦਾ ਸੰਧੂ ਸਾਹਿਬ ਨੂੰ, ਮਿੱਤਲ ਸਾਹਿਬ ਨੂੰ, ਚੰਨੀ ਸਾਹਿਬ ਨੂੰ, ਜਾਂ ਅਸੀਂ ਤੇ ਆਲਰੇਡੀ ਵੀ ਆਪਾਂ 5-7 ਮੀਟਿੰਗਸ ਕਰ ਚੁੱਕੇ ਹੋਏ ਹਾਂ। ਸੋ ਇਹ ਬਹੁਤ ਵੱਡੀ ਉਪਲਬਧੀ ਹੈ ਸਾਡੀ। ਇਹਨੂੰ ਮਨਜੀਤ ਜੀ ਇੱਕ ਸਿੰਗਲ ਲਾਈਨ ਦੇ ਵਿੱਚ ਕੋਈ ਤੁਹਾਡੇ ਵੱਲੋਂ ਸੁਝਾਅ? ਕੋਈ ਸਿੰਗਲ ਲਾਈਨ ਦੇ ਵਿੱਚ ਮੈਂ ਇਹੀ ਚਾਹੁੰਦਾ ਕਿ ਇੱਕ ਮੋਡਸ ਆਪਰੈਂਡੀ, ਇੱਕ ਇਹੋ ਜਿਹੀ ਆਪਾਂ ਇਹ ਬੜੇ ਮਿੱਤਲ ਸਾਹਿਬ, ਸੰਧੂ ਸਾਹਿਬ, ਚੰਨੀ ਸਾਹਿਬ, ਆਪਾਂ ਸਾਰੇ ਹੀ ਇੱਕ ਮੋਡਸ ਆਪਰੈਂਡੀ ਇਹੋ ਜਿਹੀ ਇਹਨੂੰ ਕੱਢੀਏ ਆਪਾਂ, ਜਿਹਦੇ ਵਿੱਚ ਵੀ ਆਪਣੀ ਰੈਕੋਗਨੀਸ਼ਨ ਆਪਣੀ ਜਿਹੜੀ ਨਾ ਗਵਰਨਮੈਂਟ ਲੈਵਲ ਦੇ ਉੱਤੇ, ਹਾਊ ਟੂ ਮੇਕ them realize the government our strength ਜੀ। ਉਹ ਪਲੇਟਫਾਰਮ ਆਪਾਂ ਜਿਹੜਾ ਨਾ ਨਾਲ ਇੱਕ ਐਗਜ਼ੈਕਟਿਵ ਬਣ ਜਾਵੇ, ਭਾਵੇਂ ਹੋਲ ਆਫ ਦੀ ਪੰਜਾਬ ਐਜੂਕੇਸ਼ਨ ਪਲੇਟਫਾਰਮ ਜਿਹੜੇ ਐਜੂਕੇਸ਼ਨ ਪ੍ਰੋਵਾਈਡਰਸ ਹੈਗੇ ਆ ਉਹਦੇ ਵਿੱਚ ਇੱਕ ਸਬ ਕਮੇਟੀ ਬਣ ਕੇ, ਇੱਕ ਐਗਜ਼ੈਕਟਿਵ ਕਮੇਟੀ ਬਣ ਕੇ ਵੀ ਜਿਹੜੀ ਆਪਾਂ ਫੋਰਸਫੁਲੀ ਜਿਹੜਾ ਗਵਰਨਮੈਂਟ ਨੂੰ ਅਸੀਂ ਬਹੁਤ ਪਲੇਟਫਾਰਮ ਤੇ ਪੁੱਟਿਆ ਲੋ, ਪੀਟੀਯੂ ਦੇ ਵਿੱਚ ਰਿਪਰੈਜ਼ੈਂਟੇਸ਼ਨ ਵਾਸਤੇ, ਪੀਟੀਯੂ ਦੇ ਬੋਰਡ ਵਾਸਤੇ ਜਾਂ ਗਵਰਨਮੈਂਟ ਲੈਵਲ ਤੇ ਬੜਾ ਜ਼ੋਰ ਲਾਇਆ ਸੀ। ਇਹ ਹੁਣ ਤੇ ਇਹਨੂੰ ਆਪਾਂ ਕਰਾਂਗੇ ਤੇ ਕਾਫੀ ਹੱਦ ਤੱਕ ਅਸੀਂ ਜਿਹੜਾ ਨਾ ਕਰਾਂਗੇ। ਆਸਰਾ ਇੰਸਟੀਚਿਊਟ ਸਾਡੇ ਨਾਲ ਜੁੜੇ ਹੋਏ ਨੇ ਜੀ ਗੋਇਲ ਸਾਹਿਬ। ਗੋਇਲ ਸਾਹਿਬ ਕੁਝ ਪੁੱਛਣਾ ਚਾਹੁੰਦੇ ਹੋ ਪੈਨਲਿਸਟ ਤੋਂ ਜਾਂ ਕੁਝ ਆਪਦੀ ਗੱਲ ਕਹਿਣਾ ਚਾਹੁੰਦੇ ਸੰਖੇਪ ਦੇ ਵਿੱਚ? ਜੀ ਗੋਇਲ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। ਸਾਡੇ ਵਿੱਚ ਮੌਜੂਦ ਨੇ ਜੀ ਨਿਰਮਲ ਸਿੰਘ ਜੀ, ਈਟੀਟੀ ਫੈਡਰੇਸ਼ਨ ਤੋਂ। ਨਿਰਮਲ ਸਿੰਘ ਜੀ, ਕੋਈ ਤੁਹਾਡਾ ਕੋਈ ਮੈਸੇਜ ਜਾਂ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ? ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ, ਇਸ ਜਿਹੜਾ ਹੁਣ ਚੱਲ ਰਿਹਾ ਲੋਕਡਾਊਨ ਪੀਰੀਅਡ ਔਰ ਜੋ ਸਿਨੈਰੀਓ ਹੈਗਾ ਪੰਜਾਬ ਦੇ ਵਿੱਚ ਕੀ ਸਾਰੇ ਦੇਸ਼ ਦੇ ਵਿੱਚ ਹੀ ਸਾਨੂੰ ਜਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ, ਉਹਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਗਵਰਨਮੈਂਟ ਵੱਲੋਂ ਆਰਡਰ ਹੋਏ ਆ ਕਿ ਬੱਚਿਆਂ ਤੋਂ ਫੀਸਾਂ ਨਹੀਂ ਲੈਣੀਆਂ ਔਰ ਸੈਲਰੀ ਦੇਣੀ ਆ ਜੀ, ਗੱਲ ਤਾਂ ਜਿਹੜੀ ਹੈਗੀ ਆ ਉਹ ਫਾਈਨਾਂਸ ਨਾਲ ਹੀ ਬਣਨੀ ਆ। ਤੇ ਇਮੀਡੀਏਟਲੀ ਜਿਹੜਾ ਮੇਰੇ ਧਿਆਨ ਵਿੱਚ ਆਉਂਦਾ ਹੈਗਾ ਕਿ ਪੋਸਟ ਮੈਟ੍ਰਿਕ ਨੂੰ ਆਉਂਦੇ ਵੀ ਅਜੇ ਟਾਈਮ ਲੱਗ ਜਾਣਾ, ਲੇਕਿਨ ਜਿਹੜਾ ਸਾਡਾ ਇੰਸਟੀਚਿਊਸ਼ਨਾਂ ਦਾ ਪੈਸਾ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਜਾਂ ਸੈਂਟਰਲ ਬਾਡੀਆਂ ਦੇ ਵਿੱਚ ਪਿਆ ਹੈਗਾ ਐਜ ਏ ਇੰਡੋਮੈਂਟ ਫੰਡ ਜਾਂ ਰਿਜ਼ਰਵ ਫੰਡ, ਉਹਨੂੰ ਇਮੀਡੀਏਟਲੀ ਗਵਰਨਮੈਂਟ ਨੂੰ ਰਿਲੀਜ਼ ਕਰਨਾ ਚਾਹੀਦਾ ਔਰ ਸਾਨੂੰ ਐਫਰਟਸ ਕਰਨੇ ਚਾਹੀਦੇ ਆ ਤਾਂ ਕਿ ਸਾਨੂੰ ਥੋੜਾ ਜਿਹਾ ਰਿਲੀਫ ਮਿਲ ਸਕੇ। ਜੀ ਇੱਥੇ ਮੈਂ ਦੱਸਣਾ ਚਾਹੁੰਦਾ ਜੀ ਸਾਰੇ ਲੀਡਰਸ ਨੂੰ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਰਕਾਰ ਨੂੰ ਲਿਖ ਦਿੱਤਾ ਗਿਆ ਵੀ ਜਿਸ ਵੀ ਕਿਸੇ ਸੰਸਥਾ ਦਾ ਕਿਸੇ ਤਰ੍ਹਾਂ ਦਾ ਵੀ ਰਿਜ਼ਰਵ ਫੰਡ ਜਿਹੜਾ ਹੈਗਾ ਉਹ ਪਿਆ ਸਰਕਾਰ ਕੋਲ, ਚਾਹੇ ਉਹ FDR ਦੇ ਰੂਪ ਦੇ ਵਿੱਚ ਪਿਆ, ਚਾਹੇ ਬੈਂਕ ਗਰੰਟੀ ਦੀ ਸ਼ੇਪ ਦੇ ਵਿੱਚ ਪਿਆ, ਕਿਸੇ ਵੀ ਤਰ੍ਹਾਂ ਨਾਲ ਪਿਆ, ਉਸ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ ਤਾਂ ਜੋ ਇਸ ਸਮੇਂ ਦੇ ਵਿੱਚ
ਜਿਹੜਾ ਕੁਛ ਨਾ ਕੁਛ ਇੰਸਟੀਟਿਊਸ਼ਨ ਨੂੰ ਫਾਈਨੈਂਸ਼ੀਅਲ ਜਿਹੜੀ ਹੈਗੀ ਹੈ ਉਹ ਹੈਲਪ ਮਿਲ ਸਕੇ, ਔਰ ਉਹ ਕੁਛ ਨਾ ਕੁਛ ਆਪਣੇ EMPLOYEES ਲਈ, ਆਪਣੀ ਸੰਸਥਾ ਲਈ ਇਸ ਤਰ੍ਹਾਂ ਨਾਲ ਕੁਛ ਨਾ ਕੁਛ ਸੋਚ ਸਕਣ। ਸੋ ਸਾਡੇ ਵਿੱਚ ਨੇ ਜੀ ਆਪਣਾ ਚੱਠਾ ਸਾਹਿਬ ਰਾਮਪੁਰਾ ਫੂਲ ਤੋਂ ਪੁੜਕਾ ਤੋਂ, ਅਗਰ ਉਹ ਕਿਤੇ ਆਵਾਜ਼ ਸੁਣਦੇ ਨੇ ਪਲੀਜ਼ ਰੇਜ਼ ਯੂਰ ਹੈਂਡ ਤੇ ਆਪਣਾ ਤੁਸੀਂ ਸਿੱਧਾ ਸਵਾਲ ਪੁੱਛੋ ਜੀ। ਚੱਠਾ ਸਾਹਿਬ ਹੈਂਡ ਰੇਜ਼ ਕਰ ਦਿਓ ਜੀ ਟੈਕਨੀਕਲੀ। ਤੇ ਸਾਡੇ ਕੋਲ ਹੈਗੇ ਨੇ ਜੀ ਕਾਲੜਾ ਜੀ, ਰਵੀ ਕਾਲੜਾ ਜੀ ਜੁੜੇ ਹੋਏ ਨੇ ਸਾਡੇ ਨਾਲ। ਰਵੀ ਕਾਲੜਾ ਜੀ ਜੀ ਜਿਹੜੇ ਨੇ ਕੋਈ ਆਪਣਾ ਕੋਈ ਵਿਚਾਰ ਪੇਸ਼ ਕਰਨਾ ਸਾਡੇ ਲੀਡਰਸ ਨੇ, ਉਹ ਆਪਦਾ ਟੈਕਨੀਕਲੀ ਰੇਜ਼ ਹੈਂਡ ਕਰ ਦਿਓ ਜੀ। ਇਹਦੇ ਵਿੱਚ ਆਪਸ਼ਨ ਹੈਗੀ ਆ, ਮੇਰੇ ਕੋਲ ਨਜ਼ਰ ਆ ਜਾਣੀ ਹੈ। ਤੇ ਜੀ ਹਾਂਜੀ ਸਰ। ਸਭ ਤੋਂ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦਾ, ਜਗਜੀਤ ਜੀ ਤੁਹਾਡਾ ਵੀ, ਤੇ ਹੋਰ ਸਾਰੇ ਜਿੰਨੇ ਵੀ ਅੱਜ ਇੱਥੇ ਪਤਵੰਤੇ ਸੱਜਣ ਬੈਠੇ ਨੇ, ਸਾਰੀ ਪੰਜਾਬ ਦੀ ਕਰੀਮ ਇੱਥੇ ਹਾਜ਼ਰ ਹੈ ਜੀ। ਦੋਸਤੋ ਮੈਂ ਸਿਰਫ ਇੰਨਾ ਕਹਿਣਾ ਚਾਹਣਾ ਵੀ ਜਿਵੇਂ ਮਿੱਤਲ ਸਾਹਿਬ ਨੇ ਜਾਂ ਸੰਧੂ ਸਾਹਿਬ ਨੇ, ਚੰਨੀ ਸਾਹਿਬ ਨੇ, ਜਿਨ੍ਹਾਂ ਨੇ ਵੀ ਇਹ ਸਾਰਾ ਦੇ ਰੱਖੇ ਵਿਚਾਰ, ਬਹੁਤ ਅੱਛੇ ਵਿਚਾਰ ਇਹਨਾਂ ਨੇ ਦਿੱਤੇ ਹੈ। ਮੇਰੀ ਸਿਰਫ ਇਹੀ ਰਾਏ ਹੈ, ਜਿਹੜੀ ਗਵਰਨਮੈਂਟ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ। ਅਲਟੀਮੇਟਲੀ ਜੋ ਕੁਝ ਵੀ ਦੇਣਾ ਆਪਾਂ ਨੂੰ ਗਵਰਨਮੈਂਟ ਨੇ ਦੇਣਾ, ਹੋਰ ਕਿਸੇ ਨੇ ਨਹੀਂ ਕੁਝ ਦੇਣਾ ਜੀ। ਇਸ ਵਾਸਤੇ ਉਹਨਾਂ ਨਾਲ ਟਾਈ ਅਪ ਕਰਨ ਵਾਸਤੇ ਕੋਈ ਪ੍ਰੋਪਰ ਪਲੇਟਫਾਰਮ ਬਣਾਇਆ ਜਾਵੇ। ਕੱਲਾ ਗੱਲਾਂ ਬਾਤਾਂ ਚ ਨਾ ਸਾਰੋ। ਮੈਂ ਅੱਗੇ ਹਮੇਸ਼ਾ ਜਿਹੜੀ ਸਾਡੀ BEd ਹੁੰਦੀ ਹੈ ਐਸੋਸੀਏਸ਼ਨ ਦੀ ਮੀਟਿੰਗ, ਉਹਦੇ ਵਿੱਚ ਵੀ ਮੈਂ ਇੱਕੋ ਗੱਲ ਦਾ ਰੌਲਾ ਪਾਉਣਾ, ਤੇ ਅੱਜ ਵੀ ਇੱਥੇ ਵੀ ਸਾਰਿਆਂ ਦੇ ਸਾਹਮਣੇ ਮੈਂ ਰਿਕੁਐਸਟ ਕਰਦਾ, ਜੇ ਕੋਈ ਪਲੇਟਫਾਰਮ ਬਣਾਉਣਾ, ਕੋਈ ਆਪਾਂ ਕੰਕਰੀਟ ਹੱਲ ਚਾਹੁੰਦੇ ਆ, ਤੇ ਆਪਾਂ ਇਹ ਪਪੂਲਰ ਗਵਰਨਮੈਂਟ ਹੈ, ਕੋਈ ਇਹ ਨਹੀਂ ਵੀ ਗਵਰਨਿੰਗ ਰਾਜ ਹੈ ਜਾਂ ਕੁਝ ਹੋਰ ਹੈ। ਆਪਾਂ ਨੂੰ ਕੰਕਰੀਟ ਢੰਗ ਨਾਲ ਉਹਨਾਂ ਨਾਲ ਡੀਲ ਕਰਨਾ ਚਾਹੀਦਾ, ਉਹਨਾਂ ਨਾਲ ਸਾਰਾ ਬੈਠ ਕੇ ਸੈਟਲ ਕਰਨਾ ਚਾਹੀਦਾ। ਇਸ ਤੋਂ ਜ਼ਿਆਦਾ ਮੈਂ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਬੜਾ ਵੱਡਾ ਪਲੇਟਫਾਰਮ ਹੈ। ਮੇਰੀ ਇਸ ਗੱਲ ਤੇ ਅਮਲ ਜ਼ਰੂਰ ਕਰਿਓ ਜੇ, ਗੱਲ ਛੋਟੀ ਹੈ ਪਰ ਬਹੁਤ ਵੱਡੀ ਹੈ। ਥੈਂਕ ਯੂ ਜੀ। ਹਾਂਜੀ, ਹੋਰ ਕੋਈ ਮੈਂਬਰ ਆਪਣਾ ਵਿਚਾਰ ਪੇਸ਼ ਕਰਨਾ ਚਾਹੁੰਦਾ ਜੀ, ਜਾਂ ਕੋਈ ਸਵਾਲ ਸਿੱਧਾ ਪੁੱਛਣਾ ਚਾਹੁੰਦਾ, ਤਾਂ ਕਿ ਆਪਾਂ ਇਹ ਫੀਸਾਂ ਦੇ ਤੇ ਤਨਖਾਹਾਂ ਦੇ ਮਸਲੇ ਦੇ ਉੱਤੇ ਕਨਕਲੂਡ ਕਰੀਏ। ਹਾਂਜੀ, ਟੂ ਰੇਜ਼ ਹੋਏ ਨੇ ਹੈਂਡ, ਓਪਨ ਕਰਿਓ ਜੀ। ਹੈਲੋ, ਹਾਂਜੀ, ਆ ਪੋਲ ਇੱਕ ਆਪਣਾ ਪੋਲ ਰਹਿ ਗਿਆ ਸੀਗਾ ਜੀ ਰਿਗਾਰਡਿੰਗ ਸਾਨੂੰ ਫੀਸਾਂ ਜਿਹੜੀਆਂ ਨੇ ਇਸ ਦੌਰ ਦੇ ਵਿੱਚ ਕੀ ਸਮਰੱਥ ਪੇਰੈਂਟਸ ਤੋਂ ਚਾਰਜ ਕਰਨੀ ਚਾਹੀਦੀਆਂ ਨੇ। ਮੈਂ ਪੋਲ ਓਪਨ ਕਰਨ ਲੱਗਿਆ, ਪਲੀਜ਼ ਕਰਿਓ ਤਾਂ ਕਿ ਆਪਾਂ ਕਨਕਲੂਡ ਕਰੀਏ ਇਸ ਨੂੰ ਜੀ। ਪੋਲ ਸਟਾਰਟ ਹੋ ਗਿਆ ਜੀ। ਕੀ ਤੁਸੀਂ ਸਮਝਦੇ ਹੋ ਕਿ ਇਸ ਲੋਕਡਾਊਨ ਪੀਰੀਅਡ ਦੇ ਦੌਰਾਨ ਜਿਹੜੇ ਕੈਪੇਬਲ ਹੈਗੇ ਨੇ ਸਟੂਡੈਂਟਸ ਤੇ ਮਾਪੇ, ਸਟਾਰਟ ਨਹੀਂ ਹੋਊਗੀ? ਓਕੇ। ਇਹ ਪੋਲ ਸਾਨੂੰ ਹੈਲਪ ਕਰੂਗੀ ਜੁਆਇੰਟ ਐਕਸ਼ਨ ਕਮੇਟੀ ਨੂੰ, ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ, ਸਾਰਿਆਂ ਨੂੰ, ਤਾਂ ਕਿ ਅਸੀਂ ਦੱਸ ਸਕੀਏ ਗਵਰਨਮੈਂਟ ਨੂੰ ਕਿ ਅਸੀਂ ਸਾਰੇ ਇੰਸਟੀਟਿਊਸ਼ਨ ਦੇ ਵਿਊ ਲਏ ਨੇ, ਉਹਨਾਂ ਦੇ ਕੀ ਵਿਊ ਨੇ, ਤੇ ਉਹ ਸਾਡੇ ਕੋਲ ਆ ਰਹੇ ਨੇ। ਹੁਣੇ ਮੈਂ ਤੁਹਾਡੇ ਕੋਲ ਇਹ ਪੋਲ ਪਬਲਿਸ਼ ਕਰ ਦਿਆਂਗਾ ਜੀ। ਸੋ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਬਹੁਤ ਸੰਤੁਸ਼ਟੀ ਹੈ ਕਿ ਜਿਸ ਮਕਸਦ ਨੂੰ ਰੱਖ ਕੇ ਮੁੱਖ ਰੱਖਦੇ ਹੋਏ ਇਹ ਵੈਬੀਨਾਰ ਆਯੋਜਿਤ ਕੀਤਾ ਗਿਆ ਸੀ, ਇਹਦੇ ਵਿੱਚ ਅਸੀਂ 100 ਜਿਹੜੇ ਇੰਸਟੀਟਿਊਸ਼ਨਸ ਲੀਡਰ ਨੂੰ ਪਾਰਟਿਸਿਪੇਟ ਕਰਾਉਣਾ ਸੀ। ਤੇ ਮੈਨੂੰ ਖੁਸ਼ੀ ਹੈ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੀ ਪੂਰੀ ਇਸ ਦੇ ਵਿੱਚ ਸਟਰੈਂਥ ਬਣੀ ਹੋਈ ਹੈ। ਜੀ ਐਂਡ ਕਰ ਦਿਓ ਪਬਲਿਸ਼। ਇਟਸ 100% ਸਾਡੇ ਲੀਡਰਸ ਦਾ, ਐਜੂਕੇਸ਼ਨ ਲੀਡਰਸ ਦਾ, ਇੰਸਟੀਟਿਊਸ਼ਨ ਲੀਡਰਸ ਦਾ ਇਹ ਕਹਿਣਾ ਕਿ ਜਿਹੜੇ ਵਿਦਿਆਰਥੀ ਸਮਰੱਥ ਨੇ ਫੀਸਾਂ ਦੇ ਸਕਦੇ ਨੇ ਇਸ ਲੋਕਡਾਊਨ ਪੀਰੀਅਡ ਦੌਰਾਨ, ਕਿਉਂਕਿ ਅਸੀਂ ਸਟੱਡੀ ਦਾ ਡਿਸਕੰਟੀਨਿਊ ਕੀਤੀ ਨਹੀਂ ਹੈਗੀ। ਸਾਰੇ ਜਿਵੇਂ ਮਿੱਤਰ ਸਾਹਿਬ ਨੇ ਕਿਹਾ ਸੀ, ਆਪਣੇ ਆਪਣੇ ਤਰੀਕਿਆਂ ਦੇ ਨਾਲ ਜਿਹੋ ਜਿਹਾ ਤਰੀਕਾ ਉਹਨਾਂ ਨੂੰ ਸੁਈਟੇਬਲ ਲੱਗਿਆ, ਸਾਰਿਆਂ ਨੇ ਆਪਣੀ ਜਿਹੜੀ ਐਜੂਕੇਸ਼ਨ ਕੰਟੀਨਿਊ ਕੀਤੀ ਹੋਈ ਆ ਰਿਹਾ। ਚੰਨੀ ਸਾਹਿਬ, ਮੈਂ ਤੁਹਾਡੇ ਕੋਲ ਆ ਰਿਹਾ। ਸੋ ਇਸ ਦੇ ਲਈ ਇਹ ਤਿੰਨ ਗੱਲਾਂ ਆਪਾਂ ਨੇ ਕਨਕਲੂਡ ਕਰੀਏ ਇੱਥੇ ਵੀ
ਅਸਲ ਵਿੱਚ ਜੇ ਸਾਡੇ ਕੋਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਆਉਂਦਾ ਤਾਂ ਸਾਡੇ ਵਿੱਚੋਂ ਮੈਜੋਰਿਟੀ 87% ਇੰਸਟੀਟਿਊਸ਼ਨਸ ਨੇ ਜਿਹੜੀਆਂ ਅਨਏਬਲ ਹੋਣਗੀਆਂ ਆਪਣੇ ਸਟਾਫ ਨੂੰ ਸੈਲਰੀਜ਼ ਦੇਣ ਦੀਆਂ। ਦੂਸਰੀ ਗੱਲ ਇੱਥੇ ਵਿਚਾਰਨਯੋਗ ਇਹ ਵੀ ਬਣੂਗੀ ਵੀ ਜਿਵੇਂ ਸਰਕਾਰ ਨੇ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ ਆਪਦੀਆਂ ਸੈਲਰੀਜ਼ 30% 40% ਕੱਟ ਹੈਗਾ, ਵੀ ਉਹ ਅਗਰ ਕਿਸੇ ਹਾਲਾਤਾਂ ਦੇ ਵਿੱਚ ਅਸੀਂ ਦੇਣੀਆਂ ਵੀ ਚਾਹਾਂਗੇ ਤਾਂ ਉਹ ਮੁੜ ਕੇ ਇੱਕ ਵੈਬੀਨਾਰ ਕੀਤਾ ਜਾਊਗਾ ਇਸ ਮੰਥ ਦੇ ਐਂਡ ਦੇ ਵਿੱਚ, ਵੀ ਤਾਜ਼ਾ ਸਥਿਤੀ ਨੂੰ ਦੇਖਦੇ ਹੋਏ ਵੀ ਜੇ ਸਾਨੂੰ ਫੀਸਾਂ ਅਲਾਓ ਕਰ ਦਿੱਤੀਆਂ ਅਸੀਂ ਉਹੋ ਜਿਹੇ ਡਿਸੀਜਨ ਲਵਾਂਗੇ। ਅਗਰ ਸਾਨੂੰ ਗਵਰਨਮੈਂਟ ਨੇ ਫੀਸਾਂ ਦੇ ਉੱਤੇ ਹੀ ਬੰਦਸ਼ ਲਾ ਕੇ ਰੱਖੀ ਤਾਂ ਮੇਰੇ ਖਿਆਲ ਦੇ ਵਿੱਚ ਫਿਰ ਉਹ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ, ਸਾਰਿਆਂ ਨੇ ਆਪਾਂ ਨੇ ਦੇ ਦਿੱਤਾ ਵੀ ਵੀ ਆਰ ਅਨਏਬਲ ਟੂ ਪੇ ਦਾ ਸੈਲਰੀਜ਼ ਟੂ ਆਵਰ ਸਟਾਫ, ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਸਾਰੇ ਇੰਸਟੀਟਿਊਸ਼ਨ 4-4 5-5 ਮਹੀਨਿਆਂ ਦੀ ਸੈਲਰੀਜ਼ ਪੈਂਡਿੰਗ ਰੱਖੀ ਹੋਈ ਹੈ। ਇਸ ਲਈ ਨਹੀਂ ਵੀ ਅਸੀਂ ਦੇਣਾ ਨਹੀਂ ਚਾਹੁੰਦੇ, ਸਾਡੇ ਕੋਲ ਹੈ ਨਹੀਂ। ਤੇ ਦੂਸਰਾ ਸੀਗਾ ਸਾਰਿਆਂ ਦਾ 100% ਇਸ ਗੱਲ ਤੇ ਸਹਿਮਤੀ ਆਈ ਹੈ ਵੀ ਸਾਨੂੰ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ, ਕਿਉਂਕਿ ਫਸਲ ਆ ਚੁੱਕੀ ਹੈ, ਬਹੁਤ ਸਾਰੇ EMPLOYEES ਨੇ ਜਿਨ੍ਹਾਂ ਦੀ ਆਮਦਨ ਫਿਕਸ ਹੈਗੀ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ। ਹਾਂ, ਜਿਹੜੇ ਕੁਝ ਇਹੋ ਜਿਹੇ ਵਿਦਿਆਰਥੀ ਨੇ ਜਿਨ੍ਹਾਂ ਦੇ ਕੁਝ ਬਿਜ਼ਨਸ ਰੁਕੇ ਹੋਏ ਨੇ, ਉਹਨਾਂ ਦਾ ਆਮਦਨ ਰੁਕੀ ਹੋਈ ਹੈ, ਤਾਂ ਉਹ ਮੈਂ ਚਾਹੂੰਗਾ ਵੀ ਦਰਿਆਦਲੀ ਦਿਖਾਉਂਦੇ ਹੋਏ ਸਾਰੇ ਸਾਡੇ ਐਜੂਕੇਸ਼ਨ ਲੀਡਰਸ ਨੇ ਜਿਹੜੇ, ਉਹਨਾਂ ਬੱਚਿਆਂ ਨੂੰ ਮਹੀਨੇ ਦਾ 2 ਮਹੀਨੇ ਦਾ ਜਿਹੋ ਜਿਹਾ ਸਿਚੁਏਸ਼ਨ ਮੁਤਾਬਕ ਹੋਊਗਾ ਉਹ ਅਸੀਂ ਜਿਹੜਾ ਹੈਗਾ ਮੌਕਾ ਦੇਵਾਂਗੇ। ਤੀਸਰਾ 100% ਸਾਡੇ ਵਿੱਚੋਂ ਲਗਭਗ ਸਹਿਮਤ ਨੇ ਵੀ ਸਰਕਾਰ ਨੂੰ ਇਸ ਸੰਬੰਧੀ ਲਿਖਿਆ ਜਾਵੇ ਵੀ ਇਸ ਦੌਰਾਨ ਘੱਟੋ ਘੱਟ ਤੁਸੀਂ ਜਿਹੜੇ ਤੁਹਾਡੇ ਹੱਥ ਦੇ ਵਿੱਚ ਨੇ ਖਰਚੇ ਰੋਕਣੇ ਇੰਸਟੀਟਿਊਸ਼ਨਾਂ ਦੇ। ਇੰਸਟੀਟਿਊਸ਼ਨ ਅਸੀਂ ਜਾ ਰਹੇ ਨੇ, ਸਾਡੇ ਮੀਟਰ ਚੱਲ ਰਹੇ ਨੇ, ਜਾਣ ਵਾਸਤੇ ਸਾਨੂੰ ਪਾਸ ਬਣਵਾਉਣਾ ਪੈਂਦਾ, ਪਰੰਤੂ ਸਾਡੇ ਜਿਹੜੇ ਪੱਕੇ ਖਰਚੇ ਨੇ, ਜਿਹੜੇ ਵੱਡੇ ਵੱਡੇ ਅਦਾਰੇ ਨੇ ਜਿਨ੍ਹਾਂ ਕੋਲ 100-100 200 ਬੱਸਾਂ ਨੇ, ਉਹਨਾਂ ਦੇ ਟੈਕਸ ਚੱਲੀ ਜਾ ਰਹੇ ਨੇ, ਉਹਨਾਂ ਨੂੰ ਇੰਸ਼ੋਰੈਂਸ ਖਤਮ ਹੋ ਰਹੀ ਹੈ, ਉਹਨਾਂ ਦੇ ਬਿਜਲੀ ਦੇ ਚਾਰजेस ਪੈ ਰਹੇ ਨੇ, ਹੋਰ ਬਹੁਤ ਸਾਰੇ ਸਾਡੇ ਤੇ ਇਹੋ ਜਿਹੇ ਚਾਰਜ ਪੈ ਰਹੇ ਨੇ। ਇਸ ਲਈ ਇਸ ਦੌਰ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਕਿ ਕਨਕਲੂਡ ਕਰਾਂ, ਚੰਨੀ ਸਾਹਿਬ ਕੁਝ ਕਹਿਣਾ ਚਾਹੁੰਦੇ ਸੀਗੇ। ਚੰਨੀ ਸਾਹਿਬ ਸੰਖੇਪ ਦੇ ਵਿੱਚ ਜੀ, ਫਿਰ ਆਪਾਂ ਇਸ ਨੂੰ ਗੱਲ ਨੂੰ ਜਿਹੜਾ ਹੈਗਾ ਚੰਨੀ ਸਾਹਿਬ। ਦੇਖੋ, ਬੇਸ਼ੱਕ ਹੋਵੇ ਸਕੂਲ, ਬੇਸ਼ੱਕ ਹੋਵੇ ਕਾਲਜ, ਬੇਸ਼ੱਕ ਹੋਵੇ ਯੂਨੀਵਰਸਿਟੀ, ਪੇਰੈਂਟਸ ਨੇ ਮਤਲਬ ਅਪ੍ਰੈਲ ਦੇ ਵਿੱਚ ਪੈਸੇ ਤਿਆਰ ਰੱਖੇ ਹੁੰਦੇ ਨੇ ਕਿ ਬੱਚੇ ਦੀ ਅਸੀਂ ਐਨੂਅਲ ਚਾਰजेस ਵੀ ਦੇਣੇ ਆ ਜਾਂ ਫੀਸ ਸਮੈਸਟਰ ਦੀ ਦੇਣੀ ਆ, ਭਾਵੇਂ ਉਹ ਕਾਲਜ ਹੋਵੇ ਭਾਵੇਂ ਯੂਨੀਵਰਸਿਟੀ ਹੋਵੇ ਜੀ। ਇਹ ਸਾਰਾ ਕੁਝ ਤਿਆਰ ਸੀਗਾ ਪੇਰੈਂਟਸ ਕੋ, ਇਹਦੇ ਪੰਗਾ ਸਰਕਾਰ ਨੇ ਐਵੇਂ ਪਾਤਾ ਵਾ। ਚਲੋ ਨਾ 5% ਦੇ ਸਕਦੇ, ਤੁਸੀਂ ਇਹ ਦੱਸੋ ਕਿਹੜਾ ਪੇਰੈਂਟਸ ਤੁਸੀਂ ਪੜ੍ਹਾਉਂਦੇ ਹੋਣਾ ਬੱਚਾ, ਕਦੀ ਅੱਜ ਤੱਕ ਦੇਖਿਆ ਵੀ ਤੁਹਾਡੇ ਕੋਲ ਪੈਸੇ ਨਾ ਤਿਆਰ ਹੋਣ? ਹਰ ਇੱਕ ਨੇ ਤਿਆਰ ਕੀਤੇ ਹੋਏ ਸੀ ਪੈਸੇ, ਸਰਕਾਰ ਨੇ ਰੋਕ ਕੇ ਉਹਨਾਂ ਨੂੰ ਹੁਣ ਐਵੇਂ ਅੱਗੇ ਪਿੱਛੇ ਕਰ ਦਿੱਤਾ ਵਾ। ਜੇ ਹੋਰ ਡਿਲੇ ਹੋ ਗਿਆ ਤੇ ਉਹਨਾਂ ਨੇ ਇਹ ਸਮਝਣਾ ਸ਼ਾਇਦ ਇਸ ਸਮੈਸਟਰ ਦੀ ਜਾਂ 3 ਮਹੀਨੇ ਦੀ ਫੀਸ ਹੀ ਮਾਫ ਹੋ ਜਾਣੀ ਜੀ। ਇਸ ਲਈ ਇਹ ਜਿਹੜਾ ਜੋ ਵੀ ਸਰਕਾਰ ਨੇ ਕੀਤਾ ਗਲਤ ਕੀਤਾ, ਪਰ ਇਹਨੂੰ ਹੁਣ ਜਲਦੀ ਤੋਂ ਜਲਦੀ ਆਪਾਂ ਨੂੰ ਕਰਵਾਉਣਾ ਚਾਹੀਦਾ। ਜੇ ਹੋਰ ਡਿਲੇ ਹੋ ਗਿਆ ਫਿਰ ਉਹਨਾਂ ਨੇ ਕਹਿਣਾ ਜੀ ਅਸੀਂ ਅਗਲੇ ਦਈਏ ਕਿ ਪਿਛਲੇ ਦਈਏ, ਇਸ ਲਈ ਕੰਮ ਫਿਰ ਫਸ ਜਾਏਗਾ। ਇਹ ਤੇ ਸਾਰਿਆਂ ਨਾਲੋਂ ਜ਼ਿਆਦਾ ਜ਼ੋਰ ਇਹ ਤੇ ਲਗਾਉਣਾ ਚਾਹੀਦਾ। ਇਹੀ ਮੇਰੀ। ਸੋ ਮੈਂ ਹੁਣ ਅੰਤ ਦੇ ਵਿੱਚ ਮੁੜ ਕੇ ਜਾਊਂਗਾ ਸਾਡੇ ਅੱਜ ਦੇ ਜਿਹੜੇ ਪੈਨਲਿਸਟ ਨੇ ਸਰਦਾਰ ਸਤਨਾਮ ਸਿੰਘ ਸੰਧੂ ਜੀ ਕੋਲ, ਕਿ ਉਹ ਅੱਜ ਦੇ ਇਸ ਵੈਬੀਨਾਰ ਨੂੰ ਕਨਕਲੂਡ ਕਰੀਏ ਆਪਾਂ। ਤੇ 3 ਮੈਂ ਪੋਲਿੰਗ ਤੁਹਾਡੇ ਸਾਹਮਣੇ ਰੱਖੀਆਂ ਨੇ ਵੀ ਸਾਰੇ ਜਿਹੜੇ ਲੀਡਰਸ ਨੇ, ਇੰਸਟੀਟਿਊਸ਼ਨ ਲੀਡਰਸ, ਉਹ ਅਸਮਰਥ ਨੇ ਸੈਲਰੀ ਦੇਣ ਨੂੰ ਅਗਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਨਹੀਂ ਹੁੰਦਾ। ਦੂਸਰਾ, ਸਾਰੇ ਚਾਹੁੰਦੇ ਨੇ ਵੀ ਜੇ ਸਾਨੂੰ ਸਮਰੱਥ ਬਣਾਉਣਾ ਹੈਗਾ ਤੁਸੀਂ ਸੈਲਰੀ ਦੇਣ ਦੇ, ਤਾਂ ਘੱਟੋ ਘੱਟ ਜਿਹੜੇ ਪੇਰੈਂਟਸ ਨੇ ਭਰਨ ਦੇ ਯੋਗ ਨੇ ਉਹਨਾਂ ਨੂੰ ਅਲਾਉ ਕੀਤਾ ਜਾਵੇ। ਇਸ ਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ। ਤੀਸਰੀ ਗੱਲ, ਜਿਹੜੇ ਸਾਡੇ ਰੈਗੂਲਰ ਖਰਚੇ ਨੇ ਬਿਨਾਂ ਮਤਲਬ ਤੋਂ ਸਾਡੇ ਲਾਕਡਾਊਨ ਪੀਰੀਅਡ ਦੇ ਦੌਰਾਨ ਸਾਡੇ ਕੋਲ ਚੱਲ ਰਹੇ ਨੇ, ਤੇ ਉਹਨਾਂ ਨੂੰ ਰੋਕਿਆ ਜਾਵੇ। ਸੋ ਇਹਨਾਂ ਤਿੰਨਾਂ ਤੇ ਗੱਲਾਂ ਤੇ ਫੋਕਸ ਕਰਦੇ ਹੋਏ ਮੈਂ ਬੇਨਤੀ ਕਰੂੰਗਾ ਸਰਦਾਰ ਸਤਨਾਮ ਸਿੰਘ ਸੰਧੂ ਜੀ ਨੂੰ ਕਿ ਉਹ ਇਸ ਦੇ ਵੈਬੀਨਾਰ ਨੂੰ ਐਂਡ ਦੇ ਵਿੱਚ ਕਨਕਲੂਡ ਕਰਨ ਜੀ। ਸੰਧੂ ਸਾਹਿਬ। ਜਗਜੀਤ ਸਿੰਘ ਜੀ, ਮੈਂ ਪਹਿਲੀ ਗੱਲ ਤਾਂ ਸਾਰੇ ਪਾਰਟਿਸਿਪੈਂਟਸ ਦਾ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੜਾ ਇਹਨੂੰ ਸਬਰ ਸੰਤੋਖ ਦੇ ਨਾਲ ਸੁਣਿਆ ਔਰ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਔਰ ਜਿਹੜਾ ਮੈਂਡੇਟ ਹੈ ਇਸ ਵੈਬੀਨਾਰ ਦਾ ਉਹ ਬਿਲਕੁਲ ਕਲੀਅਰ ਕੱਟ ਹੈ, ਜਿਹੜੇ ਵੀ ਤੁਸੀਂ ਪੋਲ ਕਰਾਏ ਨੇ ਜੀ। ਔਰ ਹੁਣ ਇਹ ਰਿਸਪੌਂਸਿਬਿਲਿਟੀ ਆਪਣੀ ਲੋਕਾਂ ਦੀ ਬਣ ਜਾਂਦੀ ਹੈ ਕਿ ਜਿੰਨਾ ਵੀ ਮੈਂਡੇਟ ਸਾਡੇ ਸਾਥੀਆਂ ਨੇ ਦਿੱਤਾ ਹੈਗਾ ਜਾਂ ਜੋ ਇਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ, ਜਿਵੇਂ ਚੰਨੀ ਸਾਹਿਬ ਨੇ ਦੱਸਿਆ ਕਿ ਜਿੰਨਾ ਡਿਲੇ ਹੋਏਗਾ ਇਹਦੇ ਨਾਲ ਹੋਰ ਨੁਕਸਾਨ ਇਹ ਹੋਏਗਾ ਕਿ ਲੋਕ ਸਮਝਣ ਲੱਗ ਜਾਣਗੇ ਕਿ ਸ਼ਾਇਦ ਇਹ ਪੈਸੇ ਨਾ ਹੀ ਦੇਣ ਦੀ ਜ਼ਰੂਰਤ ਹੈ ਜੀ। ਔਰ ਸਰਕਾਰ ਦਾ ਵੀ ਕੋਈ ਪਤਾ ਨਹੀਂ ਕਿ ਜੇ ਅਸੀਂ ਐਫਰਟ ਨਹੀਂ ਕੀਤੀਆਂ ਤੇ ਕਿਸੇ ਸਟੇਜ ਤੋਂ ਵੀ ਕਹਿਣ ਵੀ ਕੋਈ ਗੱਲ ਨਹੀਂ, ਚੁੱਪ ਕਰਕੇ ਬੈਠੇ ਆ ਜੀ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਹਿ ਦਿਓ ਜੀ, ਕਿਉਂਕਿ ਕਿਸੇ ਦੀ ਕਾਸਟ ਤੇ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਕੋਈ ਜਾਂਦਾ ਨਹੀਂ ਹੈ ਕੁਝ ਜੀ। ਔਰ ਸਾਡੀ ਕਾਸਟ ਤੇ ਮਤਲਬ ਜੇ ਸਾਡੀ ਬਲੀ ਦੇ ਨਾਲ ਕੋਈ ਹੁੰਦਾ ਹੈ ਤੇ ਉਹ ਕਿਸੇ ਨੇ ਸੋਚਣਾ ਨਹੀਂ। ਸਾਨੂੰ ਇਮੀਡੀਏਟ ਇਸ ਵੈਬੀਨਾਰ ਦੇ ਬੇਸ ਤੇ ਜਗਜੀਤ ਸਿੰਘ ਜੀ, ਮੈਂ ਸਮਝਦਾ ਕਿ ਸਾਨੂੰ ਸਰਕਾਰ ਤੱਕ ਪਹੁੰਚ ਕਰਕੇ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ।
ਔਰ ਇਹਦੇ ਵਾਸਤੇ ਮੈਨੂੰ ਜਿਹੜਾ ਢੁਕਵਾਂ ਪਲੇਟਫਾਰਮ ਹੈਗਾ, ਕਿਉਂਕਿ ਸੀਐਮ ਸਾਹਿਬ ਵਾਲਾ ਪਲੇਟਫਾਰਮ ਵੱਡਾ ਹੈਗਾ, ਆਪਾਂ ਜਿਹੜੇ ਆਪਣੇ ਮੰਤਰੀ ਸਾਹਿਬਾਨ ਹੈਗੇ ਨੇ ਉਹ ਬੜੇ ਅਪਰੋਚੇਬਲ ਹੈਗੇ ਨੇ ਆਪਣੇ, ਆਪਾਂ ਇਮੀਡੀਏਟ ਉਹਨਾਂ ਨਾਲ ਕੋਸ਼ਿਸ਼ ਕਰੀਏ ਕਿ ਉਹਨਾਂ ਨਾਲ ਰਾਬਤਾ ਬਣਾਈਏ। ਔਰ ਉਹ ਰਾਬਤਾ ਬਣਾਉਣ ਵਾਸਤੇ ਸਾਡੀ ਕੋਈ ਡਿਊਟੀ ਲਾਓ, ਤੁਸੀਂ ਆਲਰੇਡੀ ਬਹੁਤ ਅੱਗੇ ਕੰਮ ਕਰ ਰਹੇ ਹੈਗੇ ਹੋ। ਸਭ ਤੋਂ ਵੱਡੀ ਜਿਹੜੀ ਇਹ 2-3 ਮੁੱਦੇ ਸਾਹਮਣੇ ਆਏ ਨੇ, ਅਸੀਂ ਜ਼ਰੂਰ ਸਰਕਾਰ ਦੇ ਧਿਆਨ 'ਚ ਲੈ ਕੇ ਆਈਏ ਔਰ ਉਹਨਾਂ ਨੂੰ ਕੋਸ਼ਿਸ਼ ਕਰੀਏ, ਕਨਵਿੰਸ ਕਰਾਈਏ ਕਿ ਇਹ ਜਿਹੜੀ ਆ ਇਮੀਡੀਏਟ ਦਿੱਤੀ ਜਾਵੇ। ਲੇਕਿਨ ਇਹਦੇ ਨਾਲ ਇੱਕ ਗੱਲ ਹੋਰ ਮੈਂਸ਼ਨ ਕਰਨੀ ਚਾਹੂੰਗਾ, ਅੰਸ਼ੂ ਕਟਾਰੀਆ ਜੀ ਨੇ ਇੱਕ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਕਿ AICT ਨੇ ਵੀ ਇਦਾਂ ਦਾ ਕੋਈ ਨੋਟੀਫਿਕੇਸ਼ਨ ਕਰ ਦਿੱਤਾ ਹੈ। ਬਿਲਕੁਲ ਜੀ, ਬਿਲਕੁਲ। ਇਹ ਮੁੱਦਾ ਹੁਣ ਸਟੇਟ ਸਬਜੈਕਟ ਵੀ ਨਹੀਂ ਰਹਿ ਗਿਆ, ਆਈ ਥਿੰਕ ਇਹ ਨੈਸ਼ਨਲ ਵੀ ਹੋ ਗਿਆ। ਤਾਂ ਮੈਂ ਇਹ ਵੀ ਰਿਕੁਐਸਟ ਕਰੂੰਗਾ ਅੰਸ਼ੂ ਕਟਾਰੀਆ ਜੀ, ਕਿਉਂਕਿ ਨੈਸ਼ਨਲੀ ਤੁਸੀਂ ਕਾਫੀ ਐਕਟਿਵ ਹੈਗੇ ਹੋ ਜੀ, ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰਕੇ EPIC ਵਗੈਰਾ ਨਾਲ, ਮੈਂ ਮਿੱਤਲ ਸਾਹਿਬ ਬੈਠੇ, ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਅਸੀਂ UGC ਔਰ AICT ਨੂੰ ਵੀ ਇਮੀਡੀਏਟ ਲਿਖੀਏ ਕਿ ਤੁਸੀਂ ਕਿਸ ਬੇਸ ਤੇ ਇਦਾਂ ਦੇ ਨੋਟਿਸ ਕੱਢ ਰਹੇ ਹੈਗੇ ਹੋ ਜੀ, ਉਹਨੂੰ ਦੋਨੋਂ ਲੈਵਲ ਤੇ, ਨੈਸ਼ਨਲ ਲੈਵਲ ਤੇ ਵੀ, ਕਿਉਂਕਿ ਸਟੇਟ ਗਵਰਨਮੈਂਟ ਨੂੰ ਇੱਕ ਵਾਰੀ ਬਹਾਨਾ ਮਿਲ ਜਾਂਦਾ ਕਿ ਨਹੀਂ ਜੀ ਇਹ ਤਾਂ ਗਵਰਨਮੈਂਟ ਆਫ ਇੰਡੀਆ ਵੱਲੋਂ ਚਿੱਠੀ ਆ ਗਈ ਤੇ ਅਸੀਂ ਤਾਂ ਉਹਨੂੰ ਕਰ ਰਹੇ ਹਾਂ। ਸੋ ਲੇਕਿਨ ਸਾਨੂੰ ਦੋਨੋਂ ਲੈਵਲ ਤੇ ਇਹ ਜਿਹੜਾ ਮੁੱਦਾ ਹੈ ਉਹਨੂੰ ਜ਼ੋਰ ਸ਼ੋਰ ਨਾਲ ਚੁੱਕਣਾ ਚਾਹੀਦਾ ਔਰ ਇਸ ਹਫ਼ਤੇ ਦੇ ਵਿੱਚ ਸਾਨੂੰ ਇਹ ਕੰਮ ਕਰਵਾ ਲੈਣਾ ਚਾਹੀਦਾ ਜੀ। ਸੋ ਸਤਨਾਮ ਸਿੰਘ ਜੀ ਨੇ ਇੱਕ ਨਾਲ ਹੋਰ ਗੱਲ ਐਡ ਕੀਤੀ ਹੈ ਵੀ ਜਿਹੜੇ ਫੀਸ ਦਾ ਜਿਹੜਾ ਉਹ ਹੈਗਾ ਸਾਡੇ ਪ੍ਰੀਵਿਊ ਦੇ ਵਿੱਚ ਨਹੀਂ ਹੈਗਾ ਸਟੇਟ ਗਵਰਨਮੈਂਟ ਦੇ, ਨੈਸ਼ਨਲ ਹੈਗਾ, AICT ਨਾਲ ਸੰਬੰਧਿਤ ਜਾਂ ਹੋਰ ਆ, ਉਸ ਨੂੰ ਵੀ ਲਿਖਿਆ ਜਾਵੇ। ਸੋ ਮੈਂ ਇਸੇ ਪਲੇਟਫਾਰਮ ਦੇ ਉੱਤੋਂ ਜੁਆਇੰਟ ਐਕਸ਼ਨ ਕਮੇਟੀ, ਕਿਉਂਕਿ ਉਹ ਕੋਈ ਇੰਡੀਪੈਂਡੈਂਟ ਬੋਡੀ ਇਕੱਲੀ ਨਹੀਂ ਹੈਗੀ, ਉਹ ਸਾਰੀਆਂ ਹੀ ਤਰ੍ਹਾਂ ਦੀਆਂ ਐਸੋਸੀਏਸ਼ਨਾਂ ਦੀ ਨੁਮਾਇੰਦਗੀ ਕਰਦੀ ਹੈ, ਜਿਹਦੇ ਸਪੋਕਸ ਪਰਸਨ ਹੈਗੇ ਨੇ ਸਾਡੇ ਅੰਸ਼ੂ ਜੀ। ਉਹਨਾਂ ਨੂੰ ਮੈਂ ਇਸੇ ਪਲੇਟਫਾਰਮ ਤੋਂ ਬੇਨਤੀ ਕਰਦਾ ਕਿ ਉਹ ਸਾਡੇ ਜੁਆਇੰਟ ਐਕਸ਼ਨ ਕਮੇਟੀ ਦੇ ਹੋਰ ਮੈਂਬਰਸ ਨੂੰ ਨਾਲ ਲੈ ਕੇ ਰੀਪ੍ਰੈਜ਼ੈਂਟੇਸ਼ਨਸ ਤਿਆਰ ਕਰਨ, ਤੇ ਜਿੱਥੇ ਲੋੜ ਸਮਝਦੇ ਨੇ ਉਹ ਇੰਡੀਪੈਂਡੈਂਟ ਯੂਨੀਵਰਸਿਟੀਜ਼, ਲਵਲੀ ਯੂਨੀਵਰਸਿਟੀ ਜਾਂ ਆਪਣੇ ਸਿਟੀ ਯੂਨੀਵਰਸਿਟੀ, ਸਤਨਾਮ ਸਿੰਘ ਜੀ ਚੰਡੀਗੜ੍ਹ ਯੂਨੀਵਰਸਿਟੀ, ਇਹਨਾਂ ਦੇ ਰਿਪਰੈਜ਼ੈਂਟੇਸ਼ਨ ਨਾਲ ਅਟੈਚ ਕਰਦੇ ਹੋਏ ਜਿਹੜੇ ਨੈਸ਼ਨਲ ਕੌਂਸਲ ਨੂੰ ਅਪਰੋਚ ਕਰਨੀ ਹੈ ਜਾਂ ਸਟੇਟ ਗਵਰਨਮੈਂਟ ਨੂੰ, ਤੇ ਉਹਨੂੰ ਕਰੀਏ। ਤੇ ਤਾਲੀਵਾਲ ਸਾਹਿਬ ਨੂੰ ਵੀ ਮੇਰੀ ਨਾਲ ਬੇਨਤੀ ਹੈ, ਸੰਧੂ ਸਾਹਿਬ ਨੂੰ ਤੇ ਮਿੱਤਲ ਸਾਹਿਬ ਨੂੰ, ਕਿ ਆਪਾਂ ਜਿਹੜੇ ਨੇ ਅਪਰੋਚ ਕਰੀਏ ਕੰਸਰਨ ਮੰਤਰੀ ਜੀ ਨੂੰ, ਤੇ ਇਸ ਲਾਕਡਾਊਨ ਦੇ ਦੌਰਾਨ ਹੀ ਆਪਾਂ 2-2 ਮੈਂਬਰ ਮੂਵ ਕਰ ਸਕਦੇ ਹਾਂ, ਜਾਂ ਕੋਈ ਇਨ ਫਿਊਚਰ ਮੈਂ ਚਾਹੂੰਗਾ ਵੀ ਇਸੇ ਤਰ੍ਹਾਂ ਦਾ ਵੈਬੀਨਾਰ ਅਸੀਂ ਉਹਨਾਂ ਨੂੰ ਇਨਵਾਈਟ ਕਰੀਏ, ਜਿੱਥੇ ਸਾਡੇ ਨੁਮਾਇੰਦੇ ਹੋਣ, ਜਿਵੇਂ ਅੱਜ ਆਪਾਂ ਬੈਠੇ ਹਾਂ, 2 ਨੁਮਾਇੰਦੇ ਸਰਕਾਰ ਦੇ ਹੋਣ, ਤਾਂ ਕਿ ਜਿਹੜੀ ਫਰੂਟਫੁਲ ਪੋਲਿੰਗ ਜਿਵੇਂ ਅੱਜ ਆਪਾਂ ਕੀਤੀ ਆ, ਆਪਾਂ ਨੇ ਆਪਣੇ ਇੰਡੀਪੈਂਡੈਂਟ ਪੋਲਿੰਗ ਕੀਤੀ ਆ, ਜਦੋਂ ਉਹਨਾਂ ਦੇ ਸਾਹਮਣੇ ਆਪਾਂ ਪੋਲਿੰਗ ਕਰਵਾਵਾਂਗੇ ਕਿਸੇ ਮੁੱਦੇ ਦੇ ਉੱਤੇ, ਤਾਂ ਉਹਨਾਂ ਨੂੰ ਘੱਟੋ ਘੱਟ ਪਤਾ ਲੱਗੇ ਵੀ ਅਸਲ ਫੈਕਟਸ ਕੀ ਨੇ, ਵੀ ਜਿਹੜੇ ਐਡੀਆਂ ਇਹ ਨਜ਼ਰ ਆ ਰਹੀਆਂ ਨੇ ਤੁਹਾਨੂੰ ਬਿਲਡਿੰਗਾਂ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਲੱਗ ਰਿਹਾ ਵੀ ਇਹਨਾਂ ਨੇ ਕੋਈ ਆਪਣੀ ਨਿੱਜੀ ਜਾਇਦਾਦਾਂ ਬਣਾ ਲਈਆਂ ਨੇ, ਤੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਸਾਨੂੰ ਬਣਦਾ ਸਾਡਾ ਸਨਮਾਨ ਨਹੀਂ ਦੇ ਰਹੇ। ਸੋ ਤੁਹਾਨੂੰ ਅਸਲ ਵਿੱਚ ਫੈਕਟ ਪਤਾ ਲੱਗੇ ਵੀ ਇਹ ਲੋਕ ਕਿਵੇਂ ਰਾਤ ਨੂੰ ਸੌਂਦੇ ਨੇ, ਕਿਵੇਂ ਇਹਨਾਂ ਨੂੰ ਫਿਕਰ ਹੈ ਕਿ ਜਿਹੜੇ ਸਾਡੇ EMPLOYEES ਨੇ, ਕਿਸੇ ਕੋਲ 10 ਨੇ ਤੇ ਕਿਸੇ ਕੋਲ 1000 ਨੇ, ਤੇ ਉਹਨਾਂ ਨੂੰ ਪਤਾ ਵੀ ਕਿਵੇਂ 7 ਤਰੀਕ ਨੂੰ 10 ਤਰੀਕ ਨੂੰ ਉਹਨਾਂ ਦੇ ਕੀ ਹਾਲਾਤ ਹੋਣ ਜਾ ਰਹੇ ਨੇ। ਸੋ ਇਸ ਲਈ ਇਹ ਸਾਰੇ ਚੀਜ਼ਾਂ ਨੂੰ ਜਾਣੂ ਕਰਾਉਣ ਦੇ ਲਈ ਇਹ ਪਲੇਟਫਾਰਮ ਨੇ ਜਿਹੜੇ ਇਹ ਬੜੇ ਕਾਰਗਰ ਸਿੱਧ ਹੋਣਗੇ। ਸੋ ਇਸ ਲਈ ਮੇਰੀ ਜਿੰਨੇ ਵੀ ਆਪਣੇ ਲੀਡਰਸ ਇਸ ਵੈਬੀਨਾਰ ਨੂੰ ਜੁਆਇਨ ਕੀਤਾ ਹੋਇਆ, ਉਹਨਾਂ ਨੂੰ ਬੇਨਤੀ ਹੈ ਵੀ ਇਨ ਫਿਊਚਰ ਵੀ ਜਿਹੜੀ ਮੇਰੀ ਕੈਪੈਸਿਟੀ ਹੈਗੀ ਹੈ ਇਸ ਤਰ੍ਹਾਂ ਦੇ ਵੈਬੀਨਾਰ 3000-4000 ਬੰਦਿਆਂ ਤੱਕ ਦੇ ਕਰਾਉਣ ਦੀ ਕੈਪੈਸਿਟੀ ਆਪਣੀ ਹੈਗੀ ਆ, ਵੀ ਅਸੀਂ ਇੱਕ ਵੱਡੇ ਸਮੂਹ ਦੇ ਵਿੱਚ ਇਹੋ ਜਿਹਾ ਵੈਬੀਨਾਰ ਕਰਾ ਕੇ ਉਸ ਨੂੰ ਜਦੋਂ ਅਸੀਂ ਦੱਸਾਂਗੇ ਵੀ ਸਾਡੇ 2000-3000 ਜਿਹੜੇ ਐਜੂਕੇਸ਼ਨ ਲੀਡਰਸ ਨੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਾਰਾ ਕੁਝ ਜਿਹੜਾ ਸਮਰਪਿਤ ਕੀਤਾ ਹੋਇਆ ਇਹ ਸੋਸਾਇਟੀਜ਼ ਨੂੰ, ਤੋਂ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਤਾਂ ਅਸੀਂ ਉਸ ਜਿਹੜਾ ਪਲੇਟਫਾਰਮ ਤੋਂ ਅਸੀਂ ਉਹਨਾਂ ਸਾਹਮਣੇ ਜਿਹੜਾ ਸ਼ੀਸ਼ਾ ਦਿਖਾ ਸਕਾਂਗੇ। ਸੋ ਮੈਂ ਸਮਝਦਾ ਵੀ ਅੱਜ ਦੇ ਇਸ ਵੈਬੀਨਾਰ ਦੇ ਵਿੱਚੋਂ ਅਸੀਂ ਜੋ ਕਨਕਲੂਡ ਕੀਤਾ, ਉਸ ਨੂੰ ਮੈਂ ਹੁਣ ਜਿਹੜੇ ਸਾਡੇ ਪੈਨਲਿਸਟਸ ਨੇ ਤਾਂ ਉਹਨੂੰ ਮੈਂ ਸਾਰਾ ਐਂਡ ਦੇ ਉੱਤੇ ਕਨਕਲੂਡ ਕਰਨਾ ਚਾਹੂੰਗਾ। ਮਿੱਤਲ ਸਾਹਿਬ ਨੇ ਸਾਨੂੰ ਬੜਾ ਤਰੀਕੇ ਨਾਲ ਦੱਸਿਆ ਵੀ ਕਿਵੇਂ ਅਸੀਂ ਆਪਣੀ ਇੰਸਟੀਟਿਊਸ਼ਨ ਨੂੰ ਇਸ ਦੌਰ ਦੇ ਵਿੱਚ ਜਿਹੜਾ ਹੈਗਾ ਰਨਿੰਗ ਰੱਖ ਸਕਦੇ ਹਾਂ, ਤੇ ਕਿਵੇਂ ਆਪਾਂ ਆਪਦਾ ਬੱਚਿਆਂ ਤੱਕ ਜਿਹੜਾ ਵੱਖ-ਵੱਖ ਤਰੀਕਿਆਂ ਦੇ ਨਾਲ ਯੋਗਦਾਨ ਪਾ ਸਕਦੇ ਹਾਂ। ਔਰ ਉਹਨਾਂ ਨੇ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਸਾਰੇ ਕਾਲਜ ਨੂੰ ਇਹ ਆਫਰ ਕੀਤਾ ਵੀ ਉਹ ਉਹਨਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਜਦ ਮਰਜ਼ੀ ਲੈ ਸਕਦੇ ਨੇ। ਸਰਦਾਰ ਸਤਨਾਮ ਸਿੰਘ ਸੰਧੂ ਜੀ ਨੇ ਚਿੰਤਾ ਪ੍ਰਗਟਾਈ ਹੈ ਕਿ ਜਿੱਡੇ ਅਸੀਂ ਵੱਡੇ EMPLOYER ਹੈਗੇ ਆ, ਜੋ ਅਸੀਂ ਵਿੱਦਿਆ ਦਾ ਦਾਨ ਦੇਣ ਵਾਲੇ ਹੈਗੇ ਆ, ਸਾਨੂੰ ਸਨਮਾਨ ਦੀ ਅੱਖ ਨਾਲ ਨਹੀਂ ਦੇਖਿਆ ਜਾ ਰਿਹਾ। ਸੋ ਇਸ ਕਰਕੇ ਜੀ ਤੇ ਉਹ ਸਨਮਾਨ ਸਾਡਾ ਹੱਕ ਆ ਤੇ ਉਹ ਸਾਡਾ ਲੈਣਾ ਬਣਦਾ, ਤੇ ਉਹਦੇ ਲਈ ਸਾਨੂੰ ਇਕਮੁੱਠ ਹੋਣਾ ਪਊਗਾ, ਚਾਹੇ ਉਹ ਯੂਨੀਵਰਸਿਟੀਆਂ ਨੇ, ਸਕੂਲ ਨੇ, ਕਾਲਜ ਨੇ, ਸਾਰਿਆਂ ਨੂੰ। ਚੰਨੀ ਸਾਹਿਬ ਨੇ ਵੀ ਬੜੇ ਵਿਸਥਾਰ ਦੇ ਨਾਲ ਜਿਹੜੀਆਂ ਗਵਰਨਮੈਂਟ ਦੀਆਂ ਵੱਖ-ਵੱਖ ਪਾਲਿਸੀਆਂ ਨੇ ਉਹਨਾਂ ਨੂੰ ਹੱਲ ਕਰਾਉਣ ਲਈ, ਉਹਨਾਂ ਦੇ ਅਗੇਂਸਟ ਗੱਲ ਕਰਨ ਦੇ ਲਈ
ਜਾਂ ਉਹਨਾਂ ਦੇ ਤੇ ਚਰਚਾ ਕਰਨ ਦੇ ਲਈ ਸੁਝਾਅ ਦਿੱਤਾ ਕਿ ਕਿਉਂ ਨਾ ਤਿੰਨੋਂ ਮਿਨਿਸਟਰਸ, ਤਿੰਨੋਂ ਜਿਹੜੇ ਸੈਕਟਰੀਜ਼ ਨੇ, ਉਹਨਾਂ ਨੂੰ ਮਿਲਣ ਦੇ ਲਈ ਰੈਗੂਲਰ ਪ੍ਰੋਗਰਾਮ ਨਿਰਧਾਰਿਤ ਕੀਤੇ ਜਾਣ। ਸਰਦਾਰ ਗੁਰਮੀਤ ਸਿੰਘ ਜੀ ਨੇ ਬੜੇ ਸੰਖੇਪ ਸ਼ਬਦਾਂ ਦੇ ਨਾਲ ਗਵਰਨਮੈਂਟ ਦੀਆਂ ਵੱਖ-ਵੱਖ ਪਾਲਿਸੀਆਂ, ਜਿਨ੍ਹਾਂ ਦੇ ਨਾਲ ਇੰਸਟੀਟਿਊਸ਼ਨਸ ਜਿਹੜੀਆਂ ਉਹ ਸਮੇਂ-ਸਮੇਂ ਔਕੜਾਂ ਮਹਿਸੂਸ ਕਰਦੀਆਂ ਰਹੀਆਂ ਨੇ ਤੇ ਇਨ ਫਿਊਚਰ ਇਹਨਾਂ ਨੂੰ ਹੱਲ ਕਰਾਉਣ ਦੇ ਲਈ ਉਹ ਆਪਦਾ ਯੋਗਦਾਨ ਦਿੱਤਾ। ਅੰਸ਼ੂ ਕਟਾਰੀਆ ਜੀ ਨੇ ਵਿਸਥਾਰ 'ਚ ਦੱਸਿਆ ਕਿ ਕਿਵੇਂ ਸਾਡਾ 1850 ਕਰੋੜ ਰੁਪਈਆ ਜਿਹੜਾ ਹੈਗਾ ਗਵਰਨਮੈਂਟ ਵੱਲ ਖੜਾ ਤੇ ਕਿੰਨਾ ਕਾਰਨਾਂ ਕਰਕੇ ਖੜਾ। ਤੇ ਇੱਥੇ ਮੈਂ ਫੇਰ ਤੋਂ ਮੁੜ ਕੇ ਗੱਲ ਕਹਿ ਰਿਹਾ, ਕਈ ਵਾਰ ਜਦੋਂ ਮੈਂਬਰਸ ਨੇ ਜਿਹੜੇ ਸਾਡੇ, ਉਹ ਉਹਨਾਂ ਤੱਕ ਕੰਮਾਂ ਦੀ ਪਹੁੰਚ ਨਹੀਂ ਹੁੰਦੀ ਵੀ ਕੀ ਹੋ ਰਿਹਾ। ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਚੀਵ ਕਰਨ ਦੇ ਲਈ ਮੈਨੂੰ ਲੱਗਦਾ 200-300 ਮੀਟਿੰਗਾਂ ਹੋਈਆਂ ਨੇ, ਕਿੰਨੀਆਂ ਰਿਪਰੈਜ਼ੈਂਟੇਸ਼ਨਾਂ ਹੋਈਆਂ ਨੇ, ਕਿੰਨੇ ਵਾਰ ਟਾਈਮ ਲੈ ਗਏ ਨੇ, ਕਿੰਨੇ ਵਾਰ ਸੀਐਮ ਸਾਹਿਬ ਨੂੰ। ਤਾਂ ਕਈ ਵਾਰ ਸਾਨੂੰ ਘਰੇ ਬੈਠੇ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਸ਼ਾਇਦ ਕੁਝ ਹੋ ਨਹੀਂ ਰਿਹਾ, ਬਹੁਤ ਕੁਝ ਹੋ ਰਿਹਾ। ਤੇ ਜਿੰਨੇ ਤੁਹਾਡੇ ਨੁਮਾਇੰਦਗੇ ਨੇ, ਇਹ ਸਾਰੇ ਦੇ ਸਾਰੇ ਆਪਦੇ ਨਿੱਜੀ ਖਰਚਿਆਂ ਦੇ ਉੱਤੇ, ਨਿੱਜੀ ਕਾਰਾਂ ਦੇ ਵਿੱਚ ਟਾਈਮ ਸਪੈਂਡ ਕਰਦੇ ਨੇ, ਔਰ ਟਾਈਮ ਸਭ ਤੋਂ ਵੱਡੀ ਜਿਹੜੀ ਕੀਮਤ ਅਦਾ ਕਰਨੀ ਪੈਂਦੀ ਹੈ ਇਹੋ ਜਿਹੇ ਕੰਮਾਂ ਦੇ ਵਿੱਚ। ਉਹ ਬਹੁਤ ਕੁਝ ਹੋ ਰਿਹਾ, ਪਰੰਤੂ ਜੇ ਪਿੱਛੋਂ ਹੱਲਾਸ਼ੇਰੀ ਹੋਵੇ ਤਾਂ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਹਿਜਤਾ ਨਾਲ ਹੋ ਜਾਂਦੀਆਂ ਨੇ। ਸੋ ਲਾਸਟ ਦੇ ਵਿੱਚ ਮੈਂ ਚਾਹੂੰਗਾ ਮਿੱਤਲ ਸਾਹਿਬ ਕੋਈ ਸੰਦੇਸ਼ ਦੇਣ ਤੇ ਫਿਰ ਆਪਾਂ ਇਸ ਵੈਬੀਨਾਰ ਨੂੰ ਜਿਹੜਾ ਅੰਤਮ ਉਸ ਦੇ ਵਿੱਚ ਪਹੁੰਚਾ ਸਕੀਏ। ਜੀ ਮਿੱਤਲ ਸਾਹਿਬ। ਪਹਿਲਾਂ ਤੇ ਸਰਦਾਰ ਜਗਜੀਤ ਸਿੰਘ ਤੁਹਾਨੂੰ ਬਹੁਤ ਮੁਬਾਰਕਬਾਦ ਜੀ, ਤੇ ਸਾਰੇ ਮੈਂਬਰਾਂ ਨੂੰ ਵੀ ਮੁਬਾਰਕਬਾਦ ਕਿ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਜੀ। ਔਰ ਇਸ ਆਨਲਾਈਨ ਮੋਡ 'ਚ ਇਕੱਠੇ ਹੋਏ ਥੋੜਾ ਸੌਖਾ ਵੀ ਲੱਗਦਾ ਹੈ ਕਿ ਇਦਾਂ ਦੀ ਕਾਨਫਰੰਸ ਦਾ ਵੈਬੀਨਾਰ ਕਰਨਾ ਸੌਖਾ ਹੈ ਜੀ। ਇੱਕ ਜਿਹੜੀ ਫੀਸ ਦੀ ਗੱਲ ਹੋ ਰਹੀ ਸੀ ਜੀ, ਜਿੰਨਾ ਕਿ ਮੈਨੂੰ ਪ੍ਰਾਈਮਾ ਫੇਸ਼ੀਆ ਸਮਝ ਆਇਆ ਹੈਗਾ ਕਿ AICTE ਜਾਂ UGC ਕੋਲ ਕੋਈ ਪਾਵਰ ਨਹੀਂ ਹੈ ਸਾਨੂੰ ਇਸ ਤਰੀਕੇ ਦੀਆਂ ਡਾਇਰੈਕਸ਼ਨਸ ਇਸ਼ੂ ਕਰ ਸਕਣ। ਬਿਲਕੁਲ ਜੀ। ਉਹਨਾਂ ਦੇ ਐਕਟ ਦੇ ਵਿੱਚ ਇਦਾਂ ਦੀ ਕੋਈ ਪਾਵਰ ਨਹੀਂ ਹੈ ਉਹਨਾਂ ਨੂੰ ਕਿ ਅਸੀਂ ਫੀਸ ਲੈ ਸਕਦੇ। ਇਹ ਸਾਰੇ ਐਕਸਟਰਾ ਜੁਡੀਸ਼ੀਅਲ, ਐਕਸਟਰਾ ਸਟੈਚੂਟਰੀ ਆਪਣੇ ਆਰਡਰ ਕਰੀ ਜਾਂਦੇ ਹੈਗੇ ਨੇ ਜੀ, ਕਿ ਕਿਉਂਕਿ ਉਹ ਪਬਲਿਕ ਨੂੰ ਖੁਸ਼ ਕਰੀ ਜਾਓ, ਕਾਲਜਾਂ ਨੂੰ ਡਵਾਈ ਜਾਓ, ਕਿਉਂਕਿ ਉਹਨਾਂ ਦੀ ਜੇਬ ਤੋਂ ਤਾਂ ਕੁਝ ਆਣਾ ਨਹੀਂ ਹੈਗਾ ਜੀ। ਤੇ ਇਸ ਤਰੀਕੇ ਨਾਲ ਵੀ ਆਪਾਂ ਇਹ ਪੁਆਇੰਟ ਉਠਾ ਸਕਦੇ ਹਾਂ ਉਹਦੇ ਨਾਲ ਜੀ। ਮੈਂ ਇੱਥੇ ਐਡ ਕਰਨਾ ਚਾਹੂੰਗਾ ਜੀ, ਜਿਹੜੀ ਸਟੇਟ ਗਵਰਨਮੈਂਟ ਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਫੀਸਾਂ ਸੰਬੰਧੀ, ਸਕੂਲਾਂ ਸੰਬੰਧੀ, ਉਹਦੀਆਂ ਪਾਵਰਾਂ ਵੀ ਨਹੀਂ ਹੈਗੀਆਂ। ਸਟੇਟ ਕੋਲ ਵੀ ਕੋਈ ਪਾਵਰਾਂ ਨਹੀਂ ਤੇ ਜਿਹੜੇ ਨੈਸ਼ਨਲ ਕਾਉਂਸਲ ਨੇ ਉਹਨਾਂ ਕੋਲ ਕੋਈ ਪਾਵਰਾਂ ਨਹੀਂ ਹੈਗੀਆਂ ਸੈਲਫ ਫਾਈਨਾਂਸ ਇੰਸਟੀਟਿਊਸ਼ਨ ਦੇ ਲਈ ਇਹੋ ਜਿਹੇ ਡਿਸੀਜਨ ਲੈਣ ਦੀ। ਜੀ। ਬਾਕੀ ਮੈਨੂੰ ਲੱਗਦਾ ਜੀ ਤੁਹਾਡੀ ਅਗਵਾਈ ਹੇਠ ਤੇ ਬਾਕੀ ਸਾਡੇ 13 ਜਿਹੜੇ ਹੈਡ ਨੇ ਡਿਫਰੈਂਟ ਐਸੋਸੀਏਸ਼ਨ ਦੀ, ਉਹਨਾਂ ਦੀ ਅਗਵਾਈ ਹੇਠ ਆਪਾਂ ਇੱਕ ਅੱਛੇ ਪਲੇਟਫਾਰਮ ਤੇ ਇਕੱਠੇ ਹੋਏ ਹੈਗੇ ਤੇ ਆਪਾਂ ਮਿਲ ਕੇ ਆਪਾਂ ਸਾਰੀਆਂ ਔਕੜਾਂ ਨੂੰ ਆਸਤਾ ਆਸਤਾ ਕਾਬੂ ਕਰ ਲਾਂਗੇ ਜੀ। ਜੀ, ਸਾਰਿਆਂ ਨੂੰ ਮੁਬਾਰਕਬਾਦ ਔਰ ਸਟੇ ਸੇਫ, ਸਟੇ ਹੋਮ। ਥੈਂਕ ਯੂ ਜੀ। ਸੋ ਅੱਜ ਦਾ ਇਹ ਵੈਬੀਨਾਰ ਜੋ ਸੀ, ਜਿਸ ਦੇ ਵਿੱਚੋਂ ਅਸੀਂ ਵੱਖ-ਵੱਖ ਆਪਦੀਆਂ ਸੁਜੈਸ਼ਨਸ ਦੇ ਰਾਹੀਂ, ਆਪਦੇ ਤਰੀਕੇ ਰਾਹੀਂ ਆਪਦੀਆਂ ਪ੍ਰੋਬਲਮਸ ਰੱਖੀਆਂ ਨੇ ਤੇ ਉਹਨਾਂ ਦੇ ਜਿਹੜੇ ਨੇ ਹੱਲ ਕੱਢਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਉਹ ਇਹ ਸਾਰੇ ਮੁੱਦਿਆਂ ਦੇ ਉੱਤੇ ਇੱਕ ਰੀਪ੍ਰੈਜ਼ੈਂਟੇਸ਼ਨ ਤਿਆਰ ਕਰਕੇ ਸਾਡੇ ਸਾਰਿਆਂ ਦਾ ਸਹਿਯੋਗ ਲੈਂਦੇ ਹੋਏ ਇਹ ਫਾਈਟ ਸ਼ੁਰੂ ਕਰੂਗੀ ਤਾਂ ਕਿ ਜਲਦ ਤੋਂ ਜਲਦ ਜਿਹੜਾ ਇਸ ਲੋਕਡਾਊਨ ਦੇ ਵਿੱਚ ਫੀਸਾਂ ਨੂੰ ਅਨਲੌਕ ਕਰਵਾਇਆ ਜਾਵੇ ਤਾਂ ਜੋ ਅਸੀਂ ਆਪਦੇ EMPLOYEES ਦਾ, ਆਪਦੀਆਂ ਸੰਸਥਾਵਾਂ ਦਾ ਖਿਆਲ ਰੱਖ ਸਕੀਏ। ਸੋ ਧੰਨਵਾਦ ਸਾਰਿਆਂ ਦਾ ਜੀ ਤੇ ਉਮੀਦ ਆ ਵੀ ਸਾਰੇ ਪ੍ਰਮਾਤਮਾ ਦੀ ਦਇਆ ਨਾਲ ਸਾਰੇ ਤੰਦਰੁਸਤ ਰਹੋਗੇ। ਥੈਂਕ ਯੂ ਜੀ।